ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਸੇਵਾ ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਆਪਾਂ ਸਾਰਿਆਂ ਨੂੰ ਗੁਰਬਾਣੀ ਦੀ ਕਥਾ ਨਸੀਬ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਉਪਰੰਤ ਆਓ ਜਿਸ ਪ੍ਰਕਾਰ ਲੜੀਵਾਰ ਕਥਾ ਦੀ ਵਿਚਾਰ ਸ੍ਰੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨ ਚੱਲ ਰਹੇ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ। ਸੁਣੋ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਸੇਵਾ। ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਬਚਨ ਰਾਗ ਦੇ 6ਵੇਂ ਸੁਰਤਾਲ ਵਿੱਚ ਹੈ। ਇਹ ਜਿਹੜਾ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ ਸਿੱਖਾਂ ਦੇ ਪ੍ਰਸ਼ਨ ਕਰਨ ਤੋਂ ਕਿ ਮਹਾਰਾਜ ਸ੍ਰਿਸ਼ਟੀ ਦੀ ਰਚਨਾ ਬਾਰੇ ਬਹੁਤ ਸਾਰੇ ਮਤਾਂ ਦੇ ਵੱਖਰੇ ਵੱਖਰੇ ਆਪਣੇ ਆਪਣੇ ਸ਼ਾਸਤਰਾਂ 'ਚ ਕਥਨ ਹੈ। ਤੇ ਕੋਈ ਸ਼ਾਸਤਰ ਕਹਿੰਦਾ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ, ਕੋਈ ਕਹਿੰਦਾ ਜਿਹੜਾ ਕਰਮਵਾਦੀ ਹੈ ਜੀ ਕਰਮ ਤੋਂ ਬਣੀ ਹੈ। ਕਈਆਂ ਨੇ ਸਿੱਧ ਕੀਤਾ ਵੀ ਅਗਿਆਨ ਕਰਕੇ ਸ੍ਰਿਸ਼ਟੀ ਰਚੀ ਗਈ ਹੈ, ਤੇ ਕਈਆਂ ਨੇ ਕਾਲ ਨੂੰ ਸ੍ਰਿਸ਼ਟੀ ਦਾ ਕਾਰਨ ਮੰਨਿਆ ਹੈ। ਤੇ ਕਈ ਮਤ ਜਿਹੜੇ ਸ੍ਰਿਸ਼ਟੀ ਦੀ ਉਤਪਤੀ ਦਾ ਕਾਰਨ ਉਹ ਆਪਣੇ ਆਪਣੇ ਢੰਗਾਂ ਦੇ ਨਾਲ ਮੰਨਦੇ ਆ। ਕੋਈ ਮਾਇਆ ਤੋਂ ਹੀ ਮੰਨ ਰਿਹਾ ਹੈ। ਅਨੇਕ ਤਰ੍ਹਾਂ ਦੇ ਵਿਚਾਰ ਸੰਸਾਰ 'ਚ ਵਿਦਵਾਨਾਂ 'ਚ ਆਪਸ ਵਿੱਚ ਹੀ ਸਹਿਮਤੀ ਨਹੀਂ ਹੈ। ਆਪ ਕਿਰਪਾ ਕਰਕੇ ਦੱਸੋ ਤੇ ਸਾਨੂੰ ਨਿਸ਼ਚਾ ਕਰਾਓ ਵੀ ਮਹਾਰਾਜ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ। ਗੁਰਸਿੱਖਾਂ ਦੇ ਸੰਸੇ ਨਿਵਰਤੀ ਅਰਥੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜਿਸ ਪ੍ਰਕਾਰ ਅੱਗੇ ਸ੍ਰਿਸ਼ਟੀ ਦੀ ਰਚਨਾ ਬਾਰੇ ਜੋ ਸਿੱਖਾਂ ਦਾ ਪ੍ਰਸ਼ਨ ਹੈ ਉਹਦਾ ਉੱਤਰ ਦਿੰਦੇ ਹਨ। ਕਰਨ ਕਾਰਨ ਏਕ ਉਹੀ। ਹੇ ਗੁਰਸਿੱਖੋ, ਸ੍ਰਿਸ਼ਟੀ ਦੇ ਉਤਪਤੀ ਵਿੱਚ ਜਿੰਨੇ ਕਾਰਨ ਸ਼ਾਸਤਰਾਂ ਦੇ ਵੱਖਰੇ ਵੱਖਰੇ ਮੰਨੇ ਆ, ਉਹ ਸਾਰੇ ਕਾਰਨਾਂ ਦਾ ਕਰਤਾ ਕੌਣ ਹੈ? ਇੱਕ ਵਾਹਿਗੁਰੂ ਹੈ। ਕਾਰਨ ਕਾਰਨ ਪ੍ਰਵੇਕ ਹੈ, ਦੂਸਰਾ ਨਹੀਂ ਕੋਈ। ਕਾਲ ਦਾ ਕਰਤਾ ਵੀ ਉਹ ਪਰਮੇਸ਼ਰ ਹੈ। ਜੇ ਕਹੀਏ ਵੀ ਕਾਲ ਤੋਂ ਸ੍ਰਿਸ਼ਟੀ ਰੋਈ ਹੈ, ਜੇ ਪਰਮਾਣੂਆਂ ਤੋਂ ਜਿਹੜੇ ਮੰਨਦੇ ਹੈ ਤਾਂ ਉਹ ਚੇਤਨ ਸੱਤਾ ਤੇ ਆਸਰੇ ਜੁੜ ਕੇ ਹੀ ਪਰਮਾਣੂ ਉਹਦਾ ਆਪਸ ਵਿੱਚ ਹੀ ਜੜਨ। ਜੜ ਵਸਤੂ ਆਪਣੇ ਆਪ ਕੁਝ ਨਹੀਂ ਕਰ ਸਕਦੀ, ਹਰਕਤ ਨਹੀਂ ਕਰ ਸਕਦੀ ਹੈ। ਇਸ ਕਰਕੇ ਜੇ ਕਰਮ ਨੂੰ ਮੰਨੀਏ ਉਹ ਵੀ ਜੜ ਹੈ। ਚੇਤਨ ਸੱਤਾ ਵਾਹਿਗੁਰੂ ਦੇਣ ਵਾਲਾ ਹੈ। ਸਰੀਰ ਵਿੱਚ ਚੇਤਨ ਸੱਤਾ ਉਸ ਦੀ ਹੈ। ਜੀਵ ਕਰਮ ਤਾਂ ਹੀ ਕਰ ਸਕਦਾ ਹੈ। ਹੁਣ ਮੁਰਦਾ ਜਿਹੜਾ ਉਹਦੇ ਕੋਲ ਹੱਥ ਪੈਰ ਹੈਗੇ, ਕੀ ਕਰਮ ਕਰ ਲਊਗਾ? ਕਰਮ ਦਾ ਕਰਤਾ ਵੀ ਉਹੀ ਹੈ। ਇਸ ਕਰਕੇ ਜੇ ਕਹੀਏ ਵੀ ਮਾਇਆ ਜਿਹੜੀ ਹੈ ਇਹ ਕਾਰਨ ਹੈ, ਤੇ ਪਰਮੇਸ਼ਰ ਦੀ ਇੱਛਾ ਨਾਲ ਇਹ ਪ੍ਰਕਾਰ ਜਿਹੜੀ ਮਾਇਆ ਹੈ ਉਹ ਪਰਮੇਸ਼ਰ ਦੀ ਇੱਛਾ ਹੀ ਹੈ ਨਾ। ਤੇ ਅਗਿਆਨ ਨੂੰ ਸ੍ਰਿਸ਼ਟੀ ਦਾ ਕਰਤਾ ਮੰਨੀਏ ਤਾਂ ਉਹ ਵੀ ਜੜ ਹੈ, ਤੇ ਅਗਿਆਨ ਨੂੰ ਵੀ ਸੱਤਾ ਵਾਹਿਗੁਰੂ ਦਿੰਦਾ ਹੈ। ਏਕਾ ਮਾਈ ਜੁਗਤ ਵਿਆਈ ਮਾਇਆ ਜਿਹੜੀ ਉਹਨੂੰ ਵੀ ਸੱਤਾ ਵਾਹਿਗੁਰੂ ਨੇ ਦਿੱਤੀ। ਅਗਿਆਨ ਲਾਏ ਸਵਾਲਿਆ ਗੁਰੂ ਗਿਆਨੇ ਲਾਏ ਜਗਾਵੇ ਗੁਰੂ। ਹਰ ਕਾਰਜ ਕਰਨ ਤੋਂ ਬਿਨਾਂ ਜਿਹੜਾ ਕੋਈ ਆਪਣੇ ਕਾਰਨ ਤੋਂ ਬਿਨਾਂ ਕਾਰਜ ਹੋ ਹੀ ਨਹੀਂ ਸਕਦਾ। ਹਰ ਕਾਰਜ ਦਾ ਕਾਰਨ ਉਹਦੇ ਪਿੱਛੇ ਆ ਜਿਹਦੇ ਕਰਕੇ ਉਹ ਹੋ ਰਿਹਾ ਹੈ। ਸੋ ਇਸ ਕਰਕੇ ਸੰਸਾਰ ਦੇ ਦੋ ਪ੍ਰਕਾਰ ਦੇ ਜਿਹੜੇ ਕਾਰਨ ਪ੍ਰਸਿੱਧ ਹੈ। ਇੱਕ ਨਿਮਿਤ ਕਾਰਨ ਹੁੰਦਾ, ਇੱਕ ਉਪਾਦਾਨ ਕਾਰਨ ਹੁੰਦਾ। ਜਿਵੇਂ ਘੜਾ ਬਣਦਾ ਹੈ, ਘੜੇ ਦੇ ਵਿੱਚ ਪ੍ਰਮਾਣ ਢੁਕਮਾ ਵਿਦਾਂਤ ਵੀ ਤਾਂ ਦਿੱਤਾ ਜਾਂਦਾ ਹੈ ਵੀ ਜਿਹੜੀ ਮਿੱਟੀ ਹੈ ਉਹ ਘੜੇ ਦਾ ਉਪਾਦਾਨ ਕਾਰਨ ਹੈ। ਮਿੱਟੀ ਨੇ ਘੜੇ ਦੀ ਸ਼ਕਲ ਬਦਲ ਲਈ ਹੈ, ਪਰ ਘੜਾ ਮਿੱਟੀ ਆਪਣੇ ਆਪ ਸ਼ਕਲ ਨਹੀਂ ਸੀ ਬਦਲ ਸਕਦੀ। ਉਹਦੇ ਨਾਲ ਨਿਮਿਤ ਕਾਰਨ ਵੀ ਚਾਹੀਦਾ। ਨਿਮਿਤ ਕਾਰਨ ਹੋ ਗਿਆ ਘੁਮਿਆਰ, ਹੋ ਗਿਆ ਡੰਡਾ, ਹੋ ਗਿਆ ਚੱਕ, ਹੋ ਗਿਆ, ਇਹ ਉਹਦੇ ਨਿਮਿਤ ਕਾਰਨ ਹੋ ਗਏ। ਤੇ ਇਸ ਕਰਕੇ ਜਿਹੜਾ ਪਰਮੇਸ਼ਰ ਹੈ ਉਹ ਸ੍ਰਿਸ਼ਟੀ ਦਾ ਆਪ ਹੀ ਨਿਮਿਤ ਕਾਰਨ ਹੈ, ਆਪ ਹੀ ਉਪਾਦਾਨ ਕਾਰਨ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਐਸਾ ਹੈ, ਉਹ ਅਭਿੰਨ ਨਿਮਿਤ ਉਪਾਦਾਨ ਕਾਰਨ ਕਿਹਾ ਜਾਂਦਾ। ਵਿਦਵਾਨ ਐਸੀ ਭਾਸ਼ਾ ਵਰਤਦੇ ਹੈ।
ਕਿ ਉਹ ਭਿੰਨ ਵੀ ਹੈ। ਦੀਸੈ ਸੰਗ ਮੈਂ ਦੀਸੈ ਸਭ ਮੈਂ ਰਹੇ ਅਲੇਪਾ ਨਾ ਵਿਆਪਿਆ ਉਨਮਾਈ। ਕਿ ਉਹ ਪਰਮੇਸ਼ਰ ਵਾਹਿਗੁਰੂ ਸ੍ਰਿਸ਼ਟੀ ਦਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰਾ ਨਹੀਂ ਹੈ। ਉਹ ਨਿਮਿਤ ਕਾਰਨ ਵੀ ਆਪ ਹੈ, ਜਿਵੇਂ ਮੱਕੜੀ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਮੱਕੜੀ ਦਾ ਸੂਖਮ ਸਰੀਰ ਹੈ, ਸਥੂਲ ਸਰੀਰ ਹੈ, ਦੋਨਾਂ ਸਰੀਰਾਂ ਨੂੰ ਨਿਮਿਤ ਕਾਰਨ ਤੇ ਉਪਾਦਾਨ ਕਾਰਨ ਵੀ ਉਹਦੇ ਮੁਖ ਚੋਂ ਜਿਹੜਾ ਜਾਲਾ ਕੱਢਿਆ ਸਥੂਲ ਸਰੀਰ ਹੈ ਜਿਹੜਾ ਉਹਦਾ, ਇਹ ਉਹਦਾ ਉਪਾਦਾਨ ਕਾਰਨ ਹੈ ਤੇ ਉਹਦਾ ਨਿਮਿਤ ਕਾਰਨ ਸਰੀਰ ਹੈ ਉਹਦਾ। ਤੇ ਵਾਹਿਗੁਰੂ ਆਪ ਹੈ। ਹੁਣ ਸਮੁੰਦਰ 'ਚ ਲਹਿਰ ਉੱਠਦੀ ਹੈ, ਉਹ ਲਹਿਰ ਦਾ ਉਪਾਦਾਨ ਕਾਰਨ ਵੀ ਆਪ ਹੈ, ਨਿਮਿਤ ਕਾਰਨ ਵੀ ਆਪ ਹੈ। ਚਲੋ ਤਾਂ ਹਵਾ ਬਣ ਗਈ ਉਹਦੇ ਕਰਕੇ ਹੋ ਜਾਂਦਾ ਹੈ। ਤੇ ਵਾਹਿਗੁਰੂ ਆਪ ਹੀ ਸੰਸਾਰ ਨੂੰ ਰਚ ਕੇ ਆਪਣੇ ਕਾਰਜ ਵਿੱਚ ਆਪ ਸਮਾਇਆ। ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਆਪ ਹੀ ਕਰਨ ਕਾਰਨ ਇੱਕ ਉਹੀ ਹੈ ਵਾਹਿਗੁਰੂ। ਜਿਨ ਕੀਆ ਆਕਾਰ, ਜਿਸ ਨੇ ਸੂਖਮ ਅਸਥੂਲ ਆਕਾਰ ਜਗਤ ਨੂੰ ਪੈਦਾ ਕੀਤਾ ਹੈ। ਗੁਰਸਿੱਖੋ, ਇਉਂ ਆਪਣੇ ਮਨ ਵਿੱਚ ਸਮਝ ਲਓ ਕਿ ਵਾਹਿਗੁਰੂ ਹੈ ਇਹਦਾ ਕਰਨ ਕਾਰਨ, ਉਹ ਤੋਂ ਬਿਨਾਂ ਕੋਈ ਨਹੀਂ ਹੈ। ਤਿਸਹਿ ਧਿਆਵਹੁ ਮਨ ਮੇਰੇ, हे ਮੇਰੇ ਮਨ, ਤਿਸੇ ਉਸ ਵਾਹਿਗੁਰੂ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੋ। ਸਰਬ ਕੋ ਆਧਾਰ, ਜਿਹੜਾ ਸਾਰਿਆਂ ਦਾ ਆਧਾਰ ਨਾਮ ਆਸਰੇ ਦਾ, ਜਿਹੜਾ ਸਾਰਿਆਂ ਦਾ ਆਸਰਾ ਰੂਪ ਹੈ। ਗੁਰ ਕੇ ਚਰਨ ਮਨ ਮਹਿ ਧਿਆਏ। हे ਗੁਰਸਿੱਖੋ, ਮਨ ਇਕਾਗਰ ਕਰਕੇ ਗੁਰੂ ਨਾਨਕ ਦੇ ਜਿਹੜੇ ਚਰਨ ਉਹ ਬੜੇ ਪਵਿੱਤਰ ਹੈ। ਉਹਨਾਂ ਚਰਨਾਂ ਕਮਲਾਂ ਨੂੰ ਗੁਰ ਕੇ ਚਰਨ ਮਨ ਮਹਿ ਧਿਆਏ। हे ਗੁਰਸਿੱਖੋ, ਆਪਣੇ ਮਨ ਕੀ ਇਹ ਅੰਤਿਸ਼ ਕਰਨ ਦੇ ਵਿੱਚ ਗੁਰੂ ਦੇ ਜਿਹੜੇ ਪਵਿੱਤਰ ਚਰਨ ਕਮਲ ਦੀਆਂ ਪੰਖੜੀਆਂ ਨਾਲੋਂ ਵੀ ਸੁੰਦਰ ਹੈ। ਉਹਨਾਂ 'ਚ ਭਗਤੀ ਦਾ ਮਕਰੰਦ ਰਸ ਹੈ। ਇਸ ਕਰਕੇ ਤੁਸੀਂ ਉਹਨਾਂ ਚਰਨਾਂ ਨੂੰ, ਗੁਰੂ ਨਾਨਕ ਦੇ ਚਰਨਾਂ ਨੂੰ, ਚਿੱਤ ਚਰਨ ਨਾਮ ਰੂਪੀ ਚਰਨ ਹੈ, ਤੇ ਉਹਨੂੰ ਧਿਆਉਣਾ ਕਰੋ ਤੁਸੀਂ। ਛੋੜ ਸਗਲ ਸਿਆਣਪਾ, ਬੁੱਧੀ ਦੀਆਂ ਸਾਰੀਆਂ ਸਿਆਣਪਾਂ ਨਾਮ ਚਤਰਾਈਆਂ ਛੱਡ ਦਿਓ। ਇਹ ਛੱਡਣ ਯੋਗ ਹਨ। ਸਾਚ ਸ਼ਬਦ ਲਿਵ ਲਾਏ, ਸਤਿਗੁਰਾਂ ਦੇ ਸ਼ਬਦ ਉਪਦੇਸ਼, ਸਤਿਗੁਰਾਂ ਦੇ ਸਾਚ ਸ਼ਬਦ, ਸੱਚਾ ਜਿਹੜਾ ਸੱਚਾ ਪਰਮੇਸ਼ਰ ਹੈ ਉਹਦੇ ਨਾਲ ਜੋੜਨ ਵਾਲਾ ਸ਼ਬਦ ਜਿਹੜਾ ਮੰਤਰ, ਗੁਰਮੰਤਰ ਹੈ, ਮੂਲ ਮੰਤਰ ਹੈ, ਬਾਣੀ ਹੈ। ਇਹਦੇ 'ਚ ਆਪਣੀ ਲਈ ਬਿਰਤੀ ਨੂੰ ਲਾਉਣਾ ਕਰੋ ਤੁਸੀਂ। ਅਸਥਾਈ ਦੇ ਕੇ ਫਰਮਾਉਂਦੇ ਹੈ, ਦੁੱਖ ਕਲੇਸ਼ ਨ ਭਉ ਵਿਆਪੈ। ਸੰਸਾਰ ਦੇ ਵਿੱਚ ਦੁੱਖ ਦੁਖੀ ਕਰਦੇ ਆ, ਕਲੇਸ਼ ਹੈ, ਡਰ ਵਿਆਪ ਰਿਹਾ ਹਰ ਵੇਲੇ ਜਿਹੜਾ। ਗੁਰਮੰਤਰ ਹਿਰਦੈ ਹੋਏ, ਇਹ ਨਾ ਵਿਆਪੈ, ਨਹੀਂ ਵਿਆਪੇਗਾ, ਨਾ ਭਉ ਵਿਆਪੈ। ਪਰ ਕਦੋਂ ਗੁਰਮੰਤਰ ਹਿਰਦੇ ਹੋਏ? ਜੇ ਤੁਹਾਡੇ ਹਿਰਦੇ 'ਚ ਗੁਰਮੰਤਰ, ਗੁਰੂ ਦਾ ਉਪਦੇਸ਼, ਵਾਹਿਗੁਰੂ ਗੁਰਮੰਤਰ ਹੈ, ਜਬ ਹਉਮੈ ਖੋਈ ਬਸਿਆ ਹੋਵੇਗਾ, ਤਾਂ ਤੁਹਾਨੂੰ ਜੰਮਣ ਮਰਨ ਦਾ ਦੁੱਖ, ਅਵਿਦਿਆ ਤੇ ਮਮਤਾ, ਰਾਗ, ਦਵੈਸ਼, ਅਭੀਨ ਵੇਸ਼, ਇਹ 5 ਕਲੇਸ਼, ਦੁੱਖ ਦੇ ਕਲੇਸ਼, 7 ਪ੍ਰਕਾਰ ਦਾ ਭਉ ਡਰ, ਉਹ ਨਾ ਵਿਆਪੈ, ਨਹੀਂ ਵਿਆਪੇਗਾ, ਲੱਗੇਗਾ ਨਹੀਂ ਤੁਹਾਨੂੰ। ਪਰ ਗੁਰਮੰਤਰ ਹਿਰਦੇ 'ਚ ਹੋਵੇ। ਕਲੇਸ਼ ਕਦੋਂ ਹੁੰਦਾ ਹੈ? ਜਦੋਂ ਸਾਡੇ ਹਿਰਦੇ 'ਚ ਗੁਰਮੰਤਰ ਨਹੀਂ, ਇਹਦਾ ਮਤਲਬ ਤਾਂ ਕਲੇਸ਼ ਹੋਏਗਾ। ਕਲੇਸ਼ਾਂ ਦਾ ਜਨਮ ਹੀ ਅਗਿਆਨ ਕਰਕੇ ਹੁੰਦਾ ਹੈ। ਗੁਰਮੰਤਰ ਹੋਏਗਾ, ਕਲੇਸ਼ ਨਹੀਂ ਹੋਏਗਾ। ਕੋਟ ਜਤਨਾ ਕਰ ਰਹੇ, ਬੜੇ ਲੋਕਾਂ ਨੇ ਯਤਨ ਉਪਾਵ ਕਰਕੇ ਦੇਖ ਲਏ, ਬੜੇ ਸਾਧਨ ਕੀਤੇ ਐ, ਕਰਕੇ ਹਾਰ ਗਏ ਹਨ। ਗੁਰ ਬਿਨ ਤਰਿਓ ਨ ਕੋਏ, ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਡੁੱਬੇ ਤਾਂ ਹੈ, ਤਰਿਆ ਕੋਈ ਨਹੀਂ, ਮੁਕਤ ਨਹੀਂ ਹੋਇਆ। ਸੰਸਾਰ ਸਮੁੰਦਰ 'ਚ ਗੋਤੇ ਖਾਦੇ ਐ, ਜੰਮਦੇ ਮਰਦੇ ਰਹੇ ਐ। ਕੋਈ ਜਿੰਨਾ ਮਰਜੀ ਬੁੱਧੀਵਾਨ ਹੈ, ਜਿਹੜਾ ਆਪਣਾ ਸਿਆਣਾ, ਕੋਈ ਯਤਨ ਕਰਕੇ ਦੇਖ ਲਵੇ, ਗੁਰੂ ਦੇ ਸ਼ਬਦ ਰੂਪੀ ਬੇੜੇ ਤੋਂ ਬਿਨਾਂ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬ ਕੇ ਮਰੇ ਹੈ, ਪਰ ਤਰਿਆ ਨਹੀਂ ਕੋਈ। ਸਤਿਗੁਰੂ ਨਿਰਲੇਪਤਾ ਵਾਲਾ ਉਹ ਅਹੁਦਾ ਦੇ ਦਿੰਦੇ ਹੈ, ਨਿਰਲੇਪਤਾ ਵਾਲਾ ਗੁਣ ਦੇ ਦਿੰਦੇ ਹੈ, ਜਿਵੇਂ ਕਮਲ ਦੇ ਵਿੱਚ ਹੈ, ਜਿਉਂ ਕਮਲ ਰਹਿ ਵਿੱਚ ਪਾਣੀ ਹੋਏ, ਉਹ ਸ਼ਬਦ ਦੁਆਰਾ ਹੁੰਦਾ ਹੈ। ਦੇਖ ਦਰਸ਼ਨ ਮਨ ਸਾਧਾਰੈ, ਸਤਿਗੁਰਾਂ ਦੇ ਦਰਸ਼ਨ ਨਾਮ ਦੀਦਾਰ ਦੇਖ ਕੇ ਮਨ ਸਹਿਤ ਆਸਰੇ ਦੇ ਹੋ ਜਾਂਦਾ ਹੈ ਜਾਂ ਸੁਧਰ ਜਾਂਦਾ ਹੈ, ਤੇ ਇਸ ਕਰਕੇ ਇਹ ਜਨਮ ਫਿਰ ਸਫਲਾ ਹੋ ਜਾਂਦਾ ਹੈ। ਹਾਂਜੀ, ਪਾਪ ਸਗਲੇ ਜਾਹੇ, ਤੇ ਜਿੰਨੇ ਪਾਪ ਕੀਤੇ ਜਨਮਾਂ ਜਨਮਾਤਰਾਂ ਦੇ, ਸਗਲੇ ਕੀਏ ਸਾਰੇ ਜਾਹੇ ਚਲੇ ਜਾਂਦੇ, ਨਿਮਿਰਤ ਹੋ ਜਾਂਦੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜੀ ਨੂੰ ਸੁਣਿਆ, ਵੇਖਿਆ,
ਸੇ ਫਿਰ ਗਰਭ ਵਾਸਨਾ ਭਰਿਆ ਰੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਓ ਤਨ ਕੈ ਬਲਿਹਾਰਣ, ਓ ਮੈਂ ਅਸੀਂ ਉਹਨਾਂ ਤੋਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਹੀ ਜਾਂਦੇ ਹਾਂ। ਜੇ ਗੁਰ ਕੀ ਪੈਰੀ ਪਾਹੇ, ਜਿਹੜੇ ਗੁਰੂ ਦੇ ਚਰਨੀ ਲੱਗੇ ਰਹਿਣ ਭਾਈ, ਗੁਰੂ ਨਾਨਕ ਦੇ ਚਰਨਾਂ ਤੋਂ ਟੁੱਟਣ ਨਾ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ 'ਚ ਪਾਹੇ ਪਿਆ ਹੋਇਆ ਹੈ। ਸਾਧ ਸੰਗਤ ਮਨ ਵਸੈ, ਸਾਧ ਸੰਗਤ ਵਿੱਚ ਸੱਚਾ ਗੁਰ ਪਰਮੇਸ਼ਰ ਮਨ ਦੇ ਵਿੱਚ ਬਸੈ, ਬਸ ਜਾਂਦਾ ਹੈ। ਤੇ ਜਾਵੇ ਸਾਧ ਸੰਗਤ ਮਨ ਵਸੈ, ਸਾਧ ਸੰਗਤ ਸੱਚਾ ਪਰਮੇਸ਼ਰ ਵਸੈ, ਬਸਦਾ ਹੈ। ਸੰਗਤ ਕਰਦਿਆਂ ਕਰਦਿਆਂ ਹੀ ਸਾਚ ਹਰ ਕਾ ਨਾਉ, ਸੰਗਤ ਕਰਦਿਆਂ ਕਰਦਿਆਂ ਸਤ ਸੰਗਤ ਦੁਆਰਾ ਸੱਚੇ ਹਰੀ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹ ਮਨ ਦੇ ਵਿੱਚ ਆ ਕੇ ਬਸ ਜਾਂਦਾ ਹੈ। ਤੇ ਇਹੋ ਅੱਖਰਾਂ ਦੀ ਲਮੰਤ ਹੈ ਜਿਹੜਾ ਮਨ ਨੂੰ ਫਿਰ ਜਿਹੜਾ ਸੱਚ ਨਾਉ ਦੇ ਅਰਥਾਂ ਦੇ ਨਾਲ ਜੋੜ ਕੇ ਪੂਰਾ ਸਪਸ਼ਟ ਹੋ ਜਾਂਦਾ ਹੈ। ਏ ਵਡ ਭਾਗੀ ਨਾਨਕਾ, ਉਹ ਵੱਡਿਆਂ ਭਾਗਾਂ ਵਾਲੇ ਨੇ ਭਾਈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕੌਣ? ਜਿਨ੍ਹਾਂ ਮਨ ਇਹੋ ਭਾਵ, ਜਿਨ੍ਹਾਂ ਦੇ ਮਨ ਦੇ ਵਿੱਚ ਭਾਵ ਨਾਮ ਪ੍ਰੇਮ ਦਾ ਜਾਂ ਪ੍ਰਕਾਸ਼ ਹੋ ਗਿਆ ਗਿਆਨ ਦਾ, ਉਹ ਵੱਡਿਆਂ ਭਾਗਾਂ ਵਾਲੇ ਹਨ। ਤੇ ਉਹ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਪਰਮੇਸ਼ਰ ਪ੍ਰਤੀ ਭਾਵਨਾ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਸਤ ਸੰਗੀਆਂ ਨੇ ਬੇਨਤੀ ਕੀਤੀ ਹੈ ਕਿ ਸੰਸਾਰੀ ਧਨ ਨਾਸਵਾਨ ਹੈ। ਆਪ ਜੀ ਨੇ ਇਹ ਫਰਮਾਨ ਕੀਤਾ, ਫੇਰ ਕਿਹੜਾ ਧਨ ਇਕੱਠਾ ਕਰੀਏ ਜਿਹੜਾ ਨਾਸ ਨਾ ਹੋਵੇ, ਜਾਂ ਫਿਰ ਦੇਵੀ ਦੇਵਤੇ ਜਿਹੜੇ ਇਹ ਵੀ ਨਾਸਵਾਨ, ਪੂਜਾ ਕਿਸ ਦੀ ਕਰੀਏ? ਹਿੰਦੂ ਮਤ ਦੇ ਅੰਦਰ ਦੇਵੀ ਦੇਵਤਿਆਂ ਦੀ ਪੂਜਾ ਹੈ। ਸੰਸਾਰ 'ਚ ਤਿਆਗਣ ਯੋਗ ਭੈੜੀ ਵਸਤੂ ਕਿਹੜੀ ਹੈ? ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਇਹ ਸ਼ਬਦ ਵਿੱਚ ਨਿਯਮ ਵਾਲੇ ਬਚਨ ਜਿਹੜੇ ਉਹ ਉਚਾਰਨ ਕੀਤੇ ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ। ਸੰਚ ਹਰ ਧਨ ਪੂਜ ਸਤਿਗੁਰ, ਲੈ ਭਾਈ ਇਕੱਠਾ ਕਰਨਾ ਤਾਂ ਨਾਮ ਰੂਪੀ ਧਨ ਇਕੱਠਾ ਕਰੋ, ਪਰਮੇਸ਼ਰ ਦਾ ਨਾਮ ਧਨ ਸੰਚੋ ਇਕੱਠਾ ਕਰੋ। ਜੇ ਪੂਜਾ ਕਰਨੀ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਪੂਜਾ ਕਰੋ ਤੇ ਗੁਰ ਪਰਮੇਸ਼ਰ ਪੂਜੀ ਹੈ। ਮਨ ਤਾਂ ਲਾਏ ਪਿਆਰ ਸਤਿਗੁਰਾਂ ਦੀ ਪੂਜਾ ਕਰਨੀ ਹੈ ਤੇ ਪੂਜ ਸਤਿਗੁਰ, ਸਤਿਗੁਰਾਂ ਦੀ ਪੂਜਾ ਕਰੋ। ਛੋੜ ਸਗਲ ਵਿਕਾਰ, ਸਾਰੇ ਵਿਕਾਰ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਨ, ਇਹਨਾਂ ਦਾ ਤਿਆਗਣ ਕਰੋ, ਇਹ ਤਿਆਗਣ ਯੋਗ ਹਨ। ਜਿਨ ਤੂੰ ਸਾਜ ਸਵਾਰਿਆ, ਜਿਨ ਜਿਸ ਵਾਹਿਗੁਰੂ ਨੇ ਤੇਰੇ ਅਸਥੂਲ ਸਰੀਰ ਨੂੰ ਸਾਜਿਆ, ਸੂਖਮ ਸਰੀਰ ਨੂੰ ਸਵਾਰਿਆ ਤੇ ਤੈਨੂੰ ਸੋਹਣਾ ਸ਼ਕਲ ਦਿੱਤੀ ਹੈ, ਸਥੂਲ ਸਰੀਰ ਦੀ ਅੰਗ ਪ੍ਰਤੰਗ ਤੇਰੇ ਬਣਾਏ ਨੇ, ਉਹਨਾਂ ਨੂੰ ਸਵਾਰਿਆ, ਸੋਹਣਾ ਬਣਾਇਆ। ਹੁਣ ਜੇ ਦੇਖੋ ਵੀ ਨੱਕ ਹੀ ਨਾ ਹੁੰਦਾ, ਕਿਹਾ ਜਾ ਲੱਗਦਾ ਬੰਦਾ ਭੈੜਾ ਬਦਸੂਰਤ ਨਾ ਹੁੰਦਾ, ਅੱਖਾਂ ਦੀਆਂ ਪਲਕਾਂ ਨਾ ਹੁੰਦੀਆਂ ਤੇ ਕਿਹਾ ਜਾ ਡਰਾਉਣਾ ਸਰੂਪ ਲੱਗਣਾ ਸੀ, ਕੰਨਾਂ ਦੇ ਛੇਜੇ ਨਾ ਹੁੰਦੇ ਕਰੂਪ ਲੱਗਣਾ ਸੀ ਨਾ, ਤੇ ਕੰਨ ਨਾ ਹੁੰਦੇ ਤੇ ਬੁੱਲ ਨਾ ਹੁੰਦੇ ਕਿਹਾ ਜਾ ਲੱਗਣਾ ਸੀ। ਇਹ ਪਰਮੇਸ਼ਰ ਨੇ ਆਦਮ ਸ਼ਕਲ ਸੁੰਦਰ ਬਣਾਈ ਹੈ, ਨਹੀਂ ਤਾਂ ਬਦਸੂਰਤ ਲੱਗਣਾ ਸੀ। ਉਹਦੀ ਕਿਰਪਾ ਨਾਲ ਤੈਨੂੰ ਸੁੰਦਰ ਸਰੂਪ ਬਖਸ਼ਿਆ, ਸਾਜ ਕੇ ਤੈਨੂੰ ਸਿਗਾਰਿਆ ਹੈ। ਪਹਿਲਾਂ ਸਾਜਣਾ ਕੀਤਾ, ਅਸਤੂਲ ਸਰੀਰ ਹੈ, ਸੂਖਮ ਸਰੀਰ ਹੈ, ਸੂਖਮ ਸਰੀਰ ਸਾਜਿਆ, ਫਿਰ ਅਸਤੂਲ ਸਰੀਰ ਸਾਜਿਆ। ਇਹ ਘਾੜਤ ਤਿਸਕੀ ਅਪਰਪਾਰ, ਉਹ ਵਾਹਿਗੁਰੂ ਐਸਾ ਪਰਮੇਸ਼ਰ ਜੀ ਨੇ ਤੈਨੂੰ ਸਵਾਰਿਆ ਹੈ। ਹਰ ਸਿਮਰ ਹੋਏ ਉਧਾਰ, ਉਹ ਹਰੀ ਪਰਮੇਸ਼ਰ ਦਾ ਨਾਮ ਸਿਮਰਨ ਕਰੇਗਾ ਤਾਂ ਤੇਰਾ ਭਲਾ ਹੋਏਗਾ, ਤਾਂ ਤੇਰਾ ਉਧਾਰ ਹੋਏਗਾ, ਮੁਕਤ ਹੋਏਗਾ। ਜਪ ਮਨ ਨਾਮ ਏਕ ਅਪਾਰ, ਇਹ ਮੇਰੇ ਮਨ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ, ਜੋ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਐਸਾ ਵਾਹਿਗੁਰੂ ਜੋ ਹੈ। ਪ੍ਰਾਨ ਮਨ ਤਨ ਜਿਨਹਿ ਜੀਆ, ਜਿਸ ਵਾਹਿਗੁਰੂ ਨੇ ਤੈਨੂੰ ਜਿਉਣ ਵਾਸਤੇ ਪ੍ਰਾਣ ਦਿੱਤੇ, ਆ ਜਿਹੜਾ ਸਾਹ ਚੱਲਦਾ ਹੈ, ਸੰਕਲਪ ਵਿਕਲਪ ਉਹ ਸ਼ਕਤੀ ਜਿਹੜੀ ਹੈ ਉਹ ਮਨ ਹੈ, ਉਹ ਦਿੱਤੀ ਤੈਨੂੰ। ਇਸ ਕਰਕੇ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਜਿਨ ਦੀਆ, ਜਿਸ ਵਾਹਿਗੁਰੂ ਨੂੰ ਸੁੰਦਰ ਸਰੀਰ ਦੀਆ ਦੇਣਾ ਕੀਤਾ ਹੈ, ਹਿਰਦੇ ਕਾ ਆਧਾਰ, ਉਹ ਪਰਮੇਸ਼ਰ ਨੂੰ ਹਿਰਦੇ ਹਿਰਦੇ ਦਾ ਆਧਾਰ ਆਸਰਾ ਬਣਾਉਣਾ ਕਰ। ਤੂੰ ਆਸਰਾ ਨਹੀਂ ਬਣਾ ਰਿਹਾ ਨਾਮ ਦਾ। ਰਹਾਉ ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ, ਕਾਮ ਕ੍ਰੋਧ ਅਹੰਕਾਰ ਮਤੇ, ਇਹਨੂੰ ਭਾਏ ਮਾਤੇ ਕਿਤੇ ਪੋਲਾ ਜਾਣਾ ਬਣ ਜਵੇ ਪਾਠ, ਇਹਨੂੰ ਕੱਸ ਕੇ ਬੋਲਣਾ ਮਾਤੇ। ਤੇ ਇਸ ਕਰਕੇ ਥੋੜਾ ਜਿਹਾ ਬਹੁਤਾ ਜ਼ਿਆਦਾ ਵੀ ਨਹੀਂ ਕਸਣਾ, ਉਨਾ ਮਾਤੇ ਵੀ ਜਿਹੜੀ ਮਾਤੇ ਨਾ ਬਣ ਜਵੇ। ਜੋ ਕਾਮ ਕ੍ਰੋਧ ਹੰਕਾਰ ਆਦਿ ਦੇ ਨਸ਼ੇ ਵਿੱਚ ਮਾਤੇ ਮਸਤ ਹੋਏ ਹੈ, ਤੇ ਐਸਾ ਜਿਹੜਾ, ਤੇ ਇਹਨਾਂ ਨੇ ਬਹੁਤ ਜਲਦੀ ਹੀ
ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਾਸ ਕਰਨ ਵਾਲੇ ਨੇ। ਜੋ ਵੀ ਕਾਮ ਕ੍ਰੋਧ ਆਦਿ ਦੇ ਨਸ਼ੇ ਦੇ ਚਮਾਤੇ ਮਸਤ ਹੋਇਆ ਨਾ ਕੋਈ ਜੀਵ, ਇਹਨਾਂ ਕਾਮ ਕ੍ਰੋਧ ਆਦਿ ਨੇ ਬਹੁਤ ਜਲਦੀ ਉਹਦਾ ਨਾਸ ਕਰ ਦੇਣਾ। ਕਈਆਂ ਦਾ ਕੀਤਾ ਹੈ, ਰਾਵਣ ਦਾ, ਕੈਰਵਾਂ ਦਾ, ਹਰਨਾਕਸ਼ ਦਾ, ਇਹ ਪ੍ਰਮਾਣ ਪ੍ਰਤੱਖ ਸਾਹਮਣੇ। ਤੇ ਸੰਸਾਰ ਦੇ ਵਿੱਚ ਜਿਹੜਾ ਵਾਹਿਗੁਰੂ ਹੈ ਵਿਆਪਿਆ ਸੰਸਾਰ, ਤੇ ਇਹ ਜਿਹੜੇ ਸੰਸਾਰ ਦੇ ਵਿੱਚ ਕਾਮ ਕ੍ਰੋਧ ਆਦਿ ਵਿਆਪਿਆ ਕੇ ਲੱਗੇ ਹੋਏ, ਜਿਸ ਕਰਕੇ ਜੀਵਾਂ ਨੂੰ ਸੰਸਾਰ ਜਗ ਦੇ ਜੰਮਣਾ ਮਰਨਾ ਪੈਂਦਾ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਫਿਰ ਅਸੀਂ ਕੀ ਕਰੀਏ, ਤਾਂ ਦੱਸੋ ਸਾਡੇ ਵਾਸਤੇ ਕੀ ਕਰਤੱਵ ਹੈ ਜਿਹਦੇ ਕਰਕੇ ਅਸੀਂ ਬਚ ਜਾਈਏ। ਮਹਾਰਾਜ ਸਾਹਿਬ ਜੀ ਦੱਸਦੇ ਨੇ, ਪਉ ਸੰਤ ਸਰਣੀ ਲਾਗ ਚਰਣੀ, ਜਿਹੜੇ ਸ਼ਾਂਤ ਆਤਮਾ ਸਾਸ ਗਰਾਸ ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁੱਲਦਾ, ਉਹਨਾਂ ਸੰਤ ਜਨਾਂ ਦੇ, ਜਾਂ ਗੁਰੂ ਰੂਪ ਸ਼ਾਂਤ ਗੁਰੂ ਹੈ ਜਿਹੜਾ ਸ਼ਾਂਤ ਰੂਪ ਹੈ, ਸੰਤ ਰੂਪ ਵੀ ਹੈ ਗੁਰੂ। ਤੇ ਇਸ ਕਰਕੇ ਗੁਰੂ ਦੀ ਚਰਨੀ ਲੱਗਣਾ ਪੈ, ਪਉ ਪੈਣਾ ਕਰ, ਪਰ ਆਪਣੀ ਹਉਮੈ ਦਾ ਤਿਆਗ ਸੀ, ਹਉਮੈ ਦਾ ਤਿਆਗ ਕਰਕੇ ਗੁਰੂ ਦੀ ਚਰਨੀ ਲੱਗਣਾ ਕਰ, ਤਾਂ ਫਿਰ ਤੁਹਾਡਾ ਮਿਟਾ ਦੁੱਖ ਅੰਧਾਰ, ਜੰਮਣ ਤੇ ਮਰਨ ਦਾ ਦੁੱਖ ਤੇ ਅੰਧਾਰ ਅਗਿਆਨ ਦਾ ਸੀ ਹਨੇਰਾ, ਇਹ ਨਾਸ ਹੋ ਜਾਏਗਾ। ਸਤ ਸੰਤੋਖ ਦਇਆ ਕਮਾਵੇ, ਲੈ ਭਾਈ ਕਹਿੰਦੇ ਆਹ ਇਹ ਕਮਾਈ ਸੱਚੀ ਕਰਨੀ, ਸਤ ਪ੍ਰਤੱਗੀ ਹੋਣਾ, ਝੂਠ ਨਾ ਬੋਲਣਾ, ਸੱਚ ਦੀ ਕਮਾਈ ਕਰਨੀ, ਸੰਤੋਖ ਸਬਰ ਰੱਖਣਾ, ਦਇਆ ਰਹਿਮ ਕਰਨਾ, ਇਤਿਆਦ ਕੇ ਇਹਨਾਂ ਗੁਣਾਂ ਦੀ ਕਮਾਈ ਕਰਨੀ। ਕਮਾਵੇ ਕਮਾਉਣਾ ਕਰੋ ਇਹਨਾਂ ਨੂੰ, ਇਹ ਕਰਨੀ ਸਾਰ, ਪਰ ਇਹੋ ਸਾਰ ਸ੍ਰੇਸ਼ਟ ਕਰਨੀ ਹੈ ਤੇ ਹੋਰ ਕਰਨੀਆਂ ਸ੍ਰੇਸ਼ਟ ਨਹੀਂ ਹਨ। ਸਤ ਸਤੀ ਦਾ ਦਰਜਾ ਸਾਰਿਆਂ ਤੋਂ ਉੱਚਾ ਮੰਨਿਆ। ਸਤਿਗੁਰੂ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ, ਕਹਿੰਦੇ ਵੀ ਚਿਖਾ ਦੇ ਚ ਜੜਨ ਵਾਲੀ ਜਿਹੜੀ ਹੈ, ਚਿਖਾ ਦੇ ਵਿੱਚ ਚਿਖਾ 'ਚ ਪੈ ਕੇ ਜਿਹੜੀ ਸੜਦੀ ਹੈ ਉਹ ਸਤੀ ਨਹੀਂ ਹੈ। ਸਤੀ ਉਹ ਹੈ ਜਿਹਨੇ ਸਤ ਰੱਖਿਆ। ਤੇਜੀ ਦਾ ਕਬੀਰ ਸਾਹਿਬ ਨੇ ਵੀ ਖੰਡਨ ਕੀਤਾ, ਗੁਰੂ ਸਾਹਿਬ ਨੇ ਵੀ ਖੰਡਨ ਕੀਤਾ। ਸਤੀਆਂ ਇਹ ਨਾ ਆਖਿਆ ਜੇ ਮੜਿਆਂ ਲੱਗ ਜਨਨ ਕਿਹਾ ਗੁਰੂ ਸਾਹਿਬ ਨੇ, ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹੋ ਰੇ ਦੇ ਵਿਚਾਰ। ਸਤ ਰੱਖੇ ਬਿਨਾਂ ਇਸਤਰੀ ਸਤੀ ਨਹੀਂ ਹੋ ਸਕਦੀ। ਪਤੀਵਰਤਾ ਧਰਮ ਨਿਭਾਉਣ ਵਾਲੀ ਉਹ ਸਤੀ ਦਾ ਦਰਜਾ ਉਹਨੂੰ ਪ੍ਰਾਪਤ ਹੁੰਦਾ ਹੈ। ਉਹਦੇ 'ਚ ਅਣਸੂਆ ਦਾ ਨਾਮ ਆਉਂਦਾ ਹੈ। ਪਤੀਵਰਤਾ ਧਰਮ ਦੇ ਪਰਪੱਕ ਸੀ। ਇਹ ਦਸ਼ ਪ੍ਰਜਾਪਤ ਦੀ ਲੜਕੀ ਸੀ ਤੇ ਇਹ ਜਿਹੜੀ ਸੀ ਅਤਰੇ ਰਿਸ਼ੀ ਨੂੰ ਵਿਆਹੀ ਗਈ। ਇਹਦੀ ਕੁੱਖ ਤੋਂ ਦੱਤਾਤਰੇय ਨੇ ਜਨਮ ਲਿਆ। ਦਰਵਾਸ਼ਾ ਵੀ ਇਹਦੀ ਕੁੱਖ ਤੋਂ ਜੰਮਿਆ। ਸੋਮ ਦੀ ਇਹ ਮਾਤਾ ਸੀ। ਇਹ ਆਪਣੇ ਪਤੀ ਦੇ ਨਾਲ ਚਿੱਤਰਕੂਟ ਪਹਾੜ ਦੱਖਣ ਵਾਲੇ ਪਾਸੇ ਰਹਿੰਦੀ ਸੀ, ਦੱਖਣ ਦੇ ਵਿੱਚ। ਇਹਦੇ ਸੱਤ ਨੂੰ ਤੋੜਨ ਵਾਸਤੇ ਈਰਖਾ ਆ ਗਈ। ਲక్ష్ਮੀ ਨੂੰ ਵੀ ਆ ਗਈ, ਪਾਰਵਤੀ ਨੂੰ ਵੀ ਆ ਗਈ, ਬ੍ਰਹਮਾਣੀ ਨੂੰ ਵੀ ਆ ਗਈ, ਬ੍ਰਹਮਾ ਦੇ ਘਰ ਵਾਲੀ ਨੂੰ, ਤੇ ਆਪਣੇ ਆਪਣੇ ਘਰ ਵਾਲੇ ਨੂੰ ਲੱਗੀਆਂ ਪ੍ਰੇਰਨ। ਦੇਖੋ ਕੈਸੀ ਨਿਖਿੱਧ ਬਾਤ ਹੈ। ਪ੍ਰੇਰਨ ਕੀ ਲੱਗੀਆਂ? ਕਹਿੰਦੇ ਜੀ ਅਣਸੂਆ ਦਾ ਜਿਹੜਾ ਸੱਤ ਤੋੜੋ ਤੁਸੀਂ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਦਾ ਅਣਸੂਆ ਦਾ ਤਿੰਨਾਂ ਲੋਕਾਂ ਦੇ ਜੋ ਪ੍ਰਤਾਪ ਛਾ ਗਿਆ, ਉਹਦੀ ਵਡਿਆਈ ਹੋ ਰਹੀ ਹੈ, ਸਾਤੋਂ ਸਹਿਨ ਨਹੀਂ ਹੁੰਦੀ। ਈਰਖਾ ਕਿੱਥੇ ਨਹੀਂ ਹੈ। ਘਰ ਵਾਲੀਆਂ ਦੇ ਆਖੇ ਲੱਗ ਕੇ ਇੱਥੇ ਵੀ ਲੋਕ ਲੱਗਦੇ ਆ, ਦੇਵਤੇ ਵੀ ਲੱਗ ਜਾਂਦੇ ਆ। ਵਿਸ਼ਨੂੰ ਜੀ, ਸ਼ਿਵ ਜੀ, ਪਾਰ ਇਹ ਜਿਹੜਾ ਬ੍ਰਹਮਾ ਜੀ, ਇਹ ਤਿੰਨੇ ਘਰ ਵਾਲੀਆਂ ਨੇ ਪ੍ਰੇਰਤੇ ਨਾ। ਵਿਸ਼ਨੂੰ ਜੀ, ਸ਼ਿਵ ਜੀ, ਬ੍ਰਹਮਾ ਜੀ, ਤਿੰਨੇ। ਇਹ ਜਿਹੜੀ ਦੱਤਾਤਰੇय ਦੀ ਮਾਤਾ ਸੀ ਅਣਸੂਆ, ਉਹਨੂੰ ਮੋਹਿਤ ਕਰਨ ਲਈ ਪਹੁੰਚ ਗਏ। ਇਹਨਾਂ ਨੂੰ ਦੇਖ ਕੇ ਅਣਸੂਆ ਹੁਣ ਉਹ ਸਤ ਪਰਤ ਗਈ ਸੀ। ਉਹ ਕਹਿਣ ਲੱਗੀ, ਹੇ ਪਰਮੇਸ਼ਰ, ਜੇ ਮੈਂ ਪਤੀਵਰਤਾ ਦੇ ਵਿੱਚ ਕਾਇਮ ਆ ਤਾਂ ਫਿਰ ਇਹ ਐਡੇ ਵੱਡੇ ਦੇਵਤੇ ਕਹਾਉਂਦੇ ਹੋਏ ਵੀ ਇਹ ਮੇਰਾ ਸੱਤ ਤੋੜਨ ਆਇਆ ਹੈ, ਤੇ ਇਹਨਾਂ ਨੂੰ ਫਿਰ ਛੋਟੇ ਛੋਟੇ ਬੱਚੇ ਬਣਾ ਦਿਓ। ਹੁਣ ਉਸੇ ਵੇਲੇ ਨਿੱਕੇ ਨਿੱਕੇ ਬੱਚੇ ਬਣ ਗਏ। ਤਿੰਨੇ ਭਮੂੜਿਆਂ 'ਚ ਪਾ ਤੇ ਖੜਾਈ ਜਾਂਦੀ ਆ। ਕਿਸੇ ਨੂੰ ਦੁੱਧ ਚੰਗਾ ਦਿੱਤਾ ਤੇ ਕਿਸੇ ਨੂੰ ਕੁਛ ਕਰਤਾ। ਤੇ ਉਹ ਹੁਣ ਉਧਰ ਹਨੇਰ ਪੈ ਗਿਆ, ਲక్ష్ਮੀ ਨੂੰ ਵੀ, ਪਾਰਵਤੀ ਨੂੰ ਵੀ। ਉਹਨਾਂ ਦੇ ਕੋਲ ਆ ਕੇ ਫਿਰ ਬੇਨਤੀਆਂ ਕਰਨ ਲੱਗੀਆਂ ਤੇ ਨਾਲੇ ਰੋਣ। ਅਣਸੂਆ ਕਹਿਣ ਲੱਗੀ, ਰੋਂਦੀਆਂ ਕਿਉਂ ਹੈ? ਵੀ ਇਹ ਮੇਰਾ ਧਰਮ ਭ੍ਰਸ਼ਟ ਕਰਨ ਆਏ ਸੀ। ਹੁਣ ਇਹ ਬੱਚੇ ਨੂੰ ਉਹ ਦੁਖੀ ਤਾਂ ਨਹੀਂ ਕਰਨਗੇ, ਪਾਲਣ ਕਰੂ। ਮੈਂ ਇਹਨਾਂ ਦੀ ਮਾਂ ਬਣ ਕੇ ਦਿਖਾਤਾ ਬਈ ਮਾਂ ਦੇ ਉੱਤੇ ਦ੍ਰਿਸ਼ਟੀ ਜਿਹੜੀ ਹੈ ਨਾ, ਜਰਮ ਆਉਂਦੀ ਹੈ ਨਾ ਫਿਰ ਮਾਂ। ਉਹ ਕਹਿੰਦੇ ਜੀ ਭੁੱਲ ਹੋ ਗਈ, ਸਾਤੋਂ ਹੀ ਹੋਈ ਹੈ, ਤੁਸੀਂ ਬਖਸ਼ ਦਿਓ। ਉਹਨੇ ਕਹਿੰਦਾ ਚਲੋ। ਫਿਰ ਅਣਸੂਆ ਨੇ ਫਿਰ ਉਸੇ ਪਹਿਲੇ ਵਰਗੇ ਸਰੀਰ ਬਣਾ ਦਿੱਤੇ। ਪਰ ਈਰਖਾ ਫੇਰ ਨਾ ਛੱਡੀ ਇਹਨਾਂ ਨੇ। ਈਰਖਾ ਬੜੀ ਬੁਰੀ ਚੀਜ਼ ਹੈ। ਉਹ ਤਿੰਨਾਂ ਨੂੰ ਪ੍ਰੇਰ ਕੇ ਫੇਰ ਅਣਸੂਆ ਦੇ ਕੋਲ ਭੇਜਤਾ ਤੇ ਦੁਬਾਰੇ ਸੱਤ ਤੋੜਨ ਵਾਸਤੇ। ਅਣਸੂਆ ਫਿਰ ਕ੍ਰੋਧਵਾਨ ਹੋ ਗਈ ਵੀ ਦੇਖੋ ਮੁੜ ਕੇ ਫੇਰ ਆ ਗਏ। ਤੇ ਜਿਸ ਵੇਲੇ ਲੱਗੀ ਸਰਾਪ ਦੇਣ,
ਉਹ ਸ਼ਰਾਪ ਦੇਣ ਤੋਂ ਪਹਿਲਾਂ ਕਹਿੰਦੇ ਵਿਸ਼ਨੂੰ ਤਾਂ ਬਰੋਟਾ ਬਣ ਗਿਆ, ਜਿਹੜਾ ਸ਼ਿਵ ਜੀ ਹੈ ਇਹ ਨਿੰਮ ਬਣ ਗਿਆ, ਜਿਹੜਾ ਬਰਮਾ ਹੈ ਪਿੱਪਲ ਬਣ ਗਿਆ। ਇਹ ਬ੍ਰਾਹਮਣ ਲੋਕ ਤਾਂ ਪਿੱਪਲ ਦੇ ਦੁਆਲੇ ਪ੍ਰਕਰਮਾ ਕਰਦੇ ਆ, ਧਾਗੇ ਧੂਗੇ ਵੀ ਬੰਨਦੇ ਆ ਵੀ ਇਹ ਜੀ ਬ੍ਰਾਹਮਣ ਹੈ। ਇਹਦੇ ਲੱਕੜੇ ਜੱਟਾਂ ਨੂੰ ਜਾਂ ਬਾਕੀ ਦੇ ਜਿਹੜੇ ਸੀ ਉਹ ਕੋਈ ਲੱਕੜ ਨਾ ਇਹਦੀ ਤੋੜਨ, ਕਿਉਂਕਿ ਬ੍ਰਾਹਮਣ ਹੈ। ਇਹਦਾ ਜੇ ਟੁੱਟ ਵੀ ਜਾਵੇ ਟਾਣਾ ਤਾਂ ਬ੍ਰਾਹਮਣ ਦੇ ਘਰ ਸਿੱਟ ਕੇ ਆਓ ਇੱਥੇ, ਉਹ ਸਾੜੂਗਾ ਇਹਨੂੰ ਚੁੱਲ੍ਹੇ ਦੇ ਵਿੱਚ। ਤੋ ਇਹ ਅਖਾਣਾ ਨੇ, ਇਹ ਪ੍ਰਸੰਗ ਨੇ ਆਪਾਂ ਨੂੰ ਇਹੋ ਜਿਹੀ ਮਿਥਿਆਤਾ ਜਾਂ ਸਚਾਈ ਇਹਦੇ ਦੋਨੇ ਪੱਖ ਛੱਡ ਕੇ ਆਪਾਂ ਸਿਧਾਂਤ ਕੱਢਣਾ ਇਹਦੇ ਵਿੱਚੋਂ ਵੀ ਸਤੀ ਕੈਸੀ ਹੁੰਦੀ ਹੈ। ਆਪਣਾ ਤਾਂ ਇੰਨਾ ਮਤਲਬ ਹੈ ਇਹਦੇ 'ਚ। ਉਸ ਕਰਕੇ ਫਿਰ ਉਦੋਂ ਦੀ ਫਿਰ ਤ੍ਰਿਵੇਣੀ ਲਾ ਕੇ ਲੋਕੀ ਇਹਦੀ ਪੂਜਾ ਕਰਦੇ ਆ ਵੀ ਇਹ ਤਿੰਨੇ ਦੇਵਤੇ ਨੇ। ਤਿੰਨਾਂ ਦੇ ਆਯੁਰਵੈਦਿਕ ਦੇ ਅਨੁਸਾਰ ਤਿੰਨਾਂ ਦੇ ਗੁਣਾਂ ਦਾ ਭੰਡਾਰ ਹੀ ਹੈ, ਤਿੰਨਾਂ ਦੇ ਗੁਣ ਇੰਨੇ ਨੇ ਇਹਨਾਂ ਦੇ ਵੈਦਿਕ ਦੇ ਹਿਸਾਬ ਸਿਰ। ਇਸ ਕਰਕੇ ਇਹ ਹੈ ਸਤ। ਅਨਸੂਆ ਨੇ ਜਿਹੜਾ ਰੱਖਿਆ ਸੰਤੋਖ ਹੈ ਜਿਹੜਾ, ਉਹਦੇ 'ਚ ਸੰਤੋਖੀ ਤਾਂ ਬਹੁਤ ਹੋਏ, ਪਰ ਜੇ ਉਹਦੇ ਵਿੱਚ ਚੁਣਕ ਰਿਸ਼ੀ ਹੋਇਆ ਇੱਕ, ਕਿਉਂਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਟ ਬਿਰਥੇ ਸਭ ਕਾਜੈ। ਚੁਣਕ ਰਿਸ਼ੀ ਸਤਯੁਗ ਦੇ ਵਿੱਚ ਹੋਇਆ। ਪਰਮੇਸ਼ਰ ਨੇ ਇਹ ਵਿਧਾਨ ਬਣਿਆ ਹੋਇਆ ਸੀ ਉਸ ਵੇਲੇ ਕਿ ਬ੍ਰਾਹਮਣ ਨਾ ਤਾਂ ਵਪਾਰ ਕਰੇ, ਨਾ ਨੌਕਰੀ ਕਰੇ, ਨਾ ਖੇਤੀ ਕਰੇ। ਕੀ ਕਰੇ ਬ੍ਰਾਹਮਣ? ਬ੍ਰਾਹਮਣ ਦਾ ਕਰਤੱਵ ਨਾਮ ਜਪਣਾ ਜਪਾਉਣਾ ਹੀ ਆ, ਜਪ ਤਪ ਕਰੇ ਤੇ ਮੰਗੇ ਨਾ, ਕਿਸੇ ਦੇ ਭਿੱਖਿਆ ਨਾ ਮੰਗੇ। ਇਹ ਵੀ ਬ੍ਰਾਹਮਣ ਦੇ ਨਿਯਮਾਂ 'ਚ ਲਿਖਿਆ। ਭੁੱਖ ਲੱਗੀ ਤੋਂ ਸਿਲਾ ਚੁਗ ਲਵੇ, ਧਰਤੀ ਤੇ ਡਿੱਗੀਆਂ ਚੱਲਾਂ। ਤਾਂ ਇਹ ਸਿਲਾ ਚੁੱਕ ਕੇ ਗੁਜ਼ਾਰਾ ਕਰਦਾ ਸੀ। ਚੁਣ ਕੇ ਰਿਖੀ ਇੱਕ ਵਾਰੀ ਐਸਾ ਹੋਏ 7 ਦਿਨ ਵਰਖਾ ਪੈਂਦੀ ਰਹੀ। ਆਪ ਹੈ, ਘਰ ਵਾਲੀ ਹੈ, ਲੜਕਾ ਹੈ, ਉਹਦੀ ਘਰ ਵਾਲੀ ਹੈ, ਜਣੀ ਨੂੰਹ ਹੈ, ਇਹਦੀ ਚਾਰੇ ਸੀ ਸਰੀਰ ਹੈ। ਹੁਣ 7 ਦਿਨ ਦੇ ਭੁੱਖੇ ਹੈ ਤਾਂ ਪਰਿਵਾਰ ਨੇ ਕਿਹਾ ਜੀ ਹੁਣ ਕੀ ਕੀਤਾ ਜਾਏ? ਕਹਿੰਦਾ ਕੋਈ ਨਹੀਂ, ਮੈਂ ਜਾਣਾ, ਵਰਖਾ ਹਟ ਗਈ ਹੈ। ਕੀੜਿਆਂ ਦੇ ਪਾਉਣ ਦੇ ਉੱਤੇ ਸੱਤੂਆਂ ਦੇ ਛੱਲੜ ਪਏ, ਇਹ ਇਕੱਠੇ ਕਰਕੇ ਲਿਆਇਆ। ਇਕੱਠੇ ਕਰਕੇ ਲਿਆ ਕੇ ਏਕਤਾ ਸੀ ਪਰਿਵਾਰ ਦੀ। ਇਹ ਨਹੀਂ ਵੀ ਕੋਈ ਵਸਤੂ ਦੇਖੀ ਤੇ ਇਕੱਲਾ ਹੀ ਕਹਿੰਦਾ ਹੁਣ ਮੈਂ ਹੀ ਖਾ ਲਾਂ। ਪਹਿਲਾਂ ਉਹਨੇ ਕੁੰਡੇ 'ਚ ਪਾ ਕੇ ਉਹਨੂੰ ਰਗੜਨਾ ਤੇ ਪਾਣੀ ਪਾ ਕੇ ਘੋਟ ਕੇ 5 ਛੰਨੇ ਬਣਾ ਲਏ ਉਹਦੇ। ਇਹ ਨਿਯਮ ਸੀ ਉਹਦਾ। ਪਰਮੇਸ਼ਰ ਦੇ ਨਿਮਿਤ ਕਿਸੇ ਨੂੰ ਛਕਾ ਕੇ ਫੇਰ ਛਕਦਾ ਸੀ ਪਰਿਵਾਰ, ਜਿਵੇਂ ਗੁਰੂ ਸਾਹਿਬ ਨੂੰ ਭੋਗ ਲਵਾ ਕੇ ਛਕਦੇ ਆਪਾਂ ਗੁਰਸਿੱਖਾਂ ਦੇ ਮੂੰਹ ਪਾ ਕੇ। ਇੰਨੇ ਨੂੰ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਉਹ ਪਰਮੇਸ਼ਰ ਇਮਤਿਹਾਨ ਸੀ। ਆ ਗਿਆ ਪਰਮੇਸ਼ਰ ਤੇ ਆ ਕੇ ਕਹਿਣ ਲੱਗਿਆ ਵੀ ਮੈਨੂੰ ਭੁੱਖ ਬੜੀ ਲੱਗੀ ਹੈ, ਮੇਰੇ ਤੇ ਦਇਆ ਕਰੋ। 5 ਛੰਨੇ ਬਣਾਏ ਹੋਏ ਸੀ ਤੇ ਕਹਿਣ ਲੱਗੇ ਜੀ ਕੋਈ ਬਾਤ ਨਹੀਂ, ਇਸ ਤਰ੍ਹਾਂ ਡੀਕ ਰਹੇ ਸੀ। ਉਹ ਚੰਦਰ ਨਾਮ ਦਾ ਬ੍ਰਾਹਮਣ ਬਣ ਕੇ ਆਇਆ ਸੀ, ਇਹ ਚੰਦਰ ਸੀ ਉਹਦਾ ਨਾਮ। ਤੇ ਕਹਿਣ ਲੱਗੇ ਜੀ ਕੋਈ ਬਾਤ ਨਹੀਂ ਹੈਗੀ, ਆਪਣੇ ਕੋਲ ਤਾਂ ਤਿਆਰ ਪਿਆ ਛੰਨਾ ਤੋਂ ਬਾਅਦ, ਤੁਹਾਡੇ ਨਿਮਿਤ ਹੀ ਹੈ, ਰੱਬ ਦੇ ਨਿਮਿਤ ਛਕ ਲਓ। ਉਹ ਖਾ ਪੀ ਕੇ ਕਹਿੰਦਾ ਮੇਰੀ ਤਾਂ ਭੁੱਖ ਨਹੀਂ ਅਜੇ ਮਿਟੀ। ਚੁਣਕ ਰਿਸ਼ੀ ਕਹਿੰਦਾ ਮੇਰੇ ਵਾਲਾ ਲੈ ਲੈ, ਕਿਉਂਕਿ ਇਹ ਵੰਡ ਚੁੱਕਿਆ ਮੈਂ, ਹੁਣ ਮੈਂ ਇਹਨਾਂ ਦਾ ਲੈ ਨਹੀਂ ਸਕਦਾ, ਮੇਰੇ ਵਾਲਾ ਸਾਂਭ ਲੈ। ਉਹ ਕਹਿੰਦਾ ਮੇਰੀ ਤਾਂ ਭੁੱਖ ਅਜੇ ਵੀ ਨਹੀਂ ਮਿਟੀ। ਉਹ ਜਿਹੜਾ ਫਿਰ ਲੜਕਾ ਸੀ ਉਹਦਾ ਲੜਕਾ ਲਾਇਕ ਸੀ, ਉਹਨੇ ਕਿਹਾ ਪਿਤਾ ਜੀ ਮੇਰੇ ਵਾਲਾ ਵੀ ਦੇ ਦਿਓ। ਉਹਨੇ ਵੀ ਦੇ ਦਿੱਤਾ। ਉਹ ਘਰ ਵਾਲੀ ਕਹਿੰਦੀ ਨਹੀਂ ਨਹੀਂ ਬੇਟਾ ਤੂੰ ਛਕ ਲੈ, ਮੈਂ ਆਪਣੇ ਵਾਲਾ ਛੰਨਾ ਦੇਣੀ ਆ, ਮੇਰਾ ਧਰਮ ਹੈ, ਜੇ ਮੇਰਾ ਪਤੀ ਭੁੱਖਾ ਰਹੂ ਮੈਂ ਤਾਂ ਖਾ ਹੀ ਨਹੀਂ ਸਕਦੀ। ਉਹਨੇ ਘਰ ਵਾਲੀ ਨੇ ਦੇ ਦਿੱਤਾ ਛੰਨਾ, ਲੜਕੇ ਨੇ ਦੇ ਦਿੱਤਾ। ਮੁੱਕਦੀ ਗੱਲ ਵੀ ਉਹਦੀ ਨੂੰਹ ਨੇ ਵੀ ਸਬਰ ਵਾਲੇ ਸੀ। 5 ਦਾ ਗੱਫਾ ਛਕ ਕੇ ਆਨੰਦਿਤ ਹੋ ਗਿਆ। ਫਿਰ ਦੇਖਦਾ ਰਿਹਾ ਵੀ ਇਹਨੂੰ ਗੁੱਸਾ ਆਉਂਦਾ ਕਿ ਨਹੀਂ, ਵੀ ਕਿਹਾ ਜਾ ਬਾਹਮਣ ਆ ਗਿਆ ਵੀ ਸਾਰਾ ਹੀ ਖਾ ਪੀ ਗਿਆ। ਉਹ ਪ੍ਰਸੰਨ ਰਹੇ, ਕਹਿੰਦੇ ਜੀ ਬੜੀ ਕਿਰਪਾ ਕੀਤੀ ਤੁਸੀਂ, ਸਾਡਾ ਅੱਜ ਦਿਨ ਸਫਲਾ ਹੋ ਗਿਆ। ਕਹਿੰਦੇ ਹੁਣ ਅਸੀਂ ਜਪ ਤਪ ਹੀ ਜੇ ਉਸੇ ਵੇਲੇ ਪ੍ਰਮਾਤਮਾ ਨੇ ਆਪਣਾ ਸਰਗੁਣ ਸਰੂਪ ਦਿਖਾਇਆ। ਕਹਿਣਗੇ ਚੁਣਕ ਰਿਸ਼ੀ ਤੇਰੇ ਸਤ ਦੀ ਚਾਰੇ ਯੁੱਗਾਂ 'ਚ ਗੱਲ ਚੱਲਦੀ ਰਹੂਗੀ, ਤੇਰੇ ਸੰਤੋਖ ਦੀ। ਤੇਰਾ ਸੰਤੋਖ, ਤੇਰਾ ਸਤ ਪ੍ਰਤੱਗੀ ਹੋਣਾ ਦਰਗਾਹੇ ਪ੍ਰਵਾਨ ਹੈ। ਅੱਜ ਤੋਂ ਬਾਅਦ ਤੂੰ ਭੁੱਖਾ ਨਹੀਂ ਮਰੇਗਾ। ਹੁਣ ਤੋਂ ਚਾਰੇ ਪਦਾਰਥ ਬਖਸ਼ ਦਿੱਤੇ ਜਿਵੇਂ ਸਦਾਮੇ ਨੂੰ ਬਖਸ਼ੇ ਸੀ। ਤੋ ਇਸ ਕਰਕੇ ਸੰਤੋਖ ਜਿਹੜਾ ਹੈ ਇਹ ਪਰਮੇਸ਼ਰ ਵਾਹਿਗੁਰੂ ਦੀ ਬੜਮੁੱਲੀ ਦਾਤ ਹੈ। ਸਤ ਸੰਤੋਖ ਤੇ ਤੀਸਰੀ ਰਹੇਗੀ ਦਇਆ। ਇਹ ਜਿਹੜੀ ਦਇਆ ਹੈ, ਮੂੰਹ ਤੇ ਪੱਟੀਆਂ ਬੰਨ ਲੀਆਂ, ਅੱਖਾਂ ਤੇ ਪੱਟੀਆਂ ਬੰਨ ਲੀਆਂ, ਕੱਪੜੇ ਪਾ ਲਏ ਜੀ ਅਸੀਂ ਦੇਵਿਆ, ਕੀੜੇ ਦੇ ਪੈਰ ਨਹੀਂ ਰੱਖਦੇ, ਅਸੀਂ ਜੀ ਝੂਠਾ ਮੰਗ ਕੇ ਖਾਂਦੇ ਆ ਕਿ ਆਹ ਖਾਂਦੇ ਆ। ਇਹ ਦਇਆ ਨੇ ਹਿੰਦੁਸਤਾਨ ਗੁਲਾਮ ਕਰ ਦਿੱਤਾ ਸੀ। ਦਇਆ ਅਸਲ 'ਚ ਉਹ ਹੈ ਵੀ 7 ਦਿਨਾਂ ਦੇ ਭੁੱਖਿਆਂ ਨੇ ਬੱਲੋ ਦੇ ਹੈਡ ਤੇ ਜਾ ਕੇ ਗਿਲਜਿਆਂ ਨੂੰ ਘੇਰਿਆ। 7 ਦਿਨਾਂ ਦੇ ਭੁੱਖਿਆਂ ਨੇ ਰੋਟੀ ਨਹੀਂ ਸੀ ਖਾਧੀ। ਲੰਮੇ ਪ੍ਰਸੰਗ ਨੂੰ ਸੁਣਿਆ ਪਿੱਛੇ ਤੁਸੀਂ। ਉਹ ਕੰਨਿਆ ਛੜਾਈਆਂ 18,000 ਗਿਣਤੀ ਸੀ। ਦੁਆਪਰ ਭਗਵਾਨ ਕ੍ਰਿਸ਼ਨ ਜੀ ਨੇ 16,000 ਕੰਨਿਆ ਭੂਮਾ ਸਰਦੈ ਤੋਂ ਛੜਾਈ, ਖਾਲਸੇ ਨੇ 18,000 ਛੜਾਈ ਹੈ।
ਤੇ ਇਹ ਵੀ ਆਉਂਦਾ ਵੀ ਇੱਕ ਵਾਰੀ 22,000 ਵੀ ਛੜਾ, ਇੱਕ ਵਾਰੀ 28,000, ਇਸ ਤਰ੍ਹਾਂ ਦੀ ਆਉਂਦਾ ਵੀ 18,000 ਦੀ ਗੱਲ ਜ਼ਿਆਦਾ ਪ੍ਰਸਿੱਧ ਹੈ ਤੇ 3 ਵਾਰੀ ਛਡਾਈਆਂ ਹੋਣਗੀਆਂ, ਬੜੀ ਗੱਲ ਨਹੀਂ। ਕਹਿਣ ਤੋਂ ਭਾਵ ਇਹ ਹੈ ਦਇਆ। 7 ਦਿਨਾਂ ਦੇ ਭੁੱਖਿਆਂ ਨੇ ਜਿਹੜੀ ਕਮਾਈ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜਿਆ ਜਬਲਾ ਘਟ ਮੈਂ ਪ੍ਰਾਣ, ਇਹ ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ ਇਹ ਸ੍ਰੇਸ਼ਟ ਹੈ ਕਰਨੀ, ਇਹ ਕਰਿਆ ਕਰੋ। ਮਹਾਰਾਜ ਕਹਿੰਦੇ ਆਪ ਛੋੜ ਸਭ ਹੋਏ ਰਹਿਣਾ। ਹਾਂ, ਇੱਕ ਗੱਲ ਹੈ ਭਾਈ, ਜੇ ਤੁਸੀਂ ਹੰਕਾਰ ਦੇ ਵਿੱਚ ਵਰਤੋਗੇ ਫਿਰ ਤੁਹਾਡਾ ਕਰਮ ਲੇਖੇ ਨਹੀਂ ਪੈਣਾ। ਹੰਕਾਰ ਦੇ ਵਿੱਚ ਜਿਹੜਾ ਹੰਕਾਰ ਤੇ ਸੱਪ ਦਾ ਫਰਾਟਾ ਹੈ। ਹੰਕਾਰ ਜਦੋਂ ਹੰਕਾਰ ਚੜ ਜਾਏ ਹਿਰਦੇ 'ਚ ਨਾ, ਜਿਵੇਂ ਸੱਪ ਫਣ ਤਾਣਦਾ, ਫਿਰ ਐ ਆਉਂਦਾ ਕਹਿੰਦਾ ਵੀ ਡੰਗ ਦਿਓ ਜਿਹੜਾ ਮੂਹਰੇ ਆ ਗਿਆ। ਇਸ ਕਰਕੇ ਨਾ ਆਪ ਛੋੜ, ਆਪਾ ਛੱਡ ਕੇ, ਆਪ ਛੋੜ ਕੇ ਹੰਕਾਰ ਛੱਡ ਕੇ ਸਾਰਿਆਂ ਦੀ ਚਰਨ ਧੂੜ ਹੋਏ ਰਹਿਣਾ। ਤੋ ਇਸ ਕਰਕੇ ਸਾਧ ਜੀ ਤੇ ਕਈ ਗੁਰਮੁਖ ਇਹ ਜਿਹੇ ਤੁਹਾਡੇ ਵਿੱਚ ਹੀ ਨਾ ਦਰਵੇਸ਼ ਹੈ ਜਿਹੜਾ, ਦੇਖ ਲਓ ਕੋਈ ਬਾਤ ਨਹੀਂ, ਘਾਟ ਨਹੀਂ, ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਇਹਦੇ ਨਾਲ ਕੋਈ ਧੱਕਾ ਕਰੇ ਤੈਨੂੰ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਇਹ ਇਸ ਤਰ੍ਹਾਂ ਦੇ ਗੁਆਂਢੀਆਂ ਦੇ ਗੁਣ ਧਾਰਨ ਕਰੀਦੇ, ਮਹਾਰਾਜ ਦੀ ਕਿਰਪਾ ਜਿਨ੍ਹਾਂ ਦੇ ਉੱਤੇ। ਤੋ ਇਸ ਕਰਕੇ ਸਾਰਿਆਂ ਦੀ ਚਰਨ ਧੂੜ ਬਣ ਕੇ ਰਹੇ ਜੇ। ਜਿਸ ਦੇ ਪ੍ਰਭ ਨਿਰੰਕਾਰ, ਪਰ ਇਹ ਅਮੋਲਕ ਦਾਤ ਹੈ। ਹੁਣ ਇਹ ਨਹੀਂ ਇੱਥੇ ਆ ਕੇ ਤੈਨੂੰ ਸਿੱਖੀ, ਤਾਂ ਰੱਬ ਨੇ ਸਿਖਾ ਕੇ ਭੇਜਿਆ। ਤੇ ਇੱਕ ਨਾ ਮਤ ਖੁਦਾਏ ਦੀ, ਇੱਕ ਨਾ ਸਿੱਖ ਲਈ, ਉਹ ਵੀ ਚੰਗਾ ਜਿਹੜਾ ਸਿੱਖ ਲਵੇ ਦੂਜੇ ਤੋਂ। ਕਹਿੰਦੇ ਇੱਕ ਮੂਰਖਾਂ ਆਪੋ ਆਪਣੀ ਪੱਥਰ ਬੂੰਦ ਪਈ ਨਾ ਪਈ। ਇੱਕ ਪੱਥਰ ਨੇ ਜਿਹਨਾਂ ਦੇ ਉੱਤੇ ਸਿੱਖਿਆ ਅਸਰ ਹੀ ਨਹੀਂ ਕਰਦੀ, ਚਾਹੇ ਗੁਰੂ ਦੀ ਸਿੱਖਿਆ ਸੁਣਾਈ ਜਾਓ, ਦੇਵਤਿਆਂ ਦੀ ਸੁਣਾਈ ਜਾਓ, ਆਪ ਸੁਣਾਈ ਜਾਓ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ, ਉਹ ਪੱਥਰ ਨੇ। ਤੋ ਇਸ ਕਰਕੇ ਭਾਈ ਗੁਰੂ ਕੇ ਸਿੱਖ ਹੈ। ਜੇ ਗੁਰਬਾਣੀ ਦੀ ਕਥਾ ਸੁਣਦੇ ਹੋ, ਪੋਥੀਆਂ ਪ੍ਰਕਾਸ਼ ਕੀਤੀਆਂ, ਤਾਂ ਸਿੱਖਿਆ ਅਮਲ ਦੇ ਵਿੱਚ ਲਿਆਓ। ਜਿਹੜੀ ਦਵਾਈ ਸਰਾਣੇ ਲਿਆ ਕੇ ਰੱਖ ਲਈ, ਡਾਕਟਰ ਦਾ ਤਾਂ ਦਵਾਈ ਦਾ ਤਾਂ ਕੋਈ, ਉਹਦਾ ਤਾਂ ਕਸੂਰ ਹੀ ਨਹੀਂ ਦੋਨਾਂ ਦਾ। ਦਵਾਈ ਖਾਧੀ ਨਹੀਂ, ਫਾਇਦਾ ਨਹੀਂ ਹੋਇਆ, ਬਿਮਾਰੀ ਬਣੀ ਰਹੀ। ਗੁਰੂ ਸਾਹਿਬ ਦੀ ਇਹ ਦਵਾਈ ਜਿਹੜੀ ਹੈ ਸਿੱਖਿਆ ਦੀ, ਇਹਨੂੰ ਅਮਲ ਵਿੱਚ ਲਿਆਉਣਾ ਆਪਾਂ ਨੇ ਸਾਰਿਆਂ ਨੇ। ਆਪ ਛੋੜ ਸਭ ਹੋਏ ਰਹਿਣਾ, ਸਭ ਦੀ ਚਰਨ ਧੂੜ ਬਣੇ ਰਹੋ। ਜਿਸ ਦੇ ਪ੍ਰਭ ਨਿਰੰਕਾਰ, ਨਿਰਆਕਾਰ ਵਾਹਿਗੁਰੂ ਹੈ, ਜਿਹਨੂੰ ਇਹ ਦਾਤ ਦੇਵੇ ਭਾਈ, ਬ੍ਰਹਮ ਦ੍ਰਿਸ਼ਟੀ ਦੇ ਦੇਵੇ ਜਿਨ੍ਹਾਂ ਨੂੰ। ਜੋ ਦਿਸੈ ਸੋ ਸਗਲ ਤੂੰ ਹੈ, ਐਸੀ ਦ੍ਰਿਸ਼ਟੀ ਹੋ ਜਾਏ ਕਿ ਵਾਹਿਗੁਰੂ ਜੋ ਵੀ ਮੈਂ ਦੇਖਦਾ ਇਹ ਸਭ ਕੁਝ ਤੂੰ ਹੀ ਹੈ ਪਸਰਿਆ ਹੋਇਆ। ਪਸਰਿਆ ਪਾਸਾਰ, ਇਹ ਸੰਸਾਰ ਦਾ ਪਸਾਰਾ ਜਿਹੜਾ ਪਸਰਿਆ ਹੋਇਆ ਹੈ, ਇਹ ਜੋ ਦਿਸ ਰਿਹਾ ਹੈ, ਇਹ ਸਗਲ ਰੂਪ ਤੂੰ ਆਪ ਹੀ ਹੈ ਮਹਾਰਾਜ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਅਧਿਕਾਰੀ ਤੈਨੂੰ ਉਪਦੇਸ਼ ਦਿੰਦੇ ਆ ਕਿ ਜਿਵੇਂ ਸ਼ਾਮ ਵੇਦ ਹੈ ਨਾ, ਉਹਦੇ ਚ ਤਤਵਮਸੀ ਮਹਾਵਾਕ ਆਉਂਦਾ ਹੈ। ਤਤਵਮਸੀ ਮਹਾਵਾਕ ਹੈ ਜਿਹੜਾ ਤਤਵਮਸੀ ਕਹਿਣ ਦੇਣ, ਇਹ ਇਕੱਠਾ ਹੈ। ਇਹਨੂੰ ਪਦਛੇਦ ਕਰੋਗੇ, ਤਤ, ਤੁਯੰ ਤੇ ਅਸਪਤ 3 ਬਣ ਜਾਣਗੇ। ਤਤਪਦ ਈਸ਼, ਤਤਪਦ ਜੀਵ ਦਾ ਵਾਚਿਆ ਅਰਥ ਬਣ ਜਾਊਗਾ। ਤਤਪਦ ਜੀਵ ਤੇ ਤਤਪਦ ਈਸ਼, ਤਤਪਦ ਈਸ਼ ਦਾ ਵਾਚਿਆ ਅਰਥ ਹੈ। ਤਤਪਦ ਈਸ਼, ਤਤਪਦ ਕਹਿੰਦਾ ਈਸ਼ਵਰ ਦਾ ਵਾਚਿਆ ਅਰਥ ਆ ਗਿਆ। ਜੀਵ ਤੋਏ ਪਦ ਜੀਵ ਦਾ ਵਾਚਿਆ ਅਰਥ ਹੈ। ਅਸਪਦ ਬ੍ਰਹਮ ਦਾ ਵਾਚਿਆ ਅਰਥ ਹੈ। ਤਤਪਦ ਇਹ ਇਹਨਾਂ ਤਿੰਨਾਂ ਨੂੰ ਇਕੱਠੇ ਕਰਕੇ ਅਸਪਦ ਬ੍ਰਹਮ ਕਹਾਵਾ ਹੈ। ਅਸਪਦ ਜਿਹੜਾ ਬ੍ਰਹਮ ਦਾ ਵਾਚਿਆ ਅਰਥ ਆ ਗਿਆ। ਮਾਇਆ ਕੇ ਜੇ ਭੇਤੀ ਨਾ ਏਕ ਹੈ ਵੇਦ ਬਤਾਵੇ, ਤਤਵਮਸੀ ਇਕੱਠਾ ਹੋ ਗਿਆ। ਇਹ ਜਿਹੜਾ ਮਹਾਵਾਕ ਉਹਦਾ ਸਾਰ ਅੰਸ਼ ਇੱਥੇ ਮਹਾਰਾਜ ਕੱਢ ਕੇ ਦੇ ਰਹੇ ਕਿ ਜਿਵੇਂ ਤਤਵਮਸੀ ਮਹਾਵਾਕ ਹੈ, ਉਹਦੇ ਚ ਆਤਮਾ ਦਾ ਉਪਦੇਸ਼ ਹੈ ਕਿ ਤੂੰ ਬ੍ਰਹਮ ਰੂਪ ਹੀ ਹੈ, ਪਸਰਿਆ ਪਾਸਾਰ। ਜੋ ਤੇਰੇ ਸਰੀਰ ਵਿੱਚ ਆਤਮਾ ਹੈ, ਇਹੀ ਤੇਰਾ ਆਪਣਾ ਆਤਮ ਸਰੂਪ ਹੈ। ਇਹ ਤੇਰਾ ਆਪਣਾ ਆਤਮ ਸਰੂਪ ਹੈ। ਦੂਜਿਆਂ ਦੇ ਵਿੱਚ ਜਿਹੜੀ ਆਤਮਾ ਇਹ ਵੀ ਤੇਰਾ ਆਪਣਾ ਰੂਪ ਹੈ। ਇਸ ਕਰਕੇ ਸਾਰਿਆਂ ਦੇ ਇੱਕੋ ਹੀ ਹੈ। ਇਹ ਮਹਾਵਾਕ ਦਾ ਉਪਦੇਸ਼ ਹੈ ਜੀ। ਕਹੋ ਨਾਨਕ ਗੁਰ ਭਰਮ ਕਾਟਿਆ। ਪਰ ਜਦੋਂ ਗੁਰੂ ਸਾਹਿਬ ਨੇ ਭਰਮ ਜਿਹੜਾ ਸੀ 5 ਪ੍ਰਕਾਰ ਦਾ, ਜਦੋਂ ਕਿਸੇ ਚੀਜ਼ ਨੂੰ ਕੱਟਦੇ ਹੋ, ਉਹ ਕੱਟਣ ਤੋਂ ਮਤਲਬ ਹੀ ਅਲੱਗ ਕਰ ਦਿੱਤੀ, ਕੱਟ ਦਿੱਤੀ। ਜਿੱਥੇ ਉਹ ਜੁੜੀ ਹੋਈ ਸੀ ਉਹਨੂੰ ਅਲੱਗ ਕਰ ਦਿੱਤਾ। ਜਿਹੜੇ ਅਗਿਆਨ ਦੇ ਨਾਲ ਅਸੀਂ ਜੁੜੇ ਹੋਏ ਸੀ ਉਹ ਕੱਟ ਦਿੱਤਾ, ਅਲੱਗ ਕਰ ਦਿੱਤਾ, ਸਾਡੀ ਸਿਖਿਆਤਾਕਾਰ ਕਰ ਦਿੱਤੀ ਹੈ। ਕਹੋ ਨਾਨਕ ਗੁਰ ਭਰਮ ਕਾਟਿਆ, ਜਦੋਂ ਗੁਰੂ ਸਾਹਿਬ ਨੇ ਹਿਰਦੇ ਜੋ ਭਰਮ ਕੱਟ ਦਿੱਤਾ ਹੈ। ਸਗਲ ਬ੍ਰਹਮ ਵਿਚਾਰ, ਇਹ ਸਾਰਿਆਂ ਦੇ ਵਿੱਚ ਬ੍ਰਹਮ ਜਿਹੜਾ ਦਿਸਣ ਲੱਗ ਗਿਆ, ਇਹ ਵਿਚਾਰ ਪ੍ਰਾਪਤ ਹੋ ਗਈ। ਜਤਰ ਜਤਰ ਮਨੋ ਜਾਤੇ, ਤਤਰ ਤਤਰ ਬ੍ਰਹਮ ਦ੍ਰਿਸ਼ਟਾ ਸੀ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਇਹ ਦ੍ਰਿਸ਼ਟੀ ਆਉਣ ਲੱਗ ਪਿਆ ਹੈ। ਸ੍ਰੀ ਰਾਗ ਮਹੱਲਾ 5ਵਾਂ। ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਅੱਗੇ ਸ਼ਬਦ ਉਚਾਰਨ ਕਰਦੇ ਹੈ
ਤੇ ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਭਗਤ ਸਦਾਉਂਦੇ ਆ, ਕਿ ਉਹ ਸਾਰੇ ਭਗਤ ਹੈਗੇ ਜਿਹੜੇ ਕਹਾਉਂਦੇ ਨੇ? ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਇਹ ਸ਼ਬਦ ਉਚਾਰ ਕੇ ਸ੍ਰੀ ਰਾਹ ਦੇ ਉਪਦੇਸ਼ ਦਿੱਤਾ ਹੈ। ਗੁਰੂ ਸਿੱਖੋ, ਦੁਕ੍ਰਿਤ ਸੁਕ੍ਰਿਤ ਮੰਦੇ, ਇਹ ਵਿਸਰਾਮ ਭਾਈ ਖਾਸ ਹੈ, ਮੰਦੇ ਤੇ ਹੀ ਲਾਉਣਾ ਵਿਸਰਾਮ। ਦੁਕਿਰਤ ਖੋਟੇ ਕਰਮ, ਸੁਕਿਰਤ ਪੁੰਨ ਕਰਮ ਚੰਗੇ ਕਰਮ। ਇਹ ਪਾਪ ਤੇ ਪੁੰਨ ਦੇ ਜਿਹੜਾ ਮੰਦੇ, ਇਹਦੇ ਵਿੱਚ ਜੋ ਪ੍ਰਵਿਰਤ ਹੋਇਆ ਹੈ ਸਾਰਾ ਸੰਸਾਰ ਦੱਸਦੇ ਨੇ। ਸੰਸਾਰ ਸਗਲਾਣਾ, ਸਗਲਾਣਾ ਦਾ ਅਰਥ ਹੈ ਸਾਰਾ ਸੰਸਾਰ, ਸੰਸਿਆਂ ਦਾ ਘਰ। ਇਹਨਾਂ ਦੇ ਵਿੱਚ ਇਸ ਕਰਕੇ ਜੰਮਦਾ ਮਰਦਾ ਹੈ। ਦੁਕਿਰਤ ਖੋਟੇ ਕਰਮ, ਜੀਵ ਹੱਤਿਆ ਕਰਨੀ, ਜੀਵਾਂ ਨੂੰ ਦੁੱਖ ਦੇਣਾ, ਕਿਸ ਦਾ ਖੂਨ ਨਿਚੋੜ ਕੇ ਪੀ ਲੈਣਾ, ਪਰਾਇਆਂ ਦਾ ਹੱਕ ਖਾ ਲੈਣਾ, ਪਾਪ ਕਰਮ ਦੁਆਰਾ ਧਨ ਇਕੱਠਾ ਕਰਨਾ, ਇਹ ਸਾਰੇ ਦੁਕਿਰਤ ਕਰਮ ਨੇ, ਇਹ ਖੋਟੇ ਕਰਮ ਨੇ। ਇਹ ਸੁਕਿਰਤ ਚੰਗੇ ਕਰਮ ਕਰਨੇ, ਝੂਠੇ ਭਾਂਡੇ ਮਾਂਜਣੇ, ਝਾੜੂ ਮਾਰਨਾ, ਦਾਨ ਪੁੰਨ ਕਰਨਾ, ਭੁੱਖੇ ਨੂੰ ਅੰਨ ਦੇ ਦੇਣਾ, ਨੰਗੇ ਨੂੰ ਵਸਤਰ ਦੇ ਦੇਣਾ, ਦੁਖੀ ਸਹਾਇਤਾ ਕਰਨੀ। ਫਿਰ ਇਸ ਕਰਕੇ ਪਰ ਜਦੋਂ ਇਹ ਕਰਮ ਕਰਕੇ ਹੰਕਾਰ ਕਰੂਗਾ ਕਿ ਮੈਂ ਕੀਤਾ ਹੈ, ਤਾਂ ਫਿਰ ਤਾਂ ਇਹ ਵੀ ਖੀਰ ਤਾਂ ਬੜੀ ਸੋਹਣੀ ਸੀ, ਦੁੱਧ 'ਚ ਬਣਾਈ ਸੀ ਬਾਸਪਤੀ ਚੌਲਾਂ ਦੀ, ਬਦਾਮ ਵੀ ਪਾਏ, ਪਿਸਤਾ ਵੀ ਪਾਇਆ, ਸੌਗੀ ਵੀ ਪਾਈ, ਤੇ ਪਿੱਛੋਂ ਇੱਕ ਮੁੱਠੀ ਸਵਾਦ ਦੀ ਵੀ ਪਾ ਲਈ। ਸਵਾਹ ਭਾਂਡੇ ਮਾਂਜਣ ਤੋਂ ਗਈ, ਖੀਰ ਖਾਣ ਤੋਂ ਗਈ, ਪੱਲੇ ਤਾਂ ਕੁਝ ਵੀ ਨਾ ਪਿਆ। ਇਉਂ ਸੇਵਾ ਵੀ ਕਰੀ ਜਾਣੀ ਹੈ ਤੇ ਸਵਾਹ ਦੀਆਂ ਮੁੱਠੀਆਂ ਵੀ ਪਾਈ ਜਾਣੀਆਂ ਨੇ, ਭਾਈ ਕੁਝ ਨਹੀਂ ਪੱਲੇ ਪੈਂਦਾ। ਇਸ ਕਰਕੇ ਫਿਰ ਕਸ਼ਟ ਹੁੰਦਾ। ਮਹਾਰਾਜ ਕਹਿੰਦੇ ਇਹ ਸਾਰਾ ਸੰਸਾਰ ਇਉਂ ਫਿਰ ਬੰਧਨ ਰੂਪ ਦੇ ਵਿੱਚ ਪਿਆ, ਹੰਕਾਰ ਕਰਕੇ ਸਾਰਾ ਕੁਝ ਉਹ ਖੋਟੇ ਕਰਮ ਕਰਕੇ ਉਹ ਨਾਸ ਕਰ ਲੈਂਦਾ ਹੈ, ਤੇ ਇਸ ਕਰਕੇ ਫਿਰ ਪੱਲੇ ਕੁਝ ਨਹੀਂ ਪੈਂਦਾ ਹੈ। ਦੋਹ ਤੇ ਰਹਿਤ ਭਗਤ ਹੈ, ਇਹ ਬਹੁਤ ਔਖਾ ਵਿਸਰਾਮ ਹੈ। ਉਦੋਂ ਵੀ ਔਖਾ ਇਹ, ਇਹਦਾ ਭੁਲੇਖਾ ਲੱਗ ਸਕਦਾ ਹੈ। ਦੇਖੋ ਵਿਸਰਾਮ ਮਿਹਨਤ ਜਿਹਦੀ ਕੀਤੀ ਹੁੰਦੀ ਹੈ ਉਹ ਬੋਲ ਕੇ ਦੱਸਦੀ ਹੈ ਮਿਹਨਤ, ਤੁਸੀਂ ਵੀ ਇਸੇ ਤਰ੍ਹਾਂ ਕਰਿਆ ਕਰੋ। ਦੋਹਾਂ ਤੇ, ਇੱਕ ਤਾਂ ਦੋਨੇ ਹਾਹੇ ਬੋਲਣੇ, ਦੋਹਾਂ ਤੇ ਰਹਿਤ ਭਗਤ ਹੈ, ਇੱਥੇ ਹੈ ਤੇ ਵਿਸਰਾਮ ਹੈ ਨੂੰ ਅੱਗੇ ਨਹੀਂ ਲੈ ਕੇ ਜਾਣਾ। ਦੋਨਾਂ ਤੇ, ਕਿਹੜੇ? ਪਾਪ ਤੇ ਪੁੰਨ ਤੋਂ ਰਹਿਤ ਹੈ ਜਿਹੜਾ, ਤੇ ਪਾਪ ਬਿਲਕੁਲ ਨਹੀਂ ਕਰਦਾ, ਪਰ ਚੰਗੇ ਕਰਮ ਕਰਦਾ, ਉਹਦਾ ਹੰਕਾਰ ਨਹੀਂ ਕਰਦਾ ਵੀ ਮੈਂ ਸੇਵਾ ਕਰਦਾ, ਮੈਂ ਸਿਮਰਨ ਕਰਦਾ। ਭੈੜੇ ਕਰਮ ਕੁਸੰਗਤ ਨਹੀਂ ਕਰਦਾ। ਤੇ ਜਦੋਂ ਮਨ ਦੇ ਅੰਦਰ ਮੈਲ ਹੈ ਨਾ, ਮਾੜੀਆਂ ਗੱਲਾਂ ਕਰਨ ਵਾਲਾ ਖੰਡ ਵਰਗਾ ਮਿੱਠਾ ਲੱਗੂ ਉਹਨੂੰ ਐਂ ਚਿੰਬੜੂ ਜਿਵੇਂ ਸ਼ਹਿਦ ਦੀਆਂ ਮੱਖੀਆਂ ਚਿੰਬੜਦੀਆਂ, ਕਿਉਂਕਿ ਝੂਠ ਹੈ ਉਹਦੇ ਕੋਲ। ਉਹ ਮੱਖੀਆਂ ਜਾਣਗੀਆਂ ਉੱਥੇ ਜਿੱਥੇ ਗੰਦ ਹੈ। ਜਿਹੜੋਂ ਗੰਦਾ ਹੈ ਆਪਣਾ ਮਨ ਤਾਂ ਗੰਦੇ ਬੰਦੇ ਦੀ ਸੰਗਤ ਕਰੂਗਾ ਹੀ ਕਰੂਗਾ। ਜਿਹੜੇ ਕਸਤੂਰੀ ਜਿਹੜੇ ਹਿਰਨ ਦੇ ਅੰਦਰ ਪੈਦਾ ਹੋ ਜਾਂਦੀ ਹੈ ਉਹ ਕੱਲਾ ਕਦੇ ਰਹਿਣ ਲੱਗ ਜਾਂਦਾ, ਉਹ ਮਿਰਗਾਂ 'ਚ ਡਾਰ 'ਚ ਨਹੀਂ ਰਲਦਾ। ਕਿਉਂ? ਉਹਦੇ ਅੰਦਰ ਕਸਤੂਰੀ ਹੈ, ਬਾਕੀ ਦੇ ਹੈ ਨਹੀਂ। ਜਿਹਦੇ ਅੰਦਰ ਪ੍ਰਮਾਤਮਾ ਦੀ ਭਗਤੀ ਦੀ ਕਸਤੂਰੀ ਪੈਦਾ ਹੋ ਗਈ ਉਹ ਫਿਰ ਬਾਹਲਾ ਮੇਲ ਜੋਲ ਨਹੀਂ ਕਰਦਾ, ਸਮਾਨ ਰੱਖੂਗਾ, ਬੈਰ ਵੀ ਨਹੀਂ ਕਰਦਾ, ਵਿਰੋਧ ਵੀ ਨਹੀਂ ਕਰਦਾ। ਜਿਹੜਾ ਦੋਨਾਂ ਤੇ ਮੁਕਤ ਹੈ ਤੇ ਦੋਨਾਂ ਤੇ ਰਹਿਤ ਹੈ ਤੇ ਉਹ ਪਾਪ ਵੀ ਨਹੀਂ ਕਰਦਾ, ਪੁੰਨ ਵੀ ਨਹੀਂ, ਪੁੰਨ ਕਰਕੇ ਤੇ ਉਹਦਾ ਫਲ ਦੀ ਇੱਛਾ ਹੀ ਨਹੀਂ ਰੱਖਦਾ, ਕਰੀ ਜਾ ਰਿਹਾ, ਬਸ ਭਗਤੀ ਕਰੀ ਜਾ ਰਿਹਾ ਹੈ। ਕੋਈ ਵਿਰਲਾ ਜਾਣਾ, ਇਹ ਹੈ ਕੋਈ ਬਿਰਲਾ, ਸਿੱਧਾ ਕਿਤੇ ਕਿਤੇ ਹੈ। ਮਹਾਰਾਜ ਕਹਿੰਦੇ ਫਿਰ ਭਾਈ ਭਗਤ ਹੈ, ਇਹਨੂੰ ਕਹਿ ਸਕਦੇ ਹਾਂ ਵੀ ਭਗਤ ਹੈ। ਜਿਹੜਾ ਦੋਹਾਂ ਤੇ ਰਹਿਤ ਭਗਤ ਹੈ, ਦੋਨਾਂ ਤੋਂ ਪਾਪ ਪੁੰਨ ਤੋਂ ਰਹਿਤ ਹੋ ਗਿਆ, ਹੰਗਤਾ ਤੋਂ ਰਹਿਤ ਹੋ ਗਿਆ, ਹੈ ਬਿਰਲਾ ਕੋਟ ਮਧੇ ਕੋਈ ਐਸਾ ਜਿਹੜਾ ਕਰੋੜਾਂ ਚੋਂ ਕੋਟਨ ਮੈਂ ਨਾਨਕ ਕੋ ਨਾ ਰਹਿਣ ਜਹ ਚੀਤ। ਉਹ ਪਰਮੇਸ਼ਰ ਵਾਹਿਗੁਰੂ ਦਾ ਭਗਤ ਕੋਈ ਬਿਰਲਾ ਹੈ। ਠਾਕੁਰ ਸਰਬੇ ਸਵਾਣਾ, ਉਹਨਾਂ ਨੇ ਦੇਖ ਲਿਆ ਵੀ ਮੇਰਾ ਮਾਲਕ ਹੈ ਜਿਹੜਾ ਠਾਕੁਰ, ਉਹਨਾਂ ਦੀ ਦ੍ਰਿਸ਼ਟੀ ਖੁੱਲ ਗਈ। ਉਹ ਤਾਂ ਸਾਰੀ ਜਗ੍ਹਾ ਹੀ ਵਿਆਪਕ ਹੈ, ਸਮਾਇਆ ਹੋਇਆ। ਸਾਰੇ ਬੈਰ ਕਿਹਦੇ ਨਾਲ ਕਰਾਂ ਮੈਂ, ਮਾੜਾ ਕਿਹਨੂੰ ਕਹਾਂ ਜਦੋਂ ਪਰਮੇਸ਼ਰ ਹੀ ਹੈ। ਕਿਆ ਕਹੋ ਸੁਣੋ ਸੁਆਮੀ, ਉਹਦੀ ਅਵਸਥਾ ਹੈ ਸੁਆਮੀ ਦੀ। ਕਿਸੇ ਨੂੰ ਮੰਦਾ ਕਿਵੇਂ ਕਹੀਏ, ਕਿਸੇ ਨੂੰ ਕੀ ਮੰਦਾ ਕਹੀਏ, ਕੀ ਚੰਗਾ, ਜਦੋਂ ਸਾਰਿਆਂ 'ਚ ਤੇਰਾ ਨਾਮ ਹੀ ਹੈ, ਉਹੀ ਸੁਣਾਈ ਦੇ ਰਿਹਾ ਹੈ। ਇਸ ਕਰਕੇ ਬੁਰਾ ਨਹੀਂ ਸਭ ਭਲਾ ਹੀ ਹੈ। ਮੇਰੇ ਲਈ ਹੁਣ ਮੰਦਾ ਕੋਈ ਨਹੀਂ, ਚੰਗਾ ਹੀ ਚੰਗਾ ਹੋ ਗਿਆ ਸਾਰੇ। ਇਸ ਕਰਕੇ ਹੇ ਸੁਆਮੀ ਪਰਮੇਸ਼ਰ ਜੀ ਸੁਣਨਾ ਕਰੋ। ਤੂੰ ਵੱਡ ਪੁਰਖ ਸੁਜਾਣਾ, ਮੈਂ ਤੁਹਾਡੀ ਉਪਮਾ ਕੀ ਕਰਾਂ, ਕਿਉਂਕਿ ਤੁਸੀਂ ਸਾਰਿਆਂ ਤੋਂ ਵੱਡੇ ਹੋ। ਪੁਰਖ ਪੂਰਨ ਹੋ, ਸੁਜਾਣਾ ਅੰਤਰਜਾਮੀ ਹੋ। ਘਟ ਘਟ ਕੇ ਅੰਤਰ ਕੀ ਜਾਣਤ ਹੈ, ਸਾਰਿਆਂ ਦੇ ਘਟ ਘਟ ਹਿਰਦਿਆਂ ਦੀ ਜਾਣਨ ਵਾਲੇ ਹੋ ਜੇ। ਅਸਾਈ ਦੇ ਕੇ ਫਰਮਾਉਂਦੇ ਨੇ ਮਾਨ ਅਭਿਮਾਨ ਮੰਦੇ। ਲਓ ਭਾਈ, ਇੱਕ ਇਹ ਕੁੰਡੀ ਹੈ ਬਹੁਤ ਵੱਡੀ,
ਇਹ ਆਮ ਸਧਾਰਨ ਕੁੰਡੀ ਨਹੀਂ ਹੈ, ਇਹ ਵਿਚਾਰ ਦੀ ਕੁੰਡੀ ਹੈ। ਮੈਨੂੰ ਇਹਦਾ ਚੇਤਾ ਆ ਗਿਆ ਵੀ ਇੱਕ ਮਹਾਪੁਰਸ਼, ਚਲੋ ਸੰਗਤਾਂ 'ਚ ਸਤਿਕਾਰ ਹੈਗਾ ਸੀ, ਉਹਦੇ ਮਨ ਦੇ ਵਿੱਚ ਇੱਕ ਦਿਨ ਸ਼ੰਕਾ ਆ ਗਈ ਤੇ ਕਥਾ ਤੋਂ ਬਾਅਦ ਤੇ ਕਹਿਣ ਲੱਗਾ ਜੀ, ਕਹਿੰਦਾ ਮੈਂ ਇੱਕ ਸਵਾਲ ਹੈ ਮੇਰਾ। ਹਰਖੋਵਾਲ ਸੰਪਦਾ ਦੇ ਨਾਲ ਉਹ ਮਹਾਤਮਾ ਸੰਬੰਧ ਰੱਖਦਾ ਸੀ, ਨਾ ਮੈਂ ਜਾਣ ਕੇ ਨਹੀਂ ਲੈਂਦਾ। ਉਹ ਮੈਨੂੰ ਕਹਿੰਦਾ ਜੀ ਸੁਖਣੀ ਸਾਹਿਬ ਦੇ ਜਿਹੜਾ ਆਉਂਦਾ ਹੈ ਤੈਸਾ ਮਾਨ ਤੈਸਾ ਅਭਿਮਾਨ, ਕਹਿੰਦਾ ਮੇਰੀ ਸ਼ੰਕਾ ਹੈ ਇਹਦੇ ਤੇ। ਮੈਂ ਕਿਹਾ ਗੁਰਬਾਣੀ ਤੇ ਕਰੀ ਦੀ ਨਹੀਂ ਹੁੰਦੀ। ਕਹਿੰਦਾ ਨਹੀਂ ਜੀ ਤੁਕ ਨਹੀਂ ਜੁੜਦੀ, ਇੱਥੇ ਮਹਾਰਾਜ ਨੂੰ ਅਪਮਾਨ ਨਹੀਂ ਸੀ ਲਿਖਣਾ ਚਾਹੀਦਾ। ਮੈਂ ਕਿਹਾ ਨਹੀਂ, ਅਭਿਮਾਨ ਲਿਖਣਾ ਚਾਹੀਦਾ ਸੀ। ਕਹਿੰਦਾ ਜੀ ਇਹ ਕਿਵੇਂ? ਮੈਂ ਕਿਹਾ ਇਹ ਕਿਤੇ ਫੇਰ ਦੱਸਾਂਗੇ, ਮੈਨੂੰ ਦੇਖਿਆ ਵੀ ਅਧਿਕਾਰੀ ਹੈ ਨਹੀਂ ਇਹ, ਭਾਵੇਂ ਸੰਤ ਹੀ ਕਹਿੰਦੇ ਨੇ ਲੋਕ ਵੀ, ਜੇ ਗੁਰਬਾਣੀ ਤੇ ਸ਼ੰਕਾ ਕੀਤੀ ਹੈ। ਮੇਰਾ ਮਨ ਥੋੜਾ ਜਿਹਾ ਉਸ ਤਰ੍ਹਾਂ ਹੋ ਗਿਆ ਵੀ ਇਹਨੂੰ ਦੱਸਣ ਦੀ ਬਾਹਲੀ ਲੋੜ ਨਹੀਂ। ਮੈਂ ਕਿਹਾ ਕੋਈ ਨਹੀਂ, ਜਦੋਂ ਕਿਤੇ ਦੱਸਣ ਪੁੱਛਣ ਦਾ ਹੋਊਗਾ। ਇਹ ਅਸਲ ਗੱਲ ਕੀ ਹੈ, ਹੁਣ ਉੱਥੇ ਵੀ ਅਭਿਮਾਨ ਹੈ ਤੇ ਇੱਥੇ ਵੀ ਅਭਿਮਾਨ ਹੈ। ਉੱਥੇ ਵੀ ਮਾਨ ਦੇ ਨਾਲ ਅਭਿਮਾਨ ਹੈ ਤੇ ਇੱਥੇ ਵੀ ਮਾਨ ਦੇ ਨਾਲ ਅਭਿਮਾਨ ਹੈ। ਹੁਣ ਆਮ ਕਰਕੇ ਲੋਕ ਕਹਿਣਗੇ ਜੀ ਅਭਿਮਾਨ, ਮਾਨ ਤੇ ਅਪਮਾਨ ਹੁੰਦਾ ਵੀ ਸਤਿਕਾਰ ਹੋਇਆ ਤੇ ਨਿਰਾਦਰ ਹੋ ਗਿਆ। ਅਸਲ ਦੇ ਵਿੱਚ ਕੀ ਹੈ ਵੀ ਜਿਹੜਾ ਸੰਸਕ੍ਰਿਤ ਦੇ ਵਿੱਚ, ਹੁਣ ਭਾਸ਼ਾ ਦੀ ਪ੍ਰੋਬਲਮ ਹੈ ਇੱਥੇ, ਭਾਸ਼ਾ ਦੀ ਇੱਕ ਗੁੰਝਲ ਹੈ ਇੱਥੇ ਵੀ ਜਿਹੜਾ ਅਭਿਮਾਨ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿੱਚ ਨਿਰਾਦਰ ਦਾ ਵਾਚਕ ਸ਼ਬਦ ਹੈ। ਮਹਾਰਾਜ ਨੇ ਨਿਰਾਦਰ ਦਾ ਸ਼ਬਦ ਇੱਥੇ ਅਭਿਮਾਨ ਸੰਸਕ੍ਰਿਤ ਦਾ ਸ਼ਬਦ ਵਰਤ ਲਿਆ। ਹੁਣ ਉਹ ਪੰਜਾਬੀ ਦਾ ਸ਼ਬਦ ਮੇਲ ਕੇ ਅਸੀਂ ਉਹਦਾ ਅਰਥ ਕਰਦੇ ਹਾਂ, ਕਿਵੇਂ ਹੋ ਜਾਊਗਾ? ਇਹ ਗਿਆਨ ਹੋਣਾ ਚਾਹੀਦਾ ਸ਼ਬਦ ਕਿਹੜੇ ਘਰਾਣੇ ਚ ਆਇਆ। ਇਸੇ ਅਭਿਮਾਨ ਦਾ ਅਰਥ ਅਪਮਾਨ ਹੈ, ਅਰਥ ਉਹੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਜੋ ਮਾਨ ਸਤਕਾਰ ਵਡਿਆਈ ਪ੍ਰਾਪਤ ਕਰਕੇ ਖੁਸ਼ ਹੁੰਦਾ ਹੈ, ਅਭਿਮਾਨ ਨਿਰਾਦਰੀ ਹੋ ਗਈ, ਅਪਮਾਨ ਹੋ ਗਿਆ, ਫਿਰ ਦੁਖੀ ਹੁੰਦਾ ਬਹੁਤ ਮੰਦੇ। ਇਹਦੇ ਵਿੱਚ ਦੋਨਾਂ ਹਾਲਤਾਂ ਦੇ ਵਿੱਚ ਹੈ ਜਿਹੜਾ ਸੋ ਸੇਵਕ ਨਾਹੀ। ਲਓ ਭਾਈ ਸਤਿਗੁਰੂ ਨੇ ਹੁਣ ਇਹ ਮੇਰੇ ਤੇ ਵੀ ਢੁੱਕ ਸਕਦੀ ਹੈ, ਤੁਹਾਡੇ ਤੇ ਢੁੱਕ ਸਕਦੀ ਹੈ, ਢੁੱਕਦੀ ਹੈ ਆਪਣੇ ਸਾਰਿਆਂ ਤੇ। ਆਪਣੇ ਆਪ ਨੂੰ ਦੇਖ ਲਓ ਕਿੱਥੇ ਖੜੇ ਆ। ਮਹਾਰਾਜ ਕਹਿੰਦੇ ਸੋ ਸੇਵਕ ਨਾਹੀ, ਮੈਂ ਨਹੀਂ ਮੰਨਦਾ ਉਹਨੂੰ ਵੀ ਇਹ ਮੇਰਾ ਸੇਵਕ ਹੈ। ਜਿਹੜੀ ਮੈਂ ਨਹੀਂ ਮੰਨਦਾ ਵੀ ਇਹ ਸੇਵਾ ਕਰਨ ਵਾਲਾ ਹੈ। ਸੇਵਾ ਕਰਨ ਵਾਲਾ ਤਾਂ ਹੈ ਜਿਹੜਾ ਇਹਨਾਂ ਦੋਨਾਂ ਤੋਂ ਪਏ। ਜੇ ਕਿਸੇ ਨੇ ਨਿਰਾਦਰ ਕਰ ਦਿੱਤਾ ਸਹਿਨ ਕਰ ਲਿਆ, ਉੱਚਾ ਨੀਵਾਂ ਬੋਲਤਾ ਸਹਿਨ ਕਰ ਲਿਆ, ਆਪ ਕਿਸੇ ਦਾ ਨਿਰਾਦਰ ਨਹੀਂ ਕਰਨਾ, ਫਿਰ ਸੇਵਾ ਥਾਂ ਪੈਂਦੀ ਹੈ। ਇਸ ਕਰਕੇ ਇਹਦੇ ਮੰਦੇ ਜਿਹੜਾ ਵਿੱਚ ਹੈ ਉਹ ਸੇਵਕ ਨਹੀਂ ਹੈ। ਮੈਂ ਨਹੀਂ ਮੰਨਦਾ ਮਹਾਰਾਜ ਕਹਿੰਦੇ ਵੀ ਉਹ ਸੇਵਾ ਹੈ। ਸੇਵਾ ਤਾਂ ਥਾਂ ਪੈਂਦੀ ਹੈ। ਬਹੁਤ ਸਾਰੇ ਵੱਡੇ ਵੱਡੇ ਜਿਹੜੇ ਕੁਰਬਾਨੀਆਂ ਕਰ ਲੈਂਦੇ ਪਰ ਵਡਿਆਈ ਡੀਕਦੇ ਰਹਿੰਦੇ। ਵਡਿਆਈ ਮਿਲ ਤੋਂ ਮਨ ਦੇ ਵਿੱਚ ਅਭਿਮਾਨ ਹੰਕਾਰ ਆ ਜਾਂਦਾ ਹੈ। ਹੁਣ ਅਭਿਮਾਨ ਦਾ ਅਰਥ ਦੂਜੇ ਅਰਥ ਹੰਕਾਰ ਕਰਾਂਗੇ। ਹੰਕਾਰ ਆ ਗਿਆ, ਅਭਿਮਾਨ ਆ ਗਿਆ। ਐਸਾ ਕਿ ਕੁਰਬਾਨੀ 'ਚ ਹੁਣ ਅਭਿਮਾਨ ਕਰਾਂਗੇ ਅਰਥ ਇਹਦਾ ਤਾਂ ਉਹ ਆਪਣੀ ਗੁਰਮੁਖੀ ਭਾਸ਼ਾ ਅਨੁਸਾਰ ਹੋਊਗਾ। ਤੇ ਉਹ ਫਿਰ ਇਸ ਕਰਕੇ ਨਾ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਹੀ ਹੈ ਸੇਵਕ। ਫਿਰ ਵਡਿਆਈ ਮਿਲੇ ਤੋਂ ਜਿਹੜਾ ਹੰਕਾਰ ਨਾ ਕਰੇ, ਅਪਮਾਨ ਮਿਲੇ ਤੋਂ ਨਿਰਾਦਰ ਨਾ, ਐਸਾ ਮਨ ਦੇ ਵਿੱਚ ਆਵੇ। ਐਸਾ ਕੋ ਜਨਮਿਓ ਭਵਮਾਹੀ ਪ੍ਰਭਤਾ ਪਾਏ ਜਾਸਮਦ ਨਾਹੀ। ਕਹਿੰਦਾ ਕੌਣ ਹੈ ਜਾਂ ਜਿਹੜਾ ਵਡਿਆਈ ਮਿਲੀ ਤੋਂ ਉਹਨੂੰ ਹੰਕਾਰ ਨਾ ਫੁਰੇ। ਹੰਕਾਰ ਫੁਰਦਾ, ਵਡਿਆਈ ਫੁਰਾਇਆ ਕਰਦੀ ਹੈ। ਜੋ ਆਪਣੇ ਆਦਰ ਦੀ ਲੋੜ ਨਹੀਂ ਰੱਖਦਾ, ਅਪਮਾਨ ਹੰਕਾਰ ਵਿੱਚ ਆ ਕੇ ਦੂਜਿਆਂ ਨੂੰ ਅਪਮਾਨਿਤ ਨਹੀਂ ਕਰਦਾ, ਦੂਜਿਆਂ ਦੀ ਲੋੜ ਵਾਲਾ ਬਣ ਜਾਂਦਾ, ਬਲਕਿ ਹੰਕਾਰ ਵਿੱਚ ਦੂਜਿਆਂ ਦਾ ਨਿਰਾਦਰ ਨਹੀਂ ਕਰੂਗਾ। ਕਿਉਂ? ਸੇਵਕ ਹੈ, ਸੇਵਕ ਬਣ ਕੇ ਰਹੇਗਾ। ਤਤ ਸਮਦਰਸੀ ਸੰਤੋ। ਇਹ ਸੰਤ ਜਨੋ ਸਾਰਿਆਂ ਵਿੱਚ ਤਤ ਸਰੂਪ ਪਰਮੇਸ਼ਰ ਦੇ ਸਮ ਬਰਾਬਰ ਉਹਨਾਂ ਦਾ ਦਰਸ਼ੀ ਦੇਖਣ ਵਾਲਾ ਹੋ ਜਾਂਦਾ ਵੀ ਸਾਰਿਆਂ ਦੇ ਵਿੱਚ ਇੱਕ ਸਾਰ ਹੈ ਪਰਮੇਸ਼ਰ ਵਾਹਿਗੁਰੂ। ਉਹ ਤੋਂ ਬਿਨਾਂ ਹੈ ਨਹੀਂ ਕੋਈ ਸਮਦਰਸ਼ੀ, ਇੱਕ ਸਮਾਨ ਪਰਮੇਸ਼ਰ ਦਾ ਦਰਸ਼ਨ ਕਰਨ ਵਾਲਾ। ਕੋਈ ਕੋਟ ਮੰਦਾਹੀ। ਕੋਟ ਕਰੋੜਾਂ ਦੇ ਮੰਦਾਹੀ ਵਿੱਚ ਕੋਈ ਬਿਰਲਾ ਹੀ ਹੈ ਜਿਹਨੂੰ ਐਸੀ ਅਵਸਥਾ ਮਿਲ ਜਾਏ। ਕਹਿਨ ਕਹਾਵਨ ਇਹੋ ਕੀਰਤ ਕਰ ਲਾ। ਕਹਿਨ ਕਹਾਵਨ ਇਹੋ ਕੀਰਤ ਕਰ ਲਾ। ਆਪਣੀ ਵਡਿਆਈ ਦੇ ਬਚਨ ਆਪ ਕਹਿਣ ਕਹਿ ਲੈਣੇ ਤੇ ਆਪਣੇ ਸੇਵਕਾਂ ਤੋਂ ਹੋਰਾਂ ਤੋਂ ਕਹਾਵਨ ਕਹਾ ਲੈਣਾ। ਕੀ ਕਹਾ ਲੈਣਾ? ਤੇ ਇਹ ਸਿਫਤਾਂ ਕਰਾ ਲੈਣੀਆਂ, ਉਸਤਤ ਕਰਾ ਲੈਣੀ, ਵਡਿਆਈ ਜਸ। ਇਹ ਜਿਹੜੇ ਪਖੰਡੀਆਂ ਦੇ ਚੇਲੇ ਆ ਉਹ ਤਾਂ ਪਹਿਲਾਂ ਹੀ ਤਿਆਰ ਹੁੰਦੇ ਨੇ। ਕਰਲਾ ਜਿਹੜਾ ਨਾਮ ਹੈ ਨਾ, ਕਰਲਾ ਸ਼ਬਦ, ਇਹੋ ਕੀਰਤ ਕਰਲਾ। ਕਰਲਾ ਨਾਮ ਰਸਤੇ ਦਾ ਹੁੰਦਾ ਹੈ। ਇਹ ਰਸਤਾ ਬਣਾਇਆ ਹੋਇਆ ਲੋਕਾਂ ਨੇ। ਵਡਿਆਈ ਦੇ ਜਿਹੜੇ ਭੁੱਖੇ ਨੇ ਉਹ ਆਪਣੀ ਉਸਤਤ ਆਪ ਹੀ ਕਰ ਲੈਂਦੇ ਆ। ਪਹਿਲੀ ਤਾਂ ਗੱਲ ਹੈ ਕਿਸੇ ਨੂੰ ਖੇਚਲੇ ਨਹੀਂ ਕਰਨ ਦਿੰਦੇ, ਆਪ ਹੀ ਕਰ ਲੈਂਦੇ ਆ। ਜਿਸ ਤਰ੍ਹਾਂ ਕਹਿਣ ਕਿ ਮੈਂ ਹੁਣ ਬ੍ਰਹਮ ਹਾਂ ਜੀ,
ਅਹੰ ਬ੍ਰਹਮਸਮੀ ਹੋ ਗਿਆ ਮੈਂ। ਜਿਹੜੇ ਚੇਲੇ ਚਾਟੜੇ ਨੇ ਪੈਰ ਚੱਟਣ ਵਾਲੇ ਉਹਨਾਂ ਤੋਂ ਕਹਾ ਲਿਓ ਲਾਲਚ ਦੇ ਵਸ ਹਾਂ ਜੀ ਤੁਸੀਂ ਤਾਂ ਬ੍ਰਹਮ ਹੀ ਹੋ ਜੀ। ਅੰਨੀ ਸ਼ਰਧਾ ਉਹਦੇ ਅਧੀਨ ਹੋ ਕੇ ਕਹੀਆਂ ਸਾਡੇ ਮਹਾਰਾਜ ਤਾਂ ਜੀ ਰਾਤ ਨੂੰ ਦੇਹ ਵੱਖਰੀ ਕਰਕੇ ਪੈ ਜਾਂਦੇ ਆ, ਲੱਤਾਂ ਬਾਹਾਂ ਵੱਖਰੀਆਂ ਹੋ ਜਾਂਦੀਆਂ, ਸਿਰ ਧੜ ਵੱਖਰਾ ਹੋ ਜਾਂਦਾ ਹੈ। ਲੋਕ ਕਹਿੰਦੇ ਅੱਛਾ ਜੀ ਏਡੀ ਕਰਾਮਾਤ ਹੈ। ਐਸੇ ਆਪਣੀ ਵਡਿਆਈ ਕਰਾਉਂਦੇ ਆ। ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕੇਵਲ ਪਖੰਡ ਕਰਕੇ ਅਗਿਆਨੀ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਇਹ ਕਹਿਣ ਕਹਾਵਨ ਅੱਗੇ ਬੋਲਦੀ ਇਹੋ ਕੀਰਤ ਕਰ ਲੈ। ਇਹ ਇਸ ਤਰ੍ਹਾਂ ਰਸਤਾ ਹੀ ਬਣਾਇਆ ਹੋਇਆ ਨੇ ਕੀਰਤ ਕਰ ਲੈ। ਜਿਹੜੇ ਵਿਚਾਰਵਾਨ ਸੂਝਣ ਸਿੱਖ ਨੇ ਉਹ ਇਹੋ ਜਿਹੇ ਭਰਮ ਦੇ ਵਿੱਚ ਨਹੀਂ ਆਉਂਦੇ। ਮਦਰਾਸ ਦੇ ਇਲਾਕੇ ਦੇ ਵਿੱਚ ਇੱਕ ਇਹੋ ਜਿਹਾ ਜੋਗੀ ਪੈਦਾ ਹੋਇਆ ਹੈ ਸਾਧ ਸੰਗਤ ਜੀ ਵੀ ਬੜੀਆਂ ਹੀ ਕਰਾਮਾਤਾਂ ਸੀ। ਆਕਾਸ਼ ਦੇ ਵਿੱਚ ਵਿਚਰ ਲੈਣਾ, ਦੇਹ ਵੱਖਰੀ ਵੱਖਰੀ ਕਰ ਦੇਣੀ, ਬੜੀ ਧੁੰਮ ਪੈ ਗਈ ਉਸ ਦੀ। ਇੱਕ ਦਿਨ ਇੱਕ ਗੁਰੂ ਕਾ ਸਿੱਖ ਸੀ, ਉਹ ਮਸਤਾਨਾ ਜੀ ਕਹਿੰਦੇ ਸੀ ਉਹਨੂੰ। ਉਹ ਉੱਥੇ ਪਹੁੰਚ ਗਿਆ। ਜੋਗੀ ਅੱਖਾਂ ਬੰਦ ਕਰਕੇ ਕਦੇ ਕੁਝ ਕਰ ਲਿਆ ਕਰੇ, ਕਦੇ ਕੁਝ ਕਰ ਦਿਆ ਕਰੇ, ਆਕਾਸ਼ ਵਿੱਚ ਚਲਾ ਜਾਇਆ ਕਰੇ, ਕਦੇ ਅਲੋਪ ਹੋ ਜਾ ਕਰੇ। ਸਿੱਖ ਕਈ ਦਿਨ ਤਮਾਸ਼ਾ ਦੇਖਦਾ ਰਿਹਾ। ਇੱਕ ਦਿਨ ਜੋਗੀ ਕਹਿਣ ਲੱਗਾ, ਕਹਿੰਦਾ ਮੈਂ ਬ੍ਰਹਮ ਹਾਂ। ਉਹਦੇ ਚੇਲੇ ਕਹਿੰਦੇ ਜੀ ਤੁਸੀਂ ਕਿਵੇਂ ਬ੍ਰਹਮ ਹੋ? ਬ੍ਰਹਮ ਜਿਹੜਾ ਹੁੰਦਾ ਉਹ ਤਾਂ ਅੰਗ ਪੈਰ ਨਹੀਂ ਹੁੰਦੇ। ਕਹਿੰਦਾ ਮੇਰੇ ਵੀ ਨਹੀਂ ਹੈ। ਕਹਿੰਦੇ ਜੀ ਕਿਵੇਂ ਤੁਹਾਡੇ ਦਿਸਦੇ ਨੇ? ਕਹਿੰਦਾ ਲਓ ਉਹਨੇ ਆਪਣੇ ਅੰਗ ਪੈਰ ਖੰਡਾਤੇ, ਲੱਤਾਂ ਬਾਹਾਂ ਸਿਰ ਧੜ ਵੱਖਰਾ ਕਰਕੇ ਦਿਖਾਤਾ। ਜਾਦੂਗਰ ਸੀ ਇੱਕ ਕਿਸਮ ਦਾ। ਕਹਿੰਦਾ ਹੁਣ ਨਿਸ਼ਚਾ ਹੋ ਗਿਆ? ਕਹਿੰਦੇ ਹਾਂ ਜੀ ਹੁਣ ਗਿਆ। ਹੁਣ ਤਾਂ ਮੈਂ ਬ੍ਰਹਮ। ਕਹਿੰਦੇ ਹਾਂ ਜੀ ਤੁਸੀਂ ਬ੍ਰਹਮ ਹੋ ਤੁਸੀਂ। ਤੇ ਕੋਲ ਹੀ ਖੜਾ ਸੀ ਗੁਰੂ ਕਾ ਸਿੱਖ। ਉਹ ਕਹਿੰਦਾ ਜੋਗੀ ਤੂੰ ਬ੍ਰਹਮ ਕਿਵੇਂ ਹੋ ਗਿਆ? ਮੈਂ ਨਹੀਂ ਮੰਨਦਾ ਵੀ ਤੂੰ ਬ੍ਰਹਮ ਹੈ। ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਨਾਨਕ ਦਾ, ਪਰ ਮੈਂ ਈਰਖਾ ਚਾਹ ਕੇ ਨਹੀਂ। ਕਹਿੰਦਾ ਤੂੰ ਬ੍ਰਹਮ ਹੈ ਨਹੀਂ। ਉਹ ਕਹਿੰਦਾ ਮੈਂ ਕਿਉਂ ਨਹੀਂ ਬ੍ਰਹਮ? ਸਿੱਖ ਕਹਿੰਦਾ ਵੀ ਤੇਰੇ ਵਿੱਚ ਹਉਮੈ ਹੈ, ਬ੍ਰਹਮ 'ਚ ਹਉਮੈ ਨਹੀਂ ਹੈ। ਤੇਰੇ ਨੂੰ ਵਡਿਆਈ ਦੀ ਇੱਛਾ ਹੈ, ਬ੍ਰਹਮ 'ਚ ਹੈ ਨਹੀਂ। ਰਿੱਧੀਆਂ ਸਿੱਧੀਆਂ ਦੇ ਤਮਾਸ਼ੇ ਤੂੰ ਤਾਂ ਮਦਾਰੀ ਹੈ, ਬ੍ਰਹਮ ਨਹੀਂ ਹੈ। ਬ੍ਰਹਮ ਵਿੱਚ ਅਹੰਗਤਾ ਨਹੀਂ ਹੁੰਦੀ। ਤੂੰ ਗਲ ਤੱਕ ਭਰਿਆ ਪਿਆ ਅਹੰਗਤਾ ਦਾ। ਉਦੋਂ ਤੱਕ ਬ੍ਰਹਮ ਨਹੀਂ ਹੋ ਸਕਦਾ ਜਿੰਨਾ ਚਿਰ ਤੇਰੇ ਅੰਦਰ ਹੰਕਾਰ ਹੈ। ਤੂੰ ਤਾਂ ਆਪਣਾ ਸਰੀਰ ਜਿਹੜਾ 4-5 ਟੋਟੇ ਕਰਕੇ ਦਿਖਾਏ ਨਾ। ਕਹਿੰਦੇ ਸਾਡੇ ਗੁਰੂ ਸਾਹਿਬ ਤਾਂ ਇਹ ਕਹਿੰਦੇ ਆ ਵੀ ਚਾਹੇ ਰੱਤੀ ਕਟਾ ਲਵੇ ਆਪਣੇ ਆਪ ਨੂੰ, ਤੂੰ ਤਾਂ ਮੋਟੇ-ਮੋਟੇ ਆ ਸਰੀਰ ਦੇ ਟਾਮ ਜੇ ਅੰਗ ਕੀਤੇ, ਨਿਮਖ ਕਰ ਸਰੀਰ ਕਟਾਵੇ ਤਾਂ ਵੀ ਹਉਮੈ ਮੈਲ ਨਾ ਜਾਵੇ। ਨਿਮਖ ਕਟਾ ਦੇ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਂਦੀ। ਤੇ ਇਸ ਕਰਕੇ ਵੀ ਤੂੰ ਬ੍ਰਹਮ ਨਹੀਂ ਹੈ। ਇਹ ਸਾਰਾ ਫਿਰ ਉਸ ਵੇਲੇ ਸ਼ਰਮਸ਼ਾਰ ਹੋ ਗਿਆ। ਸ਼ਰਮਸ਼ਾਰ ਹੋ ਕੇ ਕਹਿੰਦਾ ਇਹ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਹੈ। ਕਹਿੰਦਾ ਮੰਨਦੇ ਹੀ ਨਹੀਂ, ਮੈਂ ਇੰਨੀਆਂ ਕਰਾਮਾਤਾਂ ਜ਼ੋਰ ਲਾ ਕੇ ਦਿਖਾਤੀਆਂ। ਕਹਿੰਦਾ ਸਿੱਖ ਨਹੀਂ ਬਣਿਆ। ਉਹ ਕਹਿੰਦਾ ਫਿਰ ਬ੍ਰਹਮ ਕਿਵੇਂ ਬਣ ਹੁੰਦਾ ਹੈ? ਮਹਾਰਾਜ ਸਾਹਿਬ ਜੀ ਦਾ ਸਿੱਖ ਸੀ ਭਾਈ। ਉਹ ਕਹਿੰਦਾ ਹਉਮੈ ਤਿਆਗ ਕੇ ਭਗਤੀ ਕਰਕੇ। ਉਹ ਲੈ ਸਿੱਖ ਨੇ ਜਾਦੂਗਰ ਦਾ ਮਨ ਬਦਲ ਕੇ ਰੱਖਦਾ, ਮੁੜ ਕੇ ਭਗਤੀ ਜਲਾਤਾ ਸੀ ਸਿੱਖ ਨੇ। ਕਹਿੰਦਾ ਆਹ ਚਮਤਕਾਰੇ ਮਦਾਰੀ ਬਥੇਰੇ ਦਿਖਾਉਂਦੇ ਆ, ਇਹ ਪਖੰਡ ਛੱਡ ਦੇ, ਪ੍ਰੇਮਾ ਭਗਤੀ 'ਚ ਆ ਜਾ। ਇਸ ਲਈ ਭਾਈ ਆਪਣੇ ਆਪ ਨੂੰ ਖੁਦਾ ਕਹਾ ਲੈਣਾ। ਸਨ ਟੋਪੀ ਸਮ ਕੱਪੜੇ ਜੁੱਤੇ ਸਣੇ ਖੁਦਾ ਬਣੇ ਫਿਰਦੇ ਆ। ਇਸ ਕਰਕੇ ਇਹ ਲੋਕ ਐਵੇਂ ਵਡਿਆਈ ਦੇ ਕਰਾਉਣ ਵਾਸਤੇ ਹੀ ਹੈ, ਪਰ ਬ੍ਰਹਮ ਨਹੀਂ ਆਪਣੇ ਆਪ ਨੂੰ ਕਹਾ ਨਹੀਂ ਸਕਦੇ, ਬਣ ਨਹੀਂ ਸਕਦੇ। ਇਹ ਕੀਰਤ ਕਰ ਲੈ, ਇਹ ਤਾਂ ਇੱਕ ਰਸਤਾ ਹੀ ਬਣਾਇਆ ਹੋਇਆ ਹੈ। ਕਥਨ ਕਹਿਣ ਤੇ ਮੁਕਤਾ। ਜਿਹੜਾ ਕੁਝ ਕਥਨ ਕਹਿਣ ਵੱਲੋਂ ਕਿ ਮੈਂ ਬ੍ਰਹਮ ਹਾਂ, ਤੇ ਸੇਵਕ ਤੋਂ ਕਹਿਣ ਕਹਾਉਣ ਤੋਂ, ਸੇਵਕਾਂ ਤੋਂ ਵੀ ਸੇਵਕਾਂ ਤੋਂ ਕਹਾ ਲਿਆ, ਉਹ ਤੋਂ ਵੀ ਮੁਕਤ ਹੈ। ਇਹ ਦੋਨੇ ਕੰਮ ਨਹੀਂ ਕਰਦਾ, ਨਾ ਕਿਸੇ ਤੋਂ ਵਡਿਆਈ ਕਰਾਉਂਦਾ, ਨਾ ਆਪ ਕਰਦਾ ਹੈ। ਦੋਨੇ ਚੀਜ਼ਾਂ ਤੋਂ ਮੁਕਤ ਹੈ ਜਿਹੜਾ ਰਹਿਤ ਹੈ। ਗੁਰਮੁਖ ਕੋਈ ਇਰਲਾ। ਇਹ ਤਾਂ ਭਾਈ ਗੁਰੂ ਨਾਨਕ ਦਾ ਸਿੱਖ ਹੀ ਕੋਈ ਬਿਰਲਾ ਗੁਰੂ ਅਰਜਨ ਦੇਵ ਜੀ ਕਹਿੰਦੇ ਹੋ ਸਕਦਾ ਹੈ, ਜਿਹਦੇ ਅੰਦਰ ਹਉਮੈ ਨਹੀਂ ਹੈ। ਪਰਮੇਸ਼ਰ ਦਾ ਨਾਮ ਹੀ ਰੋਮ ਰੋਮ ਵਿੱਚ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਗਤ ਅਵਗਤ ਕਛ ਨਜ਼ਰ ਨਾ ਆਇਆ। ਗੁਰਮੁਖਾਂ ਦੀ ਅਵਸਥਾ ਦੱਸਦੇ ਨੇ। ਗੁਰਮੁਖਾਂ ਦੀ ਨਜ਼ਰ ਵਿੱਚ ਹੋਰ ਕੁਝ ਨਹੀਂ ਆਉਂਦਾ ਹੈ ਕਿ ਗਤੀ ਕਿ ਅਵਗਤੀ। ਸਾਰਿਆਂ 'ਚ ਵਾਹਿਗੁਰੂ ਦਾ ਰੂਪ ਹੀ ਦੇਖਦੇ ਨੇ। ਗਤ ਗਿਆਨ, ਅਵਗਤ ਅਗਿਆਨ। ਭਾਵ ਗਿਆਨੀ ਤੇ ਅਗਿਆਨੀ ਉਹਨਾਂ ਦੀ ਨਿਗਾਹ 'ਚ ਨਹੀਂ ਰਹੇ। ਉਹ ਤਾਂ ਬ੍ਰਹਮ ਦੇਖਦੇ ਨੇ, ਉਹਨਾਂ ਦੀ ਦ੍ਰਿਸ਼ਟੀ ਕੇਵਲ ਬ੍ਰਹਮ ਦੇਖਦੀ ਹੈ। ਇਸ ਕਰਕੇ ਗਤ ਪ੍ਰਾਪਤੀ ਤੇ ਅਵਗਤ ਆਪ੍ਰਾਪਤੀ, ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਵੀ ਨਹੀਂ ਰਹੀ। ਜਿਨ੍ਹਾਂ ਨੂੰ ਅਵਗਤ ਪਰਮੇਸ਼ਰ ਦਾ ਗਤ ਗਿਆਨ ਪ੍ਰਾਪਤ ਹੋਇਆ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਧੁੰਦਬਾਦ, ਇਹ ਧੁੰਦਬਾਦ ਸੀ, ਇਹ ਨਜ਼ਰ ਨਹੀਂ ਆਉਂਦਾ, ਖਤਮ ਹੋ ਜਾਂਦਾ ਹੈ। ਇਸ ਕਰਕੇ ਉਹ ਭਾਈ ਕਨਈਏ ਵਰਗੀ ਅਵਸਥਾ ਹੋ ਜਾਂਦੀ ਹੈ ਵੀ ਪਾਣੀ ਅਖੇ ਦੁਸ਼ਮਣ ਮੂੰਹ ਪੇ ਕਹਿੰਦਾ ਨਾ ਜੀ ਤੁਹਾਡੇ ਮੂੰਹ 'ਚ ਪਾਇਆ ਪਾਣੀ। ਇਹ ਅਵਸਥਾ ਹੋ ਜਾਂਦੀ ਹੈ। ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਇਹ ਅਵਸਥਾ ਕਹਿੰਦੇ ਮਹਾਰਾਜ ਕਿੱਥੋਂ ਮਿਲੋਗੀ? ਕਹਿੰਦੇ ਸੰਤਾਂ ਦੀ ਚਰਨ ਧੂੜ ਬਣ ਜਾਓ। ਮਹਾਰਾਜ ਸਾਹਿਬ ਨੇ ਫਰਮਾਨ ਕੀਤਾ, ਜਿਹਨਾਂ ਮਹਾਂਪੁਰਖਾਂ ਦੇ ਪਾਸੋਂ
ਪਰਮੇਸ਼ਰ ਦਾ ਨਾਮ ਦਾ ਦਾਨ ਉਹਨਾਂ ਮਹਾਂਪੁਰਖਾਂ ਨੇ ਪਰਮੇਸ਼ਰ ਦੇ ਪਾਸੋਂ ਨਾਮ ਦਾ ਦਾਨ ਪਾਇਆ ਜਿਨ੍ਹਾਂ ਨੇ ਇੰਨੀ ਨਿਮਰਤਾ ਧਾਰਨ ਕਰ ਲਈ ਹੈ। ਗੁਰਸਿੱਖਾਂ ਕੀ ਹਰ ਧੂੜਦੇ ਹਮ ਪਾਪੀ ਪੀਗਤ ਪਾਹੇ, ਨਾਨਕ ਦਾਨ ਪਾਇਆ। ਦੁਬਾਰੇ ਬੋਲੋ ਜੀ ਸਾਰੀ ਪੰਕਤੀ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਮਹਾਰਾਜ ਸਾਹਿਬ ਜੀ ਆਪਣੀ ਨਿਮਰਤਾ ਵੀ ਜਾਣਾ, ਕਹਿੰਦੇ ਮੈਨੂੰ ਜਿਹੜਾ ਕੁਝ ਮਿਲਿਆ, ਕਹਿੰਦੇ ਬਾਬਾ ਬੁੱਢਾ ਸਾਹਿਬ ਦੀ ਚਰਨ ਧੂੜ, ਗੁਰਸਿੱਖਾਂ ਦੀ ਭਾਈ ਗੁਰਦਾਸ ਪਰ ਇੰਨੀ ਨਿਮਰਤਾ ਮਹਾਰਾਜ, ਇਹ ਦਾਨ ਮੈਨੂੰ ਚਰਨ ਧੂੜ ਦਾ ਮਿਲਿਆ। ਤੇ ਗੁਰਸਿੱਖੋ ਤੁਸੀਂ ਵੀ ਚਰਨ ਧੂੜ ਬਣੇ ਰਹੋ। ਸੰਤਾਂ ਮਹਾਂਪੁਰਸ਼ਾਂ ਦੇ ਚਰਨ ਧੂੜ ਦੇ ਵਿੱਚ ਨਾਮ ਦੀ ਪ੍ਰਪੱਕਤਾ ਹੋ ਜਾਂਦੀ ਹੈ, ਪ੍ਰੇਮ ਜਾਗਦਾ ਹੈ, ਨਿਮਰਤਾ ਆਏਗੀ। ਸ਼੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾ। ਸਤਵਾਂ ਦਾ ਸੁਰਤਾਲ ਹੈ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਸ਼੍ਰੀ ਰਾਗ ਵਿੱਚ। ਤੇਰਾ ਭਰੋਸਾ ਪਿਆਰੇ। ਤੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਜਦੋਂ ਸਰੋਵਰ ਦੀ ਸੇਵਾ ਸੰਪੂਰਨ ਹੋ ਗਈ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਇਮਾਰਤ ਮੁਕੰਮਲ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚੋਂ ਫਿਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰਾ ਭਰੋਸੇ। ਦੁਆਰੇ ਬੋਲੋ ਜੀ। ਤੇਰਾ ਭਰੋਸਾ ਪਿਆਰੇ। ਹੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਭਰੋਸਾ ਨਾਮ ਹੈ ਵਿਸ਼ਵਾਸ ਦਾ। ਮੈਂ ਤੇਰੇ ਭਰੋਸੇ ਕੀਏ, ਵਿਸ਼ਵਾਸ ਤੇ ਆ ਕੇ ਇਹ ਕੰਮ ਆਰੰਭਿਆ ਸੀ। ਮੈਂ ਹੁਣ ਤੇਰਾ ਸ਼ੁਕਰਾਨਾ ਕਰਦਾ। ਤੈਨੂੰ ਬੜੀ ਕਿਰਪਾ ਕੀਤੀ, ਹਰਿਮੰਦਰ ਸਾਹਿਬ ਕਾਇਮ ਹੋ ਗਿਆ, ਸਿੱਖਾਂ ਦਾ ਕੇਂਦਰੀ ਸਥਾਨ ਸਥਾਪਿਤ ਕੀਤਾ ਮਹਾਰਾਜ ਸਾਹਿਬ ਨੇ, ਤੇ ਸਰੋਵਰ ਸਾਹਿਬ ਬਣਿਆ। ਇਹ ਮੈਂ ਤੇਰੇ ਭਰੋਸੇ ਮੈਂ ਵਿਸ਼ਵਾਸ ਤੇ ਕੀਤਾ ਹੈ। ਮੈਂ ਲਾਡ ਲਡਾਇਆ। ਲਾਡ ਪ੍ਰੇਮ ਦਾ ਨਾਮ ਹੁੰਦਾ ਹੈ। ਲਡਾਇਆ ਜਿਹੜਾ ਜਿਵੇਂ ਮਾਂ ਬੱਚੇ ਨੂੰ ਆਪਣੇ ਗੋਦ ਵਿੱਚ ਲੈਂਦੀ ਹੈ, ਉਹ ਜਿਹੜਾ ਲਾਡ ਦੇ ਵਿੱਚ ਉਹਨੂੰ ਲੋਰੀ ਦਿੰਦੀ ਹੈ ਨਾ, ਇਹ ਲਾਡ ਲੜਾ ਰਹੀ ਹੈ। ਆਨੰਦ ਦਾ ਵਰਤਾਉਣਾ, ਪ੍ਰੇਮ ਦਾ ਅੱਗੇ ਕਿਸੇ ਵੀ ਤਰੀਕੇ ਦੇ ਨਾਲ ਜ਼ਾਹਰ ਕਰਨਾ, ਤੇ ਉਹਨੂੰ ਲਾਡ ਲੜਾਉਣਾ ਕਹਿੰਦੇ ਆ। ਤੇਰੇ ਭਰੋਸੇ ਮੈਂ ਲਾਡ ਲਾਇਆ, ਬਣਤਰ ਬਣਾਈ ਹੈ। ਅੰਮ੍ਰਿਤਸਰ ਸਾਹਿਬ ਸਰੋਵਰ ਦਾ ਪੱਕਾ ਕਰਨਾ, ਹਰਿਮੰਦਰ ਸਾਹਿਬ ਬਣਾਉਣਾ, ਲਾਡ ਆਨੰਦ ਦੇ ਵਿੱਚ ਸੇਵਾ ਕਰਕੇ ਸਾਨੂੰ ਲੜਾਇਆ, ਆਨੰਦਿਤ ਕਰ ਦਿੱਤਾ ਹੈ ਮਹਾਰਾਜ, ਆਨੰਦ ਦੇ ਸਹਿਤ ਕਰ ਦਿੱਤਾ ਹੈ। ਤੁਸੀਂ ਬਖਸ਼ਿਸ਼ ਦੁਆਰਾ ਲਾਡ ਚਾਹ ਦਾ ਨਾਮ ਹੁੰਦਾ ਹੈ। ਚਾਹ ਦੇ ਵਿੱਚ ਇਹ ਕਾਰਜ ਆਰੰਭ ਕੀਤਾ, ਤੁਸੀਂ ਸੰਪੂਰਨ ਕਰਾਤਾ, ਲੜਾਇਆ, ਆਨੰਦ ਦੇ ਸਹਿਤ ਕਰ ਦਿੱਤਾ ਸਾਨੂੰ। ਭੁੱਲ ਹੈ ਚੁੱਕ ਹੈ ਵਾਰਿਕ। ਹੁਣ ਮਾਫੀ ਮੰਗਦੇ ਆ ਮਹਾਰਾਜ, ਅਸੀਂ ਤੇਰੇ ਬਾਲਕਾਂ, ਇਹਦੇ ਵਿੱਚ ਅਸੀਂ ਕੋਈ ਜਿਹੜੀ ਹੈ ਭੁੱਲ ਜਿਹੜੀ ਹੁੰਦੀ ਹੈ ਉਹ ਵੱਡੀ ਗਲਤੀ ਹੋਵੇ ਉਹਨੂੰ ਭੁੱਲ ਕਹਿੰਦੇ ਆ, ਛੋਟੀ ਗਲਤੀ ਹੋਵੇ ਉਹਨੂੰ ਚੁੱਕ ਕਹਿ ਦਿੰਦੇ ਆ। ਭੁੱਲਾਂ ਚੁੱਕੇ ਬਾਰਕ ਅਸੀਂ ਬਾਲਕ ਹੈ ਮਹਾਰਾਜ, ਜੇ ਸਾਤੋਂ ਕੋਈ ਭੁੱਲ ਚੁੱਕ ਹੋ ਗਈ ਹੈ ਤੇ ਆਪ ਖਿਣਵਾ ਕਰੋ ਜੀ। ਤੂੰ ਹਰ ਪਿਤਾ ਮਾਇਆ। ਤੇ ਮਾਇਆ ਨਾਮ ਮਾਤਾ ਦਾ, ਪਿਤਾ ਦੀ ਨਿਆਈ ਵੀ ਤੂੰ ਹੈ, ਮਾਤਾ ਦੀ ਨਿਆਈ ਤੂੰ, ਮੇਰਾ ਪਿਤਾ ਤੂੰ ਹੈ, ਮੇਰਾ ਮਾਤਾ ਤੂੰ, ਮੇਰਾ ਬੰਧਵ ਤੂੰ, ਮੇਰਾ ਭਰਾਤਾ। ਸਾਨੂੰ ਆਪਣੇ ਬਾਲਕ ਬੱਚੇ ਸਮਝ ਕੇ ਅਣਦੇਖਿਆ ਕਰ ਦਿਓ ਮਹਾਰਾਜ। ਸੋ ਤੋਂ ਅਪਰਾਧ ਕਰਤਾ ਹੈ ਜੇ ਤੇ ਜਨਨੀ ਚੀਤਨਾ ਰਾਗ ਤੇ ਰਮਈਆ ਹੋਂ ਵਾਰਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ਸਾਡਾ ਪਿਤਾ ਮਾਇਆ ਤੂੰ ਹੀ ਹੈ ਮਹਾਰਾਜ। ਤੇ ਜਿਹੜੀ ਚੁੱਕ ਹੁੰਦੀ ਹੈ ਨਾ, ਭੁੱਲ ਤੇ ਚੁੱਕ ਦਾ ਥੋੜਾ ਜਿਹਾ ਹੋਰ ਸਮਝ ਲੈਣਾ। ਭੁੱਲ ਉਹ ਹੁੰਦੀ ਹੈ ਜਿਹੜਾ ਬੰਦਾ ਕਰਨਾ ਤਾਂ ਚਾਹੇ ਨਾ, ਪਰ ਸਾਧ ਸਿੰਘ ਜੀ ਉਹਦੇ ਕੋਲੋਂ ਹੋ ਜਾਵੇ, ਇਹ ਭੁੱਲ ਚ ਆਉਂਦੀ ਹੈ। ਕਰਨਾ ਨਹੀਂ ਸੀ ਚਾਹੁੰਦਾ ਅੰਦਰੋਂ, ਪਰ ਹੋ ਗਈ। ਕਿਵੇਂ ਹੋ ਗਈ ਇਹਨੂੰ ਗੱਲ ਨੂੰ ਛੱਡ ਦਿਓ, ਇਹਨੂੰ ਕਹਿੰਦੇ ਭੁੱਲ। ਇੱਕ ਹੁੰਦੀ ਹੈ ਸਾਧ ਸੀ, ਕੋਈ ਚੀਜ਼ ਕਰਨਾ ਚਾਹੁੰਦੇ ਹਾਂ ਅਸੀਂ, ਉਹ ਕਰਨ ਲੱਗੇ ਤੇ ਹੋਈ ਨਹੀਂ, ਉਹ ਕਹਿੰਦਾ ਵੀ ਚੁੱਕ ਗਿਆ। ਕਰਨ ਲੱਗਿਆ ਸੀ, ਕਹਿੰਦਾ ਚੁੱਕ ਗਿਆ ਸਿਰੇ ਤੇ ਆ ਕੇ, ਉਹਨੂੰ ਕਹਿੰਦੇ ਚੁੱਕ। ਭੁੱਲ ਤੇ ਚੁੱਕ ਦੇ ਇਹ ਦੋ ਅਰਥ ਹੋਰ ਵੀ ਸਾਹਮਣੇ। ਇਸੇ ਪ੍ਰਕਾਰ ਜੀ ਤੇਰਾ ਭਰੋਸਾ। ਤੇਰਾ ਭਰੋਸਾ ਪਿਆਰੇ। ਜਗਿਆਸੂ ਨੇ ਗੁਰੂ ਸਾਹਿਬ ਦੇ ਸਨਮੁਖ ਬੇਨਤੀ ਕੀਤੀ ਹੈ, ਹੇ ਅਕਾਲ ਪੁਰਖ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਹੈ, ਮੈਂ ਤੇਰੇ ਭਰੋਸੇ ਸਾਧੂਆਂ ਦੇ ਲਾਡ ਆਨੰਦ ਦੇ ਵਿੱਚ ਆਪਣੇ ਆਪ ਨੂੰ ਲੜਾਇਆ, ਆਨੰਦਿਤ ਕੀਤਾ ਹੈ। ਮੈਂ ਲਾਡ ਲਡਾਇਆ, ਲਡਾਉਣਾ ਕੀਤਾ ਹੈ। ਕੀ ਬੈਰਾਗ ਵਿਵੇਕ ਖਟ ਸੰਪਤੀ ਮੋਖਿਸ਼ਾ ਸਰਵਣ ਗਿਆਨ ਮੰਨਣ ਗਿਆਨ ਨਿਧਿਆਸਨ ਗਿਆਨ ਤਤ ਤੂੰ ਪਦਾ ਸੰਸ਼ੋਧਨ ਗਿਆਨ ਸਖਿਆਤਾਕਾਰ ਦਾ ਗਿਆਨ। ਇਹ ਆਨੰਦ ਰੂਪ ਦੇ ਵਿੱਚ ਤੁਸੀਂ ਮੈਨੂੰ ਮਹਾਰਾਜ ਲਡਾਉਣਾ ਕੀਤਾ ਹੈ, ਇਹ ਆਨੰਦ ਮੈਨੂੰ ਦੇਣਾ ਕੀਤਾ ਹੈ। ਭੁੱਲ ਹੈ ਚੁੱਕ ਹੈ ਵਾਰਿਕ। ਇਹ ਸਤਿਗੁਰੂ ਅਸੀਂ ਤਾਂ ਬਾਲਕਾਂ, ਭੁੱਲ ਕਰ ਲੈਂਦੇ ਆ, ਤੇਰਾ ਸਿਮਰਨ ਵਿਸਾਰ ਦਿੰਦੇ ਆ, ਇਹ ਭੁੱਲ ਹੈ। ਚੁੱਕ ਜਾਂਦੇ ਆ, ਕਰਨਾ ਚਾਹੁੰਦੇ ਆ ਪਰ ਹੁੰਦਾ ਨਹੀਂ ਸਿਮਰਨ, ਤੇਰੀ ਆਗਿਆ ਨਹੀਂ ਮੰਨਦੇ, ਇਸ ਕਰਕੇ ਭੁੱਲੇ ਵੱਡੀਆਂ ਗਲਤੀਆਂ ਕਰ ਲੈਂਦੇ ਆ, ਤੇਰਾ ਨਾਮ ਵਿਸਾਰਨ ਦੀਆਂ। ਚੁੱਕੇ ਛੋਟੀਆਂ ਗਲਤੀਆਂ ਕਰ ਲੈਂਦੇ ਆ, ਸਿਮਰਨ ਦੀ ਥਾਂ ਤੇ ਗੱਲਾਂ ਕਰਨ ਲੱਗ ਜਾਂਦੇ ਆ।
ਨਿੰਦਿਆ ਕਰਨ ਲੱਗ ਜਾਏ, ਇਹ ਚੁੱਕ ਹੋ ਜਾਂਦੀ ਹੈ ਸਾਡੇ ਕੋਲੋਂ। ਤੂੰ ਹਰ ਪਿਤਾ ਮਾਇਆ, ਇਹ ਅਨੇਕਾਂ ਛੋਟੀਆਂ ਵੱਡੀਆਂ ਗਲਤੀਆਂ ਸਾਡੀਆਂ ਮਾਫ ਕਰ ਦਿਓ ਮਹਾਰਾਜ, ਅਸੀਂ ਬੱਚੇ ਹਾਂ ਤੁਹਾਡੇ, ਭੂਲ ਚੂਕ ਆਪਣਾ ਵਾਰਕ ਬਖਸ਼ਿਆ, ਤੁਸੀਂ ਐ ਮਹਾਰਾਜ ਬਖਸ਼ ਲਓ। हे ਅਕਾਲ ਪੁਰਖ, ਤੁਸੀਂ ਅਭਿੰਨ ਨਿਮਿਤ ਕਾਰਨ ਹੋ ਤੇ ਸਾਡੇ ਮਾਤਾ ਪਿਤਾ ਦੀ ਨਿਆਈ ਹੋ, ਇਸ ਕਰਕੇ ਮਹਾਰਾਜ ਭੁੱਲਾਂ ਚੁੱਕਾਂ ਸਾਡੀਆਂ ਬਖਸ਼ ਦਿਓ ਜੀ। ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁਤ ਪਿਤਾ ਗੱਲ ਲਾਵੈ। ਤੁਸੀਂ ਮਹਾਰਾਜ ਇਸੇ ਤਰ੍ਹਾਂ ਸਾਨੂੰ ਗੱਲ ਲਾਉਂਦੇ ਰਹਿਣਾ ਕਰੋ ਮਹਾਰਾਜ, ਕਵੀ ਕਿਰਪਾ ਕਰੋ ਸਾਡੇ ਤੇ। ਸੁਹੇਲਾ ਕਹਿਨ ਕਹਾਵਨ, ਆਪਣੇ ਆਪ ਨੂੰ ਚੰਗਾ ਕਹਿਣਾ, ਖੁਦਾ ਕਹਾ ਲੈਣਾ, ਅਹੰ ਬ੍ਰਹਮਸਮੀ ਕਹਿ ਲੈਣਾ, ਸੁਹੇਲਾ ਕਹਿਣ ਕਹਾਵਨ, ਦੂਜਿਆਂ ਤੋਂ ਕਹਾ ਲੈਣਾ। ਇਹ ਸੁਹੇਲਾ ਸੌਖਾ ਹੀ ਆਇਆ ਕੰਮ ਕਰਨਾ, ਤਾਂ ਲੋਕ ਕਰਦੇ ਆ। ਪਰਮੇਸ਼ਰ ਜੋ ਧਾਰਮਿਕ ਗ੍ਰੰਥਾਂ ਦੁਆਰਾ ਹੇ ਵਾਹਿਗੁਰੂ ਤੇਰੇ ਜਸ ਨੂੰ ਕਹਿਣਾ ਤੇ ਦੂਜਿਆਂ ਪਾਸੋਂ ਕਹਾਉਣਾ, ਜਿਹੜਾ ਐਸਾ ਕਰੂਗਾ ਤੇ ਮੁਖ ਦੁਆਰਾ ਜਸ ਕਰਨਾ ਤੇ ਕਰਾਉਣਾ, ਇਹ ਹੈ ਤਾਂ ਸੌਖਾ ਹੀ, ਪਰ ਲੋਕ ਕਰਦੇ ਨਹੀਂ ਹੈ। ਇਹ ਮਹਾਰਾਜ ਬਖਸ਼ਿਸ਼ ਕਰੋ, ਦਾਨ ਕਹੋ, ਇਹ ਦੋਨੇ ਅਰਥ ਜਾਣਨੇ। ਤੇਰਾ ਵਿਖਮ ਭਾਵਨ, ਹੇ ਵਾਹਿਗੁਰੂ ਤੇਰਾ ਜਿਹੜਾ ਭਾਵਨ ਭਾਣਾ ਮੰਨਣਾ ਹੈ, ਇਹ ਬਹੁਤ ਵਿਖਮ ਕਠਿਨ ਹੈ, ਔਖਾ ਹੈ। ਤਤੀ ਤਵੀ ਤੇ ਬੈਠਣਾ ਸੌਖਾ ਹੈ, ਭਾਣਾ ਮੰਨ ਕੇ ਦਿਖਾਏ, ਇਹਨੂੰ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਪ੍ਰਕਾਰ ਉਬਲੀਆਂ ਦੇਗਾਂ ਵਿੱਚ ਬੈਠਣਾ, ਗਰਮ ਰੇਤ ਸੀਸ ਤੇ ਪੈਣਾ, ਆਰਾ ਚੱਲ ਜਾਣਾ, ਕਸ਼ਟ ਸਹਾਰਨੇ, ਮੀਰ ਮਨੂ ਦੀ ਜੇਲ੍ਹ ਦੇ ਅੰਦਰ ਸਵਾ ਸਵਣ ਪੀਸਣੇ, ਆਂਦਰਾਂ ਦੇ ਹਾਰ ਗਲਾਂ ਵਿੱਚ ਬੱਚਿਆਂ ਦੇ ਟੋਟੇ ਕਰਕੇ ਪਾ ਦਿੱਤੇ। ਫਿਰ ਵੀ ਬੀਬੀ ਸੰਤ ਕੌਰ ਨੇ, ਬਸੰਤ ਕੌਰ ਸੰਤ ਕੌਰ ਸੀ, ਜਥੇਦਾਰਨੀ ਸੀ ਇਹਨਾਂ ਦੀ, ਰਹਿ ਰਾਸ ਕੀਤੀ, ਮਿਲ ਕੇ ਉੱਠ ਕੇ ਅਰਦਾਸ ਕੀਤੀ। ਉਹ ਸੂਬਾ ਦੇਖ ਰਿਹਾ ਲੋਕੇ ਵੀ ਕੀ ਕਰਦੀਆਂ, ਉਸ ਵੇਲੇ ਅਰਦਾਸ ਕਿਹਾ, ਹੈ ਸੱਚੇ ਪਾਤਸ਼ਾਹ ਤੁਸੀਂ ਨਿਤਨੇਮ ਬਖਸ਼ਿਆ, ਅਸੀਂ ਤੁਹਾਡਾ ਧੰਨਵਾਦ ਕਰਦੀ ਹਾਂ। ਤੁਹਾਡੇ ਭਾਣੇ ਵਿੱਚ 4 ਪਹਿਰ ਸੁੱਖਾਂ ਦਾ ਬਤੀਤ ਹੋਇਆ, ਰਾਤਰੀ ਆ ਰਹੀ ਹੈ ਸੁੱਖਾਂ ਦੀ ਬਤੀਤ ਕਰਾਉਣੀ। ਉਹ ਆ ਕੇ ਪੁੱਛਦਾ ਹੈ, ਸੂਬਾ ਕਹਿਣ ਲੱਗਿਆ ਵੀ ਇਹ ਸੁੱਖ ਦੀ ਪਰਿਭਾਸ਼ਾ ਕੀ ਹੈ ਤੇ ਦੁੱਖ ਕਿਹਨੂੰ ਮੰਨਦੇ ਹੋ ਤੁਸੀਂ, ਬੀਬੀਆਂ ਨੂੰ ਪੁੱਛਦਾ। ਕਹਿੰਦੀ ਜਿਹੜਾ ਲਸਣ ਪਿਆਜ਼ ਦਾ ਵਪਾਰੀ ਹੋਵੇ, ਕਸਤੂਰੀ ਦਾ ਨਹੀਂ ਪਤਾ ਹੁੰਦਾ ਵੀ ਕੀ ਭਾਅ ਵਿਕਦੀ ਹੈ। ਇਹ ਮਤਲਬ ਬੀਬੀ ਸੰਤ ਕੌਰ ਕਹਿਣ ਲੱਗੀ, ਕਹਿੰਦੀ ਗੱਲ ਇਹ ਹੈ ਸੂਬਿਆ, ਸਿੱਖ ਦੁੱਖ ਉਦੋਂ ਮੰਨਦਾ ਜਦੋਂ ਨਾਮ ਨੂੰ ਭੁੱਲ ਜਾਏ। ਨਾਮ ਸਾਨੂੰ ਭੁੱਲਿਆ ਨਹੀਂ, ਇਸ ਕਰਕੇ ਸੁੱਖ ਦੇ ਵਿੱਚ ਬਤੀਤ ਹੋਇਆ ਦਿਨ, ਤੇ ਉਹ ਉਸ ਕਰਕੇ ਇਹ ਸੁੱਖਾਂ ਦੇ ਦੁੱਖ ਉਦੋਂ ਜਦੋਂ ਨਾਮ ਵਿਸਰੇ, ਦੁੱਖ ਤਦੇ ਜਾਂ ਵਿਸਰ ਜਾਏ। ਸਾਨੂੰ ਨਾਮ ਵਿਸਰੇ, ਇਸ ਕਰਕੇ ਸੁੱਖ ਹੈ। ਰਾਤ ਨੂੰ ਵੀ ਨਾਮ ਪ੍ਰਵੇਸ਼ ਦਾ ਚੇਤੇ ਆਵੇ, ਜਿੰਨਾ ਤੂੰ ਦੁੱਖ ਦੇਣਾ ਉਨੀ ਅਸੀਂ ਭਗਤੀ ਕਰ ਰਹੇ ਹਾਂ, ਇਸ ਕਰਕੇ ਸਾਨੂੰ ਸੁੱਖ ਹੈ। ਇਹ ਪਾਣਾ ਮੰਨਣਾ ਤੇ ਦੁੱਖ ਸੁਖ ਪਿਆਰੇ ਤੁਧ ਧਿਆਏ, ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਇਹ ਭਾਵਨ ਭਾਣਾ ਕਿਸੇ ਕਿਸੇ ਨੂੰ ਚੰਗਾ ਲੱਗਦਾ ਹੈ। ਉਹ ਫਿਰ ਜਦੋਂ ਇਸ ਅਵਸਥਾ 'ਚ ਆ ਜਾਂਦਾ ਹੈ, ਕਹਿੰਦਾ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ, ਨਾ ਮੈਂ ਕਿਸੇ ਦਾ ਦੁਸ਼ਮਣ ਹੈ ਨਾ ਮੇਰਾ ਕੋਈ ਦੁਸ਼ਮਣ ਹੈ। ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਠਿਨ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ, ਪਰਮੇਸ਼ਰ ਤੈਨੂੰ ਭਾ ਜਾਣ ਵਾਲਾ, ਇਹ ਭਾਣਾ ਮੰਨਣਾ, ਤੈਨੂੰ ਭਾ ਜਾਣਾ ਔਖਾ ਹੈ। ਇਹਦਾ ਦੂਸਰਾ ਅਰਥ ਇਹ ਸਮਝਣਾ, ਭਾਵਨ ਜਿਹੜੇ ਤੈਨੂੰ ਭਾ ਗਏ ਵਿਖਮ ਕਠਿਨ ਹੈ, ਹਰੇਕ ਨਹੀਂ ਤੈਨੂੰ ਭਾ ਸਕਦਾ, ਹਰੇਕ ਨੂੰ ਤੂੰ ਨਹੀਂ ਪਾਉਂਦਾ। ਇਹ ਮਹਾਰਾਜ ਕਿਰਪਾ ਹੀ ਕਰਿਓ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਐ, ਓ ਮਾਨ ਤਾਨ ਕਰੋ ਤੇਰਾ, ਇਹ ਅੰਤਰਜਾਮੀ ਅਕਾਲ ਪੁਰਖ ਹੋ ਕਿ ਇਹ ਮੈਂ ਮਾਨ ਮਨ ਦੇ ਅੰਦਰ ਅਤੇ ਤਾਣ ਤਨ ਦੇ ਅੰਦਰ ਆਪ ਜੀ ਦਾ ਹੀ ਜਸ ਕਰਦਾ ਹਾਂ। ਮਾਨ ਬ੍ਰਹਮਾਨੰਦ ਦਾ ਆਨੰਦ ਤੇ ਤਾਣ ਵਿਵੇਕ ਦਾ ਬਲ ਆਪ ਜੀ ਦਾ ਹੀ ਕਰਦਾ, ਤੁਸੀਂ ਉਹ ਦਿੱਤਾ ਹੈ। ਇਸ ਕਰਕੇ ਜੀ ਹੋ ਜਾਨੋ ਆਪਾ, ਹੋ ਮੈਂ ਆਪ ਜੀ ਨੂੰ ਆਪਣਾ ਮਾਲਕ ਜਾਣਦਾ ਹਾਂ ਜੀ। हे ਅਕਾਲ ਪੁਰਖ, ਮੈਂ ਆਪ ਜੀ ਨੂੰ ਆਪ ਜੀ ਦੀ ਕਿਰਪਾ ਦੁਆਰਾ ਜਾਣ ਗਿਆ ਹਾਂ। ਤੁਹਾਡੀ ਕਿਰਪਾ ਦੇ ਨਾਲ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੇ ਇਸ ਕਰਕੇ ਸਾਡੇ ਆਪਣੇ ਹੋ ਭਾਵ ਸਾਡਾ ਆਤਮ ਸਰੂਪ ਹੋ ਜੇ। ਸਭੀ ਮਦ ਸਹਤੇ ਬਾਹਰ, हे ਅੰਤਰਜਾਮੀ, ਤੂੰ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਬੇਮੋਹਤਾਜ ਬਾਪਾ, ਤੇ ਇਸ ਕਰਕੇ ਤੁਸੀਂ ਆਤਮ ਰੂਪ ਹੋਣ ਕਰਕੇ ਸਾਰਿਆਂ ਦੇ ਮੱਧ ਕੀਏ ਵਿੱਚ ਹੋ, ਪਾਪਾਂ ਪੁੰਨਾਂ ਤੋਂ ਸੁਤੰਤਰ ਹੋਣ ਕਰਕੇ ਸਾਰਿਆਂ ਤੋਂ ਬਾਹਰ ਵੀ ਹੋ। ਸਭੀ ਮੱਧ ਸਭੀ ਤੇ ਬਾਹਰ, ਬੇਮੋਹਤਾਜ ਬਾਪਾ, ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ, ਘਟ ਕਰ ਅੰਤਰ ਸਦ ਹੀ ਜਾਗੈ। ਐਸਾ ਤੇਰਾ ਸਰੂਪ ਹੈ। ਅਸਤੀ ਪ੍ਰਾਂਤੀ ਪ੍ਰਿਆਤਾ ਰੂਪ ਹੋਣ ਕਰਕੇ ਆਪ ਸਾਰਿਆਂ ਦੇ ਵਿੱਚੋਂ, ਅਵਨਾਸੀ ਰੂਪ ਹੋਣ ਕਰਕੇ ਸਾਰਿਆਂ ਤੋਂ ਬਾਹਰ ਹੋ।
हे ਪਿਤਾ ਰੂਪ ਅਕਾਲ ਪੁਰਖ ਜੀ, ਆਪ ਬੇਹ ਤੁਮ ਬੇਹ ਮੁਹਤਾਜ ਹੁੰਦਾ, ਅਧੀਨ ਕੀ ਤੋਂ ਬੇਰਹਿਤ ਹੋ, ਤੁਸੀਂ ਅਧੀਨ ਨਹੀਂ ਹੋ ਕਿਸੇ, ਸਾਰਿਆਂ ਦਾ ਬਾਪਾ ਪਿਤਾ ਰੂਪ ਹੋ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਬੇਮੁਹਤਾਜ ਕਿਸੇ ਦੀ ਖੁਸ਼ਾਮਦ ਨਹੀਂ ਕਰਦੇ ਤੁਸੀਂ, ਤੇਰੇ ਅੰਦਰ ਕਿਸੇ ਦੀ ਮੇਰ ਤੇਰ ਨਹੀਂ ਹੈ, ਤੂੰ ਸਭਨਾਂ ਦਾ ਸਮਾਨ ਜਾਣਦਾ ਸਾਰਿਆਂ ਨੂੰ। ਇਸ ਤਰ੍ਹਾਂ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਜਿਹੜਾ ਹੈ ਕਿ ਉਹ ਬੇਮੁਹਤਾਜ ਹੁੰਦੇ ਨੇ, ਬੇਖੁਆਸ਼ ਹੋ ਜਾਂਦੇ ਨੇ, ਇਹ ਸੇਵਕਾਂ ਨੂੰ ਦਾਤ ਦਿੱਤੀ ਹੈ ਮਹਾਰਾਜ ਨੇ। ਪਿਤਾ ਹੋ ਜਾਣੋ ਨਾਹੀ, ਇਹ ਮੇਰੇ ਪਿਤਾ ਅਕਾਲ ਪੁਰਖ, ਅਸੀਂ ਨਹੀਂ ਜਾਣਦੇ ਹਾਂ ਤੇਰੇ ਇਹਨਾਂ ਭੇਦਾਂ ਨੂੰ। ਤੇਰੀ ਕਵਨ ਜੁਗਤਾ, ਤੇ ਇਹ ਤੇਰੀ ਅਭੇਦ ਹੋਣ ਦੀ ਕਿਹੜੀ ਜੁਗਤੀ ਹੈ ਉਹ ਅਸੀਂ ਨਹੀਂ ਜਾਣਦੇ। ਪਿਤਾ ਹੋ ਜਾਣੋ ਨਾਹੀ, ਸਾਨੂੰ ਨਹੀਂ ਪਤਾ ਲੱਗਦਾ ਕਿਹੜੇ ਤਰੀਕੇ ਨਾਲ ਭੇਦ ਹੋਈਦਾ ਜੁੜੀਦਾ, ਤੇ ਮੈਂ ਨਹੀਂ ਜਾਣਦਾ ਤੇਰੀ ਪ੍ਰਸੰਨਤਾ ਪ੍ਰਾਪਤ ਕਰਨ ਦੀ ਕਿਹੜੀ ਜੁਗਤੀ ਵਰਤਾਂ, ਮੈਂ ਕਿਵੇਂ ਤੇਰੇ ਨਾਲ ਜੁੜਾਂ। ਬੰਧਨ ਮੁਕਤ ਸੰਤ ਹੋ, हे ਸੰਤ ਜਨੋ, ਗੁਰ ਪਰਮੇਸ਼ਰ ਬੰਧਨਾਂ ਤੋਂ ਮੁਕਤ ਰਹਿਤ ਹੈ, ਇਸ ਕਰਕੇ ਬੰਧਨ ਮੁਕਤ ਸੰਤ ਹੋ। ਇਸ ਕਰਕੇ ਕਰਤਾ ਭੋਗਤਾ ਪੁਣੇ ਦੇ ਜਿਹੜੇ ਬੰਧਨ ਉਹ ਨਹੀਂ ਹਨ ਸਤਿਗੁਰੂ ਦੇ, ਸਤਿਗੁਰੂ ਪਰਮੇਸ਼ਰ ਰੂਪ ਹਨ। ਉਹਨੂੰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਜੀ। ਮੇਰੀ ਰਾਖੈ ਮਮਤਾ, ਮਮਤਾ ਦਾ ਅਰਥ ਹੈ ਮੇਰ, ਮੇਰੀ ਮੇਰ ਰਾਖੇ ਰੱਖਣਾ ਕਰੋ ਜੀ, ਕਿ ਮੈਂ ਤੁਹਾਡਾ ਸਿੱਖ ਹਾਂ, ਇਹ ਤੁਸੀਂ ਮੇਰ ਕਰਿਆ ਕਰੋ ਵੀ ਮੇਰਾ ਸਿੱਖ ਹੈ ਇਹ ਮੇਰੀ ਮਮਤਾ ਰੱਖੋ। ਜੇ ਸਤਿਗੁਰੂ ਪਰਮੇਸ਼ਰ, ਸਤਿਗੁਰੂ ਕਿਰਪਾ ਕਰ, ਜੇ ਸਤਿਗੁਰੂ ਪਰਮੇਸ਼ਰ ਇਸ ਤਰ੍ਹਾਂ ਮੇਰੀ ਰਾਖੈ ਮਮਤਾ ਮੇਰ ਰੱਖ ਲੈਣ, हे ਸੰਤ ਜਨੋ, ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ। ਫਿਰ हे ਪਰਮੇਸ਼ਰ, ਸਾਡੇ ਮੇਰੀ ਨਹੀਂ ਰੱਖੇਗਾ ਤਾਂ ਸਵੇ ਸਾਨੂੰ ਮੁਕਤ ਕਿਵੇਂ ਕਰੇਗਾ, ਅਸੀਂ ਮੁਕਤ ਨਹੀਂ ਹੋ ਸਕਾਂਗੇ। हे ਸੰਤ ਜਨੋ, ਪਰਮੇਸ਼ਰ ਬੰਧਨਾਂ ਤੋਂ ਰਹਿਤ ਹੈ। ਆਪ ਵੀ ਬੇਨਤੀ ਕਰੀਏ ਕਿ हे ਅਕਾਲ ਪੁਰਖ, ਮੇਰੀ ਵੀ ਮਮਤਾ ਤੋਂ ਰੱਖਿਆ ਕਰੋ, ਇਹ ਮਮਤਾ 'ਚ ਮੈਂ ਫਸਾ ਨਾ ਜਾਣੀ, ਪਰਿਵਾਰ ਦੀ ਹੈ। ਸਾਡੇ ਅੰਦਰ ਦੇਹ ਦਾ ਅਭਿਮਾਨਤਾ ਹੈ, ਕਿਸੇ ਪ੍ਰਕਾਰ ਵੀ ਇਹ ਜਿਹੜੀ ਮੇਰ ਤੇਰ ਹੈ ਪਦਾਰਥਾਂ ਦੀ, ਇਹ ਨਾ ਫੁਰੇ ਸਾਨੂੰ, ਐ ਵੀ ਇਹਦਾ ਅਰਥ ਜਾਣਨਾ ਜੀ। ਭਏ ਕਿਰਪਾਲ ਠਾਕੁਰ, ਤੇ ਜਿਸ ਵੇਲੇ ਬੇਨਤੀਆਂ ਕਰੀਏ ਠਾਕੁਰ ਪਰਮੇਸ਼ਰ ਕਿਰਪਾਲੂ ਹੋ ਗਏ, ਜਦੋਂ ਰਹਿਓ ਆਵਣ ਜਾਣਾ, ਪਰਮੇਸ਼ਰ ਦੀ ਕਿਰਪਾਲਤਾ ਨਾਲ ਜਿਹੜਾ ਜੰਮਣ ਮਰਨ ਤੋਂ ਦੁਨੀਆ ਦੇ ਵਿੱਚ ਆਉਣਾ ਜਾਣਾ, ਮਰ ਕੇ ਜਾਣਾ ਸੀ, ਜੰਮ ਕੇ ਆਉਣਾ ਸੀ, ਇਹ ਤੋਂ ਰਹਿਤ ਹੋ ਜਾਈਦਾ ਹੈ। ਫਿਰ ਤੇ ਇਸ ਤਰ੍ਹਾਂ ਜਦੋਂ ਭਏ ਕਿਰਪਾਲ, ਇੱਕ ਵਾਰੀ ਫਿਰ ਬੋਲੇ ਜੀ, ਇਹ ਭਏ ਕਿਰਪਾਲ ਠਾਕੁਰ, ਤੇ ਜਿਸ ਵੇਲੇ ਕਿਰਪਾਲੂ ਠਾਕੁਰ ਦਾ ਸਰੂਪ ਗੁਰੂ ਸਾਹਿਬ ਜੀ ਕਿਰਪਾਲੂ ਹੋ ਗਏ, ਜਦੋਂ ਗੁਰੂ ਨਾਨਕ ਸਾਹਿਬ ਰਹਿਓ ਆਵਣ ਜਾਣਾ, ਫਿਰ ਸਿੱਖ ਦਾ ਆਉਣਾ ਜਾਣਾ ਜੰਮਣਾ ਵਰਨਾ ਗੁਰੂ ਸਾਹਿਬ ਕਿਰਪਾ ਕਰਕੇ ਖਤਮ ਕਰ ਦਿੰਦੇ ਨੇ। ਗੁਰਮੁਰ ਨਾਨਕ, ਤੇ ਗੁਰੂ ਨੂੰ ਮਿਲ ਕੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਤਾਂ ਗੁਰੂ ਦੀ ਮਹਾਨਤਾ ਦੱਸੀ ਹੈ। ਔਰ ਬ੍ਰਹਮ ਪਛਾਣਾ, ਉਹ ਫਿਰ ਬ੍ਰਹਮ ਜਿਹੜਾ ਸਾਰੇ ਵਿਆਪਕ ਆ ਉਹਨੂੰ ਪਹਿਚਾਣ ਲਈਦਾ ਗੁਰੂ ਨੂੰ ਮਿਲ ਕੇ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਪਹਿਲਾ। ਸ੍ਰੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਰਾਗ ਦੇ ਪਹਿਲੇ ਸੁਰ ਤਾਲ ਵਿੱਚ ਹੈ। ਪਿਛਲੇ ਸਾਲ ਸਤਿਗੁਰੂ ਨੇ ਦੱਸਿਆ ਸੀ ਕਿ ਸਤਿਗੁਰਾਂ ਨਾਲ ਮਿਲ ਕੇ ਤੇ ਉਹਨਾਂ ਨੂੰ ਉਹ ਪਰਮੇਸ਼ਰ ਨੂੰ ਪਛਾਣ ਲਈਦਾ, ਪ੍ਰਾਪਤ ਹੋ ਜਾਂਦਾ। ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੈ। ਇਹ ਸ਼ਬਦ ਦੁਆਰਾ ਵੀ ਇਹੀ ਅਵਸਥਾ ਕਥਨ ਕਰਦੇ ਹਨ। ਸੰਤ ਜਨਾ ਮਿਲ ਭਾਈਆ, हे ਭਾਈ, ਸੰਤ ਜਨ ਜਿਹੜੇ ਸਿਮਰਨ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਮਿਲ, ਉਹਨਾਂ ਪਿਆਰੇ ਜਨਾਂ ਦੇ ਨਾਲ ਮਿਲ ਮਿਲਾਪ ਕਰ, ਤੇ ਉਹਨਾਂ ਦੇ ਨਾਲ ਮਿਲ ਕਰਕੇ ਕੀ ਹੋਏਗਾ ਤੈਨੂੰ ਫਿਰ ਦੱਸ ਦੇਣ। ਕਟਿਆੜਾ ਜਮ ਕਾਲ, ਜਿਹੜਾ ਜਮ ਸਾਰਿਆਂ ਦਾ ਕਾਲ ਖਾਤਮਾ ਕਰਨ ਵਾਲਾ ਹੈ, ਨਾਸ ਕਰਨ ਵਾਲਾ ਹੈ, ਉਹ ਜਮ ਦੇ ਤਾਈਂ ਕਟਿਆੜਾ ਕੱਟਣਾ ਕੀਤਾ, ਫਿਰ ਐਂ ਕੱਟਿਆ ਜਾਊਗਾ। हे ਭਾਈ, ਜਮ ਜਿਹੜਾ ਜੰਮਣ ਤੇ ਕਾਲ ਮਿਰਤੂ, ਜੰਮਣ ਤੇ ਮਰਨ ਦੇ ਵਿੱਚ ਇਹ ਸਮਾਂ ਤੇਰਾ ਕਟਿਆ ਜਾਊਗਾ। ਸੰਤ ਜਨਾਂ ਨੂੰ ਜੇ ਤੂੰ ਮਿਲੇ ਉਹਨਾਂ ਦੀ ਸੰਗਤ ਵਿੱਚ, ਜੋ ਕਾਲ ਸਿਰ ਦੇ ਉੱਤੇ ਜਮਾ ਹੋ ਰਿਹਾ ਹੈ ਉਹ ਕਟਿਆ ਗਿਆ। ਕਾਲ ਕਾਲਾ ਜੋ ਅਗਿਆਨ ਹੈ ਹਿਰਦੇ ਦੇ ਅੰਦਰ, ਉਹ ਜਮਾ ਹੋਇਆ ਵੈ, ਇਸਤਤ ਹੋਇਆ ਵੈ। हे ਭਾਈ, ਸੰਤ ਜਨਾਂ ਨਾਲ ਮਿਲ ਕੇ ਉਹ ਕਾਲਾ ਅਗਿਆਨ ਜਿਹੜਾ ਕਟਿਆੜਾ ਕਟਿਆ ਜਾਏਗਾ। ਜੋ ਪਹਿਲਾਂ ਸਾਡੇ ਹਿਰਦੇ ਅਗਿਆਨ ਦਾ ਪਰਦਾ ਪਾਇਆ ਹੋਇਆ ਸੀ, ਹਿਰਦੇ ਦੇ ਅੰਦਰ ਮੱਸਿਆ ਦੀ ਰਾਤ ਵਾਂਗੂ ਕਾਲੀ ਬੋਲੀ ਰਾਤ ਸੀ, ਸੱਚ ਰੂਪ ਚੰਦਰਮਾ ਨਹੀਂ ਸੀ ਚੜ੍ਹਦਾ। ਹੁਣ ਜਦੋਂ ਸੰਤ ਜਨਾਂ ਨਾਲ ਮਿਲਾਪ ਹੋ ਗਿਆ, ਸਿਮਰਨ ਕੀਤਾ, ਤੇ ਅਗਿਆਨ ਦਾ ਕਾਲਾ ਪਰਦਾ ਦੂਰ ਹੋ ਗਿਆ, ਤੇ ਉਹ ਗਿਆਨ ਦੀ ਮਿੱਠੀ ਮਿੱਠੀ ਚਾਂਦਣੀ ਰਾਤ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ, ਤੇ ਆਨੰਦ ਆਉਣ ਲੱਗਿਆ। ਇਉਂ ਕਟਿਆੜਾ
ਜਮਕਾਲ ਇਹਦੇ ਐਨੇ ਅਰਥ ਸੰਪਰਦਾ ਚ ਮੰਨੇ ਹੈ ਜੀ। ਸੱਚਾ ਸਾਹਿਬ ਮਨ ਉਠਾ, ਜਦੋਂ ਖਸਮ ਮਾਲਕ ਸਤਿਗੁਰੂ ਦਿਆਲੂ ਹੋ ਗਏ ਹੈ ਜਦੋਂ, ਤੇ ਅੱਗੇ ਪੜ੍ਹ ਦੋ ਸਾਰੀ। ਹੋਆ ਖਸਮ ਦਇਆਲ, ਸੱਚਾ ਸਾਹਿਬ ਮਨ ਬੁੱਠਾ ਉਦੋਂ ਬਸੇਗਾ ਕਦੋਂ? ਹੋਆ ਖਸਮ ਦਇਆਲ, ਜਦੋਂ ਖਸਮ ਮਾਲਕ ਸੱਚੇ ਪਾਤਸ਼ਾਹ ਦਿਆਲੂ ਹੋ ਜਾਣ। ਸੱਚਾ ਨਾਸ ਤੋਂ ਰਹਿਤ ਜਿਹੜਾ ਅਕਾਲ ਪੁਰਖ ਹੈ ਵਾਹਿਗੁਰੂ, ਉਹ ਮਨ ਵਿੱਚ ਬੁੱਠਾ ਬਸ ਜਾਂਦਾ ਹੈ, ਬਸ ਗਿਆ ਹੈ। ਪੂਰਾ ਸਤਿਗੁਰ ਭੇਟਿਆ, ਪੂਰਨ ਸਤਿਗੁਰੂ ਜਦੋਂ ਭੇਟਿਆ ਮਿਲੇ, ਸਤਿਗੁਰੂ ਜੀ ਐਸੀ ਕਿਰਪਾ ਕਰ ਦਿੱਤੀ ਉਹਨਾਂ ਨੇ। ਬਿਨਸਿਆ ਸਭ ਜੰਜਾਲ, ਇਹ ਜੰਜਾਲ ਬੰਧਨ ਪਏ ਹੋਏ ਸੀ ਸਾਰੇ, ਕਰਤਾ ਭੋਗਦਾ ਦੇ ਸਾਰੇ ਨਾਸ ਹੋ ਗਏ, ਜੰਜਾਲ ਬਿਨਸ ਗਏ, ਨਾਸ ਹੋ ਗਏ। ਪੂਰਨ ਰੂਪ ਦੇ ਵਿੱਚ ਬਿਨਸਿਆ, ਬਿਨਸ ਗਏ ਭਾਵ ਪੂਰਨ ਰੂਪ ਦੇ ਵਿੱਚ ਨਾਸ ਹੋ ਗਏ। ਇਸ ਕਰਕੇ ਜਿਹੜੇ ਪੂਰਨ ਰੂਪ ਦੇ ਵਿੱਚ ਨਾਸ ਹੋ ਗਏ, ਸਾਰੇ ਜੰਜਾਲ ਬੰਧਨ ਬਿਨਸਿਆ ਬਿਨਸ ਗਏ, ਤੇ ਕੋਈ ਵੀ ਬੰਧਨ ਬਾਕੀ ਰਿਹਾ, ਮੁਕੰਮਲ ਤੌਰ ਤੇ ਸਾਰੇ ਨਾਸ ਹੋ ਗਏ। ਮੇਰੇ ਸਤਿਗੁਰਾ ਹਾਂ ਤੁਧ ਵਿਟੋ ਕੁਰਬਾਨ, ਇਹ ਮੇਰੇ ਸਤਿਗੁਰੂ ਜੀ ਹਉ ਮੈਂ ਆਪ ਜੀ ਦੇ ਵਿਟੋਂ ਉਪਰੋਂ ਕੁਰਬਾਨ ਬਰਿਹਾਰ ਜਾਂਦਾ ਹਾਂ। ਤੇਰੇ ਦਰਸ਼ਨ ਕਾ ਬਲਿਹਾਰਣ, ਤੇਰੇ ਦਰਸ਼ਨਾਂ ਨੂੰ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ ਮੈਂ। ਬਲਿਹਾਰ ਜਿੱਥੇ ਬਲ ਹਾਰ ਜਾਈਏ ਉਹਨੂੰ ਬਲਿਹਾਰ ਸ਼ਬਦ ਕਹੀਦਾ ਹੈ। ਸਰੀਰਕ ਬਲ ਹਾਰ ਜਵੇ, ਧਨ ਦਾ ਬਲ ਹਾਰ ਜਵੇ, ਭਰਾਵਾਂ ਦਾ ਬਲ ਹਾਰ ਜਵੇ, ਬੁੱਧੀ ਦਾ ਬਲ ਹਾਰ ਜਵੇ, ਸਾਧਨਾ ਦਾ ਬਲ ਹਾਰ ਜਵੇ, ਇਉਂ ਫਿਰ ਉਹਨੂੰ ਕਹੀਦਾ ਬਲਿਹਾਰ। ਬਲ ਹਾਰ ਗਿਆ ਹੈ, ਮੈਂ ਬਲਿਹਾਰ ਜਾਣਾ ਤੇਰੇ ਦਰਸ਼ਨਾਂ ਤੋਂ। ਤੁਸ ਦਿੱਤਾ ਅੰਮ੍ਰਿਤ ਨਾਮ, ਕਿਉਂਕਿ ਆਪ ਜੀ ਨੇ ਤੁਸ ਨਾਮ ਹੈ ਪ੍ਰਸੰਨ ਹੋਣ ਦਾ, ਮਿਰਤੂ ਤੋਂ ਰਹਿਤ ਹੋਣ ਵਾਲਾ, ਪ੍ਰਸੰਨ ਹੋ ਕੇ ਨਾਮ ਬਖਸ਼ ਦਿੱਤਾ ਤੁਸੀਂ। ਅਸਥਾਈ ਦੇ ਕੇ ਫਰਮਾਉਂਦੇ ਐ, ਜਿਨ ਤੂੰ ਸੇਵਿਆ ਭਾਵ ਕਰ, ਜਿਨ੍ਹਾਂ ਨੇ ਤੈਨੂੰ ਪ੍ਰੇਮ ਕਰਕੇ, ਭਾਵ ਨਾਮ ਪ੍ਰੇਮ ਦਾ ਹੈ, ਭਾਵਨਾ ਕਰਕੇ ਸੇਵਨਾ ਕੀਤਾ ਹੈ, ਸਿਮਰਨ ਕੀਤਾ ਹੈ। ਸਹੀ ਪੁਰਖ ਸੁਜਾਨ, ਉਹੀ ਪੁਰਖ ਸੁਜਾਨ ਸ੍ਰੇਸ਼ਟ ਸਿਆਣੇ ਮੰਨੇ ਜਾਂਦੇ ਨੇ। ਉਹ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਸਰੂਪ ਹਨ। ਜਿਨ੍ਹਾਂ ਪਿੱਛੇ ਛੁੱਟੀ ਹੈ, ਤੇ ਉਹਨਾਂ ਦੇ ਪਿੱਛੇ ਲਾ ਕੇ ਭਾਈ ਛੁਟਕਾਰਾ ਹੋ ਜਾਂਦਾ ਜੰਮਣ ਮਰਨ ਤੋਂ। ਜਿਨ੍ਹਾਂ ਅੰਦਰ ਨਾਮ ਨਿਧਾਨ, ਜਿਨ੍ਹਾਂ ਦੇ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਹੈ ਵਾਹਿਗੁਰੂ ਦਾ। ਗੁਰ ਜੀਵੜ ਦਾਤਾ ਕੋ ਨਹੀਂ, ਸਤਿਗੁਰੂ ਵਰਗਾ ਤਾਂ ਹੋਰ ਕੋਈ ਦਾਤਾ ਹੀ ਨਹੀਂ ਸੰਸਾਰ ਦੇ ਵਿੱਚ। ਜਿਨ ਦਿੱਤਾ ਆਤਮ ਦਾਨ, ਜਿਨ੍ਹਾਂ ਨੇ ਆਤਮਿਕ ਦਾਨ ਦਿੱਤਾ ਹੈ, ਬ੍ਰਹਮ ਆਤਮਾ ਦਾ ਗਿਆਨ ਕਰਾ ਦਿੱਤਾ ਹੈ, ਸਾਡੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਸਿਖਿਆਤਾ ਕਰਾ ਕੇ ਦਿੱਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਦੇਵਤਾ ਵੀ ਨਹੀਂ ਹੈ ਕੋਈ, ਆਏ ਸੇ ਪ੍ਰਵਾਨ ਹੈ। ਉਹ ਸੰਸਾਰ ਦੇ ਚ ਆਏ ਹੋਏ ਸਫਲੇ ਹੋ ਗਏ, ਪ੍ਰਮਾਣਿਕ ਹੋ ਗਏ। ਕੌਣ? ਅੱਗੇ ਦੱਸਦੇ ਨੇ, ਜਿਨ ਗੁਰ ਮਿਲਿਆ ਸੁਭਾਏ, ਜਿਨ੍ਹਾਂ ਨੂੰ ਸੁਭਾਏ ਸਹਿਤ ਪ੍ਰੇਮ ਦੇ ਸਤਿਗੁਰੂ ਮਿਲ ਗਏ, ਜਿਨ੍ਹਾਂ ਨੂੰ ਗਿਆਨ ਸਰੂਪ ਸਤਿਗੁਰੂ ਜੀ ਮਿਲੇ, ਗਿਆਨ ਦਾ ਸੁਭਾਏ ਪ੍ਰਕਾਸ਼ ਹੋ ਗਿਆ ਹੈ। ਸੱਚੇ ਸੇਤੀ ਰਤਿਆ, ਜਿਹੜੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਚ ਰੰਗੇ ਗਏ ਹਨ। ਦਰਗਹ ਵੈਸਣ ਜਾਏ, ਉਹ ਸੱਚੇ ਪ੍ਰਭੂ ਦੇ ਨਾਮ ਨਾਲ ਰਤਿਆਂ ਤਦਾਕਾਰ ਹੋਣ ਕਰਕੇ ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ ਬੈਠਣ ਦੇ ਲਈ ਜਾਏ ਜਗ੍ਹਾ ਮਿਲਦੀ ਹੈ। ਜੋ ਤੁਰਿਆ ਪਦ ਰੂਪੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ, ਉਹ ਬ੍ਰਹਮਾਨੰਦ ਰੂਪ ਸਿੰਘਾਸਣ ਤੇ ਬੈਠਣ ਦੇ ਲਈ ਜਾਏ ਜਗ੍ਹਾ ਮਿਲ ਜਾਂਦੀ ਹੈ। ਕਰਤੇ ਹੱਥ ਵਡਿਆਈਆ, ਇਹ ਸਾਰੀਆਂ ਵਡਿਆਈਆਂ ਜਸ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਹੈ, ਉਹਦੇ ਹੱਥ ਦੇ ਵਿੱਚ ਹੀ ਹਨ, ਉਹਦੇ ਅਧੀਨ ਹਨ। ਪੂਰਵ ਲਿਖਿਆ ਪਾਏ, ਜਿਨ੍ਹਾਂ ਨੇ ਪੂਰਨ ਨਿਸ਼ਕਾਮ ਕਰਮ ਲਿਖੇ ਹੋਏ ਨੇ ਮੱਥੇ ਦੇ ਉੱਤੇ, ਪਰਮੇਸ਼ਰ ਨੇ ਲਿਖ ਦਿੱਤੇ ਹੈ, ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ। ਫਿਰ ਉਹ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਉਪਦੇਸ਼ ਲੈਣ ਦੇ ਲਈ ਆਉਂਦੇ ਆ। ਪਰਮੇਸ਼ਰ ਦਾ ਨਾਮ ਹਿਰਦੇ 'ਚ ਲਿਖ ਲਿਆ ਜਿਨ੍ਹਾਂ ਨੇ, ਉਹ ਫਿਰ ਸਰੂਪ ਦੀ ਪ੍ਰਾਪਤੀ ਪਾ ਲੈਂਦੇ ਹਨ। ਸੱਚ ਕਰਤਾ ਸੱਚ ਕਰਨਹਾਰ, ਉਹ ਸਤਿਗੁਰੂ ਸਾਹਿਬ ਜੀ ਸੱਚੇ ਅਕਾਲ ਪੁਰਖ ਦਾ ਸਰੂਪ ਹਨ। ਸਿੱਖਾਂ ਦੀ ਤਾਂ ਹੀ ਸਤਿਨੇਮ ਦਾ ਉਪਦੇਸ਼ ਜਿਹੜਾ ਇਹ ਕਰਨ ਵਾਲੇ ਨੇ, ਕਰਨਹਾਰ ਨੇ। ਸਿੱਖਾਂ ਦੀ ਕਲਿਆਣ ਕਰਨਹਾਰ ਕਰਨ ਵਾਲੇ ਹਨ। ਸੱਚ ਸਾਹਿਬ ਸੱਚ ਟੇਕ, ਸੱਚਾ ਅਕਾਲ ਪੁਰਖ ਆਪ ਹੀ ਸੰਸਾਰ ਦਾ ਕਰਤਾ ਹੈ, ਤੇ ਸੱਚ ਸਰੂਪ ਵਾਹਿਗੁਰੂ ਸੰਸਾਰ ਦੀ ਪਾਲਣਾ ਕਰਨਹਾਰ ਕਰਨ ਵਾਲਾ ਹੈ। ਉਹ ਆਪ ਹੀ ਸਹਿ ਮਾਇਆ ਬਿਰਤੀ ਦੁਆਰਾ ਉਹ ਸਾਰਿਆਂ ਦਾ ਮਾਲਕ ਹੈ, ਲੋਕ ਪਰਲੋਕ ਦੇ ਵਿੱਚ ਸੱਚਾ ਹੈ। ਹਿਰਦੇ ਦੇ ਅੰਦਰ ਉਸ ਦੀ ਧਾਰੀ ਹੋਈ ਓਟ ਉਹ ਵੀ ਸੱਚੀ ਹੈ। ਸੱਚੇ ਪਰਮੇਸ਼ਰ ਦੀ ਸੱਚੀ ਟੇਕ ਓਟ ਹਿਰਦੇ 'ਚ ਧਾਰਨ ਕਰਨੀ ਚਾਹੀਦੀ ਹੈ। ਪਰਮੇਸ਼ਰ ਦਾ ਹੀ ਆਸਰਾ ਤੱਕਣਾ ਚਾਹੀਦਾ ਹੈ। ਸੱਚੋ ਸੱਚ ਬਖਾਣੀਐ, ਇਹ ਭਾਈ ਸੱਚੇ ਦਾ ਸਰਵਣ ਕਰਨਾ, ਸੱਚੋ ਸੱਚ ਬਖਾਣੀ ਹੈ।
ਸਤਿਗੁਰੂ ਜੀ ਕੀ ਕਰਦੇ ਨੇ? ਉਹ ਸੱਚੇ ਦਾ ਸਰਵਣ ਕਰਾਉਂਦੇ ਆ, ਸੱਚੇ ਦਾ ਮੰਨਣ ਕਰਾਉਂਦੇ ਹਨ। ਸੱਚੋ ਬੁੱਧ ਵਿਵੇਕ, ਤਿੰਨਾਂ ਕਾਲਾਂ 'ਚ ਪਰਮੇਸ਼ਰ ਨੂੰ ਨਿਸ਼ਚੈ ਕਰਾ ਕੇ ਸਤ ਸਰੂਪ ਦਾ ਕਥਨ ਕਰੀਦਾ। ਇਹ ਵੀ ਅਰਥ ਪਿੱਛੇ ਜਾਣਨਾ, ਜਿਨ੍ਹਾਂ ਦੀ ਬੁੱਧ ਦੇ ਅੰਦਰ ਜੀਵ ਈਸ਼ ਦੀ ਏਕਤਾ ਵਾਲਾ ਰੂਪ ਵਿਵੇਕ ਹੈ, ਉਹਨਾਂ ਦੇ ਅੰਦਰ ਸੱਚਾ ਵਾਹਿਗੁਰੂ ਪ੍ਰਗਟ ਹੋਇਆ। ਬਿਬ ਨਾਮ ਦੋ ਦਾ ਹੁੰਦਾ, ਏਕ ਨਾਮ ਇੱਕ ਦਾ। ਜੀਵ ਵੱਖਰਾ ਦਿਸਦਾ ਹੈ, ਈਸ਼ਵਰ ਵੱਖਰਾ ਦਿਖਦਾ ਹੈ। ਇਹ ਦੋਵਾਂ ਨੂੰ ਇੱਕ ਕਰ ਲੈਣਾ, ਇਹਦਾ ਨਾਮ ਵਿਵੇਕ ਹੈ। ਸਤ ਸਤ ਹੈ ਸਤ ਹੀ ਨਾਮ ਰੂ ਸੁਭਾਨ, ਐਸੋ ਜੋ ਵਿਚਾਰ ਹੈ ਤਾਹੇ ਵਿਵੇਕ ਪਹਿਚਾਨ। ਉਹਨੂੰ ਵਿਵੇਕ ਕਿਹਾ ਜਾਂਦਾ ਹੈ। ਸਰਬ ਨਿਰੰਤਰ ਰਵ ਰਹਿਆ, ਉਹ ਫਿਰ ਨਿਸ਼ਚਾ ਹੋ ਜਾਂਦਾ ਹੈ, ਸਾਰਿਆਂ ਦੇ ਅੰਦਰ ਇੱਕ ਰਸ ਉਹ ਪਰਮੇਸ਼ਰ ਰਵ ਰਿਹਾ, ਮਿਲ ਰਿਹਾ ਹੈ। ਜਪ ਨਾਨਕ ਜੀਵੈ ਏਕ, ਉਹ ਫਿਰ ਇੱਕ ਪਰਮੇਸ਼ਰ ਦਾ ਨਾਮ ਜਪ ਕੇ ਉਹਨਾਂ ਦਾ ਜੀਵਨ ਹੈ, ਉਹ ਜਿਉਂਦੇ ਹਨ। ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਕੀ ਕਿਰਪਾ ਕਰਦੇ ਨੇ। ਗੁਰ ਪਰਮੇਸ਼ਵਰ ਪੂਜੀਐ, ਭਾਈ ਤਨੋ ਮਨੋ ਲਾ ਕੇ ਅੱਗੇ ਪੜ੍ਹ ਦੋ ਸਾਰੀ ਪੰਕਤੀ। ਮਨ ਤਨ ਲਾਏ ਪਿਆਰ, ਇਹ ਭਾਈ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਪਰਮੇਸ਼ਰ ਦਾ ਗੁਰੂ ਦਾ ਪ੍ਰੇਮ ਲਾ ਕੇ ਪੂਜੀਐ। ਸਤਿਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਪੂਜੀਐ। ਸਤਿਗੁਰੂ ਨਾਨਕ ਦੇਵ ਜੀ ਪਰਮੇਸ਼ਰ ਰੂਪ ਨੇ, ਉਹਨਾਂ ਦਾ ਪੂਜਨ ਕਰੀਏ। ਜੰਮਣ ਮਰਨ ਤੋਂ ਰਹਿਤ ਹੋ ਜਾਈਦਾ। ਹਰ ਗੁਰੂ ਨਾਨਕ ਜੀ ਨੇ ਪਰਸਿਓ ਤੇ ਬਹੁਤ ਫਿਰ ਜੋਨ ਨਾ ਆਏ। ਜੰਮਣ ਮਰਨ ਚ ਨਹੀਂ ਆਉਂਦੇ, ਕਿਉਂਕਿ ਪਰਮੇਸ਼ਰ ਵਿੱਚ ਕੋਈ ਅੰਤਰਾ ਨਹੀਂ, ਇੱਕ ਰੂਪ ਹੈ। ਪਰ ਸਤਿਗੁਰਾਂ ਦੀ ਨਿਮਰਤਾ ਦੇ ਨਾਲ ਤੇ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ ਵੀ ਗੁਰੂ ਹੋਰ ਹੈ ਪਰਮੇਸ਼ਰ ਹੋਰ ਹੈ। ਪਰ ਇਹ ਨਿਮਰਤਾ ਦੇ ਵਚਨ ਅਭੇਦ ਹੁੰਦਿਆਂ ਹੋਇਆਂ ਵੀ ਤੇ ਮਹਾਰਾਜ ਸਾਹਿਬ ਜੀ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕੁੰਡ ਮੈਂ ਪਰੈ। ਭਾਈ ਦਿਆਸ ਨੇ ਮਹਾਰਾਜ ਤੁਸੀਂ ਇਹ ਵਚਨ ਕਹੇ ਆ, ਕਹਿੰਦੇ ਭਾਈ ਨਿਮਰਤਾ ਸਿੱਖਾਂ ਨੂੰ ਸਿਖਾਉਣ ਵਾਸਤੇ ਕਹੇ ਆ। ਉਂਝ ਠੀਕ ਹੈ, ਗੁਰਬਾਣੀ ਦੇ ਵਿੱਚ ਜੋ ਹੈ ਉਹਦਾ ਕੋਈ ਖੰਡਨ ਨਹੀਂ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਨੇ ਆਪ ਨਹੀਂ ਕਹਿ ਕੇ ਦਿੱਤਾ ਵੀ ਮੈਂ ਪਰਮੇਸ਼ਰ, ਇਹ ਨਿਮਰਤਾ ਹੈ। ਸਤਿਗੁਰ ਦਾਤਾ ਜੀ ਕਾ, ਸਤਿਗੁਰੂ ਜੀ ਜੀਵਨ ਜੀਵਾਂ ਦੇ ਨਾਮ ਦੇ ਦਾਤੇ ਹਨ। ਸਭ ਸੈ ਦੇ ਆਧਾਰ, ਤੇ ਉਹ ਗੁਰੂ ਚੇਤਨ ਸਰੂਪ ਹੈ, ਪਰਮੇਸ਼ਰ ਸਰੂਪ। ਸਾਵੇ ਜੀਵਨ ਦਾ ਆਧਾਰ ਸਤਿਗੁਰੂ ਹੀ ਹਨ। ਸਤਿਗੁਰ ਵਚਨ ਕਮਾਵਣੇ, ਇਸ ਕਰਕੇ ਸਤਿਗੁਰਾਂ ਦੇ ਵਚਨ ਕਮਾਉਣੇ ਚਾਹੀਦੇ ਹਨ। ਸੱਚਾ ਇਹੋ ਵਿਚਾਰ, ਇਹੀ ਸੱਚਾ ਵਿਚਾਰ ਹੈ। ਕਿਉਂਕਿ ਪਰਮੇਸ਼ਰ ਜਿਹੜਾ ਉਹ ਲੋਕ ਪ੍ਰਲੋਕ ਦੇ ਵਿੱਚ ਉਹੀ ਆਧਾਰ ਆਸਾ ਦੇਣ ਵਾਲਾ ਹੈ, ਉਸੇ ਦਾ ਆਸਰਾ ਤੱਕਣਾ ਚਾਹੀਦਾ। ਸਤਿਗੁਰੂ ਵਚਨ ਕਮਾਵਣੇ, ਸੱਚਾ ਇਹੋ ਵਿਚਾਰ। ਸਤਿਗੁਰਾਂ ਦੀ ਬਾਣੀ ਬਚਨ ਜਿਹੜੇ ਬਾਕ ਨੇ, ਇਹਨਾਂ ਦੀ ਕਮਾਈ ਬਾਣੀ ਦੀ ਕਰਨੀ ਚਾਹੀਦੀ ਹੈ ਸਾਨੂੰ। ਇਹੋ ਸੱਚਾ ਵਿਚਾਰ ਨਿਰਣਾ ਹੈ, ਏਦੋਂ ਪਰ ਕੋਈ ਵਿਚਾਰ ਨਹੀਂ ਹੋਰ। ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਦਾ ਜਿਹੜਾ, ਤੇ ਉਸ ਦੇ ਵਿਚਾਰ ਸੱਚੇ ਹੋ ਜਾਂਦੇ। ਜੋ ਸਤਿਗੁਰਾਂ ਦੇ ਬਚਨ ਨੂੰ ਕਮਾ ਨਹੀਂ ਸਕਦਾ, ਉਹਦੇ ਵਿਚਾਰ ਵੀ ਨਹੀਂ ਸੱਚੇ ਹੋ ਸਕਦੇ, ਕੱਚੇ ਹੋਣਗੇ। ਕੱਚੇ ਵਿਚਾਰ ਤੇ ਉਹਦੇ ਉਚਾਈ ਕਚਾਈ ਹੈ, ਤੇ ਫਿਰ ਉਹ ਭਾਈ ਨਾ ਆਪ ਤਰ ਸਕਦਾ ਨਾ ਹੋਰਾਂ ਨੂੰ ਤਾਰ ਸਕਦਾ। ਸੱਚੇ ਬਚਨਾਂ ਨੂੰ ਕਮਾਉਣਾ ਚਾਹੀਦਾ ਹੈ। ਨਾਨਕ ਕਹੇ ਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਇਹ ਕਿਹਾ ਮਹਾਰਾਜ ਸਾਹਿਬ ਨੇ। ਸਤਿਗੁਰੂ ਦੀ ਜਿਹੜੀ ਸਰੀਰ ਕਰਕੇ ਸੇਵਾ ਕਰਨੀ ਹੈ, ਆਪਾਂ ਸਰੀਰ ਕਰਕੇ ਸੇਵਾ ਕਰੀਏ, ਮਨ ਕਰਕੇ ਨਾਮ ਧਿਆਉਣਾ ਕਰੀਏ, ਮਨ ਵਿੱਚੋਂ ਹੰਕਾਰ ਦੂਰ ਕਰਨਾ, ਇਹ ਸਤਿਗੁਰਾਂ ਦੇ ਬਚਨ ਮੰਨੇ। ਜੋ ਇਹਨਾਂ ਨੂੰ ਕਮਾਉਂਦਾ ਹੈ ਪਾਰ ਹੋ ਜਾਂਦਾ ਹੈ। ਬਿਨ ਸਾਧੂ ਸੰਗਤ ਰਤਿਆ, ਸਾਧੂਆਂ ਦੀ ਸੰਗਤ ਦੇ ਵਿੱਚ ਰੰਗਿਆਂ ਤੋਂ ਬਿਨਾਂ, ਆਪਣੇ ਮਨ ਨੂੰ ਰੰਗਣ ਤੋਂ ਬਿਨਾਂ, ਮਾਇਆ ਮੋਹ ਸਭ ਛਾਰ। ਇਹ ਤਾਂ ਖੇ ਰੂਪ ਹੀ ਹੈ, ਮਾਇਆ ਦਾ ਮੋਹ ਹੈ ਜਿਹੜਾ। ਜੋ ਸਾਧੂ, ਜੋ ਮਨ ਨੂੰ ਸਾਧਨ ਵਾਲੇ ਸ੍ਰੇਸ਼ਟ ਪੁਰਸ਼ ਨੇ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਰਤਿਆਂ ਰੰਗੇ ਹੋਏ ਤੋਂ ਬਿਨਾਂ ਬਗੈਰ ਮਾਇਆ ਦਾ ਮੋਹ ਸਵਾਹ ਰੂਪ ਹੈ, ਝੂਠਾ ਰੂਪ ਹੈ। ਭਾਵ ਕਿ ਇਹ ਚਿੰਬੜਿਆ ਹੋਇਆ ਹੈ, ਇਹਨੂੰ ਝੂਠੇ ਨੂੰ ਚਿੰਬੜਿਆ ਰਹਿੰਦਾ ਹੈ, ਮਾਇਆ ਦੇ ਮੋਹ ਨੂੰ ਜੀਵ। ਸਾਧੂਆਂ ਦੀ ਸੰਗਤ ਤੋਂ ਬਿਨਾਂ ਮਾਇਆ ਦਾ ਮੋਹ ਸਾਰੇ ਜੀਵਾਂ ਨੂੰ, ਜੀਵਾਂ ਦੇ ਕਰਮ ਧਰਮ ਨੂੰ ਛਾਰ ਸਵਾਹ ਹੀ ਕਰੀ ਜਾਂਦਾ ਹੈ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਇਹ ਮੇਰੇ ਸੱਜਣ ਪਿਆਰੇ ਗੁਰਸਿੱਖੋ, ਮੇਰੇ ਮਿੱਤਰੋ, ਪਰਮੇਸ਼ਰ ਦੇ ਨਾਮ ਨੂੰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਨਾਮ ਨੂੰ ਸੰਭਾਲਣਾ ਕਰੋ ਤੁਸੀਂ। ਸਾਧੂ ਸੰਗਤ ਮਨ ਵਸੈ, ਗੁਰਮੁਖ ਪਿਆਰਿਆਂ ਦੀ ਸੰਗਤ ਜਿਹੜੀ ਹੈ, ਸਾਧੂ ਸੰਗਤ ਮਨ ਵਸੈ। ਸੰਗਤ ਮਿਲਣ ਕਰਕੇ ਮਹਾਰਾਜ ਪਰਮੇਸ਼ਰ ਦਾ ਨਾਮ ਹਿਰਦੇ 'ਚ ਬਸ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਫਿਰ ਅੱਗੇ ਵੀ ਦੱਸਦੇ ਨੇ ਵੀ ਘਾਲਣ ਕਮਾਈ ਜੋ ਹੈ ਪੂਰਨ ਹੋਵੇ। ਘਾਲ ਕਮਾਈ ਪੂਰਨ ਹੋ ਜਾਂਦੀ ਹੈ। ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਮਨ ਵਿੱਚ ਬਸ ਜਾਂਦਾ ਹੈ। ਜੀਵਾਂ ਦੀ ਘਾਲ ਕਮਾਈ ਸੰਪੂਰਨ ਹੋ ਜਾਂਦੀ ਹੈ। ਸਾਧੂਆਂ ਦੀ ਸੰਗਤ ਵੀ ਪਰਮੇਸ਼ਰ ਦੀ ਦਿਆਲਤਾ ਤੋਂ ਬਿਨਾਂ ਨਸੀਬ ਨਹੀਂ ਹੁੰਦੀ। ਸਾਧੂ ਸੰਗਤ ਤੋ ਵਸੈ ਜੋ ਆਪਨ ਹੋਏ ਦਿਆਲ।
ਵਾਹਿਗੁਰੂ ਇਹ ਕਿਰਪਾ ਕਰੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਗੁਰ ਸਮਰੱਥ ਅਪਾਰ ਗੁਰ ਸੱਚਾ ਸਤਿਗੁਰੂ ਸਮਰੱਥ ਹੈ 84 ਲੱਖ ਜੂਨਾਂ ਦੇ ਵਿੱਚ ਸਾਰੇ ਜੀਵ ਜਿਹੜੇ ਤਰਸਦੇ ਵੀ ਸਾਨੂੰ ਮਿਲਣ, ਤੇ ਉਹ ਪਰਮੇਸ਼ਰ ਵਾਹਿਗੁਰੂ ਗੁਰ ਸਮਰੱਥ ਅਪਾਰ ਗੁਰ ਸਰਬ ਸ਼ਕਤੀਮਾਨ ਹੈ, ਸਮਰੱਥ ਹੈ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਐਸਾ ਪਰਮੇਸ਼ਰ ਹੈ ਗੁਰੂ। ਬਡਭਾਗੀ ਦਰਸ਼ਨ ਹੋਏ ਉਹ ਜੰਮਣ ਮਰਨ ਤੋਂ ਰਹਿਤ ਕਰਨ ਨੂੰ ਸਮਰੱਥ ਹੈ। ਵੱਡੇ ਭਾਗਾਂ ਵਾਲਿਆਂ ਨੂੰ ਇਹ ਦਰਸ਼ਨ ਹੁੰਦੇ ਐਸੇ ਗੁਰੂ ਦੇ। ਸਾਰੇ ਪਾਪਾਂ ਨੂੰ ਬਖਸ਼ ਦਿੰਦਾ ਹੈ। ਅਪਾਰ ਪਾਰਾਵਾਰ ਤੋਂ ਰਹਿਤ, ਗੁਰੂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਹੋਰ ਅਵਤਾਰ ਪੈਗੰਬਰ ਦੇਵੀ ਦੇਵਤੇ ਪ੍ਰਕਿਰਤੀ ਦੇ ਵਿੱਚ ਨ ਹੋ। ਬਡਭਾਗੀ ਵੱਡੇ ਭਾਗਾਂ ਵਾਲਿਆਂ ਨੂੰ ਐਸੇ ਸੁੱਧ ਸਰੂਪ ਸਤਿਗੁਰੂ ਦੇ ਦੀਦਾਰ ਦਰਸ਼ਨ ਹੁੰਦੇ ਨੇ। ਗੁਰ ਅਗੋਚਰ ਨਿਰਮਲਾ ਸੱਚਾ ਸਤਿਗੁਰੂ ਅਗੋਚਰ ਇੰਦਰੀਆਂ ਦੇ ਅਵੇਸ਼ੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਤੇ ਨਿਰਮਲਾ ਕੀ ਇਹ ਸੁੱਧ ਸਰੂਪ ਹੈ। ਮਲ ਵਿਖੇਪ ਅਵਰਨ ਆਦਿ ਦੀ ਮੈਲ ਤੋਂ ਰਹਿਤ ਹੈ। ਗੁਰ ਜੀਵੜ ਅਵਰ ਨਾ ਕੋਏ ਸਤਿਗੁਰੂ ਸਾਰਿਆਂ ਤੋਂ ਵੱਡੇ ਨੇ। ਗੁਰ ਜੀਵੜ ਜਿੱਡਾ ਵੱਡਾ ਗੁਰੂ ਹੈ ਉਹਦਾ ਹੋਰ ਕੋਈ ਅਵਰ ਕੋਈ ਹੋਰ ਨਹੀਂ ਹੋ ਸਕਦਾ। ਗੁਰ ਕਰਤਾ ਗੁਰ ਕਰਨਹਾਰ ਸਤਿਗੁਰੂ ਸਿੱਖਾਂ ਨੂੰ ਨਾਮ ਦਾ ਉਪਦੇਸ਼ ਕਰਨ ਵਾਸਤੇ ਅਤੇ ਗੁਰੂ ਜੀ ਸਿੱਖਾਂ ਦੀ ਕਲਿਆਣ ਕਰਨ ਹਾਰ ਹਨ, ਕਰਨਹਾਰ। ਗੁਰ ਕਰਤਾ ਕੀ ਕਰਤਾ ਹੈ? ਉਪਦੇਸ਼ ਕਰਤਾ। ਉਪਦੇਸ਼ ਕਰਦੇ ਨੇ, ਕਲਿਆਣ ਕਰਨ ਹਾਰ ਹਨ। ਸਤਿਗੁਰੂ ਸੰਸਾਰ ਦੇ ਕਰਤਾ ਉਪਾਦਾਨ ਕਾਰਨ ਤੇ ਗੁਰੂ ਸਾਹਿਬ ਹੀ ਕਰਨਹਾਰ ਨਿਮਿਤ ਕਾਰਨ ਹਨ। ਸਤਿਗੁਰੂ ਕਰਤਾ ਭਾਵ ਈਸ਼ਰ ਰੂਪ ਹੋ ਕੇ ਸੰਸਾਰ ਨੂੰ ਰਚਦੇ ਹੈ। ਆਪ ਹੀ ਗੁਰੂ ਜੀ ਪਾਲਣਾ ਕਰਨਹਾਰ, ਆਪ ਹੀ ਕਰਨਹਾਰ ਪਾਲਣਾ ਕਰਦੇ ਨੇ। ਇਹ ਸਮਰੱਥਾ ਦੇ ਮਾਲਕ ਹੋਣ ਕਰਕੇ ਗੁਰਮੁਖ ਸੱਚੀ ਸੋਏ ਤੇ ਗੁਰਮੁਖਾਂ ਦੀ ਸੱਚੀ ਸੋਏ ਪ੍ਰਲੋਕ ਸ਼ੋਭਾ ਹੋ ਜਾਂਦੀ ਹੈ ਜਦੋਂ ਐਸਾ ਨਿਸ਼ਚਾ ਕਰਦੇ ਹੈ। ਗੁਰ ਤੇ ਬਾਹਰ ਕਿਛ ਨਹੀਂ ਭਾਈ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਹੈ। ਗੁਰ ਕੀਤਾ ਲੋੜੇ ਸੋ ਹੋਏ ਜੋ ਸੰਸਾਰ ਵਿੱਚ ਵਰਤਾਰਾ ਵਰਤਦਾ ਹੈ, ਜੋ ਕਰਨਾ ਚਾਹੁੰਦਾ ਪਰਮੇਸ਼ਰ ਉਹੀ ਹੁੰਦਾ ਹੈ। ਗੁਰ ਕੀਤਾ ਗੁਰ ਚੇਤਨ ਸਰੂਪ ਜੋ ਕਰਨਾ ਚਾਹੁੰਦਾ ਹੈ, ਜੋ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਹੈ, ਇਹ ਗੁਰੂ ਦੇ ਹੁਕਮ ਵਿੱਚ ਵਰਤ ਰਿਹਾ ਹੈ। ਸਤਿਗੁਰੂ ਹਰ ਜੀਵ ਦੀ ਹਰ ਹਰਕਤ ਹਰ ਫੁਰਨਾ ਜਾਣਦੇ ਨੇ। ਗੁਰੂ ਸਾਹਿਬ ਜੀ ਜੋ ਵੀ ਕੀਤਾ ਲੋੜੇ ਕਰਨਾ ਚਾਹੁੰਦੇ ਆ ਉਸੇ ਤਰ੍ਹਾਂ ਵਰਤਾਰਾ ਵਰਤ ਜਾਂਦਾ ਹੈ। ਸਭ ਕੁਝ ਉਸੇ ਤਰ੍ਹਾਂ ਹੋ ਜਾਂਦਾ ਜੋ ਚਾਹਣ। ਗੁਰ ਤੀਰਥ ਗੁਰ ਪਾਰ ਜਾਤ ਸਤਿਗੁਰੂ ਤਾਂ ਭਾਈ ਤੀਰਥ ਪਵਿੱਤਰ ਨੇ, ਤੇ ਪਵਿੱਤਰ ਜਲ ਦੇ ਨਾਲੋਂ ਵੀ ਉਹ ਚੱਲਦੇ ਪ੍ਰਵਾਹ ਵਾਂਗੂ ਨੇ। ਤੇ ਤੀਰਥ ਦੇ ਵਿੱਚ ਤਾਂ ਪਾਣੀ ਕਈ ਤੀਰਥਾਂ ਦਾ ਖੜਾ ਪਾਣੀ ਆ, ਕਈਆਂ ਦਾ ਚੱਲਦਾ। ਗੁਰ ਤੀਰਥ ਤੇ ਗੁਰੂ ਸਾਹਿਬ ਜੀ ਪਵਿੱਤਰ ਨੇ, ਚੱਲਦੇ ਪ੍ਰਵਾਹ ਵਾਂਗੂ ਨੇ, ਉਪਦੇਸ਼ ਦਿੰਦੇ ਰਹਿੰਦੇ ਹਨ। ਕਿਉਂਕਿ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਹਾਵਣ, ਪਸ਼ੂ ਪ੍ਰੇਤ ਹੋਂ ਦੇਵ ਕਰੈ। ਐਸੇ ਸਤਿਗੁਰੂ ਨੇ। ਐਸਾ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਹਨ। ਗੁਰ ਮਨਸਾ ਪੂਰਨਹਾਰ ਤੇ ਮਨਸਾ ਪੂਰਨਹਾਰ ਕੈਸੇ ਨੇ? ਜਿਵੇਂ ਜਿਹੜੇ ਪਾਰਜਾਤ ਬਿਰਛ ਹੈ। ਗੁਰੂ ਸਾਹਿਬ ਜੀ ਪਾਰਜਾਤ ਕਲਪ ਬਿਰਛ ਦੀ ਨਿਆਈ। ਉਹ ਕਲਪ ਬਿਰਛ ਦਾ ਜੜ ਹੈ। ਗੁਰੂ ਚੇਤਨ ਸਰੂਪ ਨੂੰ ਸਭ ਦੀਆਂ ਇੱਛਾ ਪੂਰੀਆਂ ਕਰਦੇ ਹੈ, ਮਨਸਾ ਪੂਰੀਆਂ ਕਰਦੇ ਨੇ। ਗੁਰੂ ਦੇ ਦਰ ਤਾਂ ਸ਼ਰਧਾ ਵਾਲਾ ਕੋਈ ਖਾਲੀ ਨਹੀਂ ਜਾਂਦਾ ਹੈ। ਤੇ ਕੋਈ ਇਸ ਤਰ੍ਹਾਂ ਦੇ ਨਿਖੇਬਤ ਦੇ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਇੱਕ ਵਾਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਬਹੁਤ ਵੱਡਾ ਜੋੜ ਮੇਲਾ ਹੋ ਕੇ ਹਟਿਆ, ਤੇ ਇੱਕ ਚੋਰ ਲੱਗਿਆ ਚੋਰੀਆਂ ਕਰਨ। ਉਹਨੇ ਇੱਕ ਚੋਰੀ ਕੀਤੀ, ਖੀਸਾ ਕੱਟਿਆ ਗਿਆ। ਉਹ ਆਇਆ ਮਹਾਰਾਜ ਕੋਲ, ਮਹਾਰਾਜ ਕਦੇ ਇੱਕ ਚੋਰੀ ਨਹੀਂ ਸੀ ਹੋਈ, ਮੇਰਾ ਖੀਸਾ ਕੱਟਿਆ ਗਿਆ। ਕਹਿੰਦੇ ਬਹਿ ਜਾ ਇੱਥੇ। ਥੋੜੇ ਚਿਰ ਨੂੰ ਇੱਕ ਹੋਰ ਆ ਗਿਆ, ਕਹਿੰਦਾ ਮੇਰਾ ਵੀ ਕੱਟਿਆ ਗਿਆ। ਕਹਿੰਦੇ ਤੂੰ ਵੀ ਬਹਿ ਜਾ ਇੱਥੇ। ਇੱਕ ਤੀਸਰਾ ਆ ਗਿਆ, ਕਹਿੰਦੇ ਮੇਰਾ ਵੀ ਕੱਟਿਆ ਗਿਆ। ਤੇ ਫਿਰ ਸਿੱਖ ਕਹਿਣ ਲੱਗੇ ਮਹਾਰਾਜ ਫਿਰ ਤਾਂ ਬਹੁਤ ਚੋਰ ਆ ਗਏ ਇੱਥੇ, ਤਾਂ ਵੀ ਕੋਈ ਪ੍ਰਬੰਧ ਕਰੋ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਚੋਰ ਤਾਂ ਇੱਕੋ ਹੀ ਆ, ਕਹਿੰਦੇ ਬਾਲੇ ਨਹੀਂ ਹੈਗੇ। ਇੰਨੇ ਨੂੰ ਚੌਥਾ ਹੋਰ ਆ ਗਿਆ ਇੱਕ, ਕਹਿੰਦੇ ਮਹਾਰਾਜ ਮੇਰਾ ਵੀ ਕੱਟਿਆ ਗਿਆ। ਕਹਿੰਦੇ ਬਹਿ ਜਾ। ਮਹਾਰਾਜ ਕਹਿੰਦੇ ਸਿੱਖਾਂ ਐਂ ਕਰ, ਲਾਲ ਰੰਗ ਦੀ ਤਾਂ ਪੱਗ ਬੰਨੀ ਵੀ ਹੈ, ਧੋਤੀ ਉਹਦੇ ਬੰਨੀ ਹੋਈ ਹੈ, ਗਲ ਦੇ 'ਚ ਪਾਈ ਹੋਈ ਹੈ ਮਾਲਾ, ਮੱਥੇ ਤੇ ਲਾਇਆ ਤਿਲਕ। ਕਹਿੰਦੇ ਫਲਾਣੇ ਚੌਂਕ 'ਚ ਖੜਾ, ਕਹਿੰਦੇ ਪਕੜ ਲਿਆ ਉਸ ਨੂੰ। ਉਹ ਗਿਆ, ਸਿੰਘ ਫੜ ਕੇ ਬਾਂਹ ਤੋਂ ਧੂ ਲਿਆ। ਉਹ ਕਹਿੰਦਾ ਮੈਨੂੰ ਕੀ ਫੜਦਾ? ਕਹਿੰਦਾ ਇੱਧਰ ਚੱਲ, ਪਾਤਸ਼ਾਹ ਨੇ ਬੁਲਾਇਆ, ਖੜਾ ਕਰਤਾ। ਮਹਾਰਾਜ ਕਹਿੰਦੇ ਉਹ ਬਸ਼ਰਮਾ, ਕਹਿੰਦੇ ਤੂੰ ਅਰਦਾਸ ਕੀਤੀ, ਕਹਿੰਦੇ ਤੈਂ ਅਰਦਾਸ ਕੀਤੀ ਮਹਾਰਾਜ ਮੈਂ 3 ਚੋਰੀਆਂ ਕਰੂੰਗਾ, ਮੈਂ ਪਕੜਿਆ ਨਾ ਜਾਵਾਂ। ਕਹਿੰਦੇ 3 ਚੋਰੀਆਂ ਕੀਤੀਆਂ, ਤੂੰ ਫੜ ਨਹੀਂ ਹੋਇਆ, ਤੇਰੀ ਅਰਦਾਸ ਕੀਤੀ ਕਿ ਅਸੀਂ ਮਨਜ਼ੂਰ ਕਰ ਲਈ ਸੀ, ਭਾਵੇਂ ਗੁਰੂ ਨਿਖਿਤ ਅਰਦਾਸਾਂ ਮਨਜ਼ੂਰ ਨਹੀਂ ਕਰਦਾ। ਤੂੰ ਕੀਤੀ ਸੀ? ਕਹਿੰਦਾ ਹਾਂ ਕੀਤੀ। ਕਹਿੰਦੇ ਕੱਢ ਦੇ ਸਾਰੇ ਪੈਸੇ, ਚੌਹਾਂ ਦੇ ਪੈਸੇ ਕੱਢਤੇ, ਬਣਤੇ ਮਹਾਰਾਜ ਨੇ। ਮਹਾਰਾਜ ਕਹਿੰਦੇ ਮੇਰੀ ਸ਼ਾਦੀ ਹੋ ਕੇ ਹਟੀ ਆ, ਕਹਿੰਦੇ ਵਿਆਹ ਦਾ ਕਾਰਜ ਸੀ, ਖੁਸ਼ੀ ਦਾ ਮੌਕਾ ਹੈ, ਕਹਿੰਦੇ ਨਹੀਂ ਤੈਨੂੰ ਜੇਲ੍ਹ ਖਾਨਾ ਕਰ ਛੱਡ ਦੇਣਾ ਸੀ, ਜੇਲ੍ਹ ਤੈਨੂੰ ਦੰਡ ਦਿੰਦੇ, ਪਰ ਤੈਨੂੰ ਹੁਣ ਦੰਡ ਨਹੀਂ ਦਿੰਦੇ।
ਦੱਸ ਹੁਣ ਤੋਂ ਤੇਰਾ ਕੀ ਕਰੀਏ, ਤੈਨੂੰ ਨਿਕਾਲ ਦੀ ਇੱਥੋਂ ਮੁੜ ਕੇ ਕਦੇ ਨਾ ਬੜੀ। ਕਹਿੰਦਾ ਮਹਾਰਾਜ ਮੁੜ ਕੇ ਤੇ ਨਹੀਂ ਵੜਦਾ, ਪਰ ਹੁਣ ਤੁਸੀਂ ਕਿਰਪਾ ਕਰ ਦਿਓ ਮੇਰੇ ਤੇ। ਕਹਿੰਦੇ ਅੱਛਾ ਸ਼ਰਧਾ ਹੋ ਆ ਗਈ। ਕਹਿੰਦੇ ਪਰਨ ਕਰਦਾ ਚੋਰੀ। ਕਹਿੰਦਾ ਚੋਰੀ ਤਾਂ ਕੀ ਕਰਨੀ ਹੈ ਮਹਾਰਾਜ, ਮੈਨੂੰ ਤਾਂ ਸਿੱਖੀ ਦਾ ਦਾਨ ਹੀ ਬਖਸ਼ ਦਿਓ। ਮਹਾਰਾਜ ਨੇ ਦੇਖੋ ਕੈਸੇ ਗੁਰੂ ਹੈ ਸਾਹਿਬ, ਮਨਸਾ ਪੂਰਨਹਾਰ ਵੀ ਹੋ ਗਏ, ਉਹਦੀ ਬਾਸ਼ਨਾ ਵੀ ਪੂਰੀ ਕਰਤੀ, ਅਰਦਾਸ ਵੀ ਸੁਣ ਲਈ, ਤੇ ਉਹਦੇ ਚੋਰ ਨੂੰ ਬਦਲ ਕੇ ਸਾਧ ਵੀ ਬਣਾਤਾ। ਇਸ ਕਰਕੇ ਗੁਰੂ ਦੀ ਕੋਈ ਰੀਸ ਨਹੀਂ ਕਰ ਸਕਦਾ। ਐਸਾ ਸਤਿਗੁਰੂ ਮਹਾਰਾਜ ਸਾਹਿਬ ਦਾ ਸਰੂਪ ਹੈ, ਕਰਨਹਾਰਨ ਸਤਿਗੁਰੂ ਮਹਾਰਾਜ ਸਾਹਿਬ ਜੀ। ਤੇ ਇਸ ਕਰਕੇ ਸਾਰਿਆਂ ਦੀ ਇੱਛਾ ਕਲਪਤਰ ਦੀ ਨਿਆਈ, ਬਿਰਛ ਦੀ ਨਿਆਈ ਇੱਛਾ ਪੂਰੀ ਕਰਕੇ ਦਿਖਾਤੀ ਕਲਗੀਧਰ ਮਹਾਰਾਜ ਨੇ। ਗੁਰਦਾਤਾ ਹਰ ਨਾਮ ਦੇ, ਤੇ ਪਰਮੇਸ਼ਰ ਦਾ ਸਰੂਪ ਹੋਣ ਕਰਕੇ ਨਾਮ ਦੇ ਦਾਤੇ, ਗੁਰਦਾਤਾ ਹਰ ਨਾਮ ਦੇ, ਨਾਮ ਦਿੰਦੇ ਆ ਆਪਣੇ ਪਿਆਰਿਆਂ ਨੂੰ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਬਖਸ਼ਦੇ ਨੇ। ਉਧਰ ਸਭ ਸੰਸਾਰ, ਉਹਦੇ ਨਾਲ ਸੰਸਾਰ ਤਰਦਾ, ਨਾਮ ਦੇ ਨਾਲ ਸਾਰੇ ਜੀਵ ਸੰਸਾਰ ਸਮੁੰਦਰ ਤੋਂ ਉਧਰ ਜਾਂਦੇ ਨੇ, ਤਰ ਜਾਂਦੇ ਨੇ। ਗੁਰ ਸਮਰੱਥ ਗੁਰ ਨਿਰੰਕਾਰ, ਗੁਰੂ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਗੁਰੂ ਨਿਰੰਕਾਰ ਦਾ ਸਰੂਪ ਹੈ। ਤੇ ਐਸਾ ਗੁਰੂ ਜਿਹੜਾ ਹੈ ਉਹਦੀ ਤਾਂ ਕਥਨੀ ਕੋਈ ਨਹੀਂ ਕਰ ਸਕਦਾ। ਐਸਾ ਪਰਮੇਸ਼ਰ ਦਾ ਸਰੂਪ ਹਨ। ਗੁਰੂ ਉੱਚਾ ਅਗਮ ਅਪਾਰ, ਉਹ ਨਿਰੰਕਾਰ ਦਾ ਸਰੂਪ ਹੋਣਗੇ, ਅਕਥ ਤੋਂ ਰਹਿਤ ਹੋ ਗਏ, ਤੇ ਉੱਚਾ ਸਾਰਿਆਂ ਤੋਂ ਉੱਚਾ ਹੈ। ਈਸ਼ਵਰ ਦੇ ਜਿਹੜੇ ਈਸ਼ਵਰ ਦੇ ਤਿੰਨ ਸਰੀਰ ਨੇ, ਭਾਵੇਂ ਹਿਰਨਗਰਭ ਹੈ, ਵਿਰਾਟ ਹੈ, ਅਭਿਆਕ੍ਰਿਤ ਹੈ, ਸਤਿਗੁਰੂ ਨਿਰੰਕਾਰ ਰੂਪ ਹੋਣ ਕਰਕੇ ਇਹਨਾਂ ਤਿੰਨਾਂ ਤੋਂ ਵੀ ਉੱਚਾ ਹੈ। ਮਨ ਦੀ ਗਮਤਾ ਸੰਕਲਪਾਂ ਤੋਂ ਪਰੇ ਹੈ, ਪਹੁੰਚ ਤੋਂ ਪਰੇ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ। ਗੁਰੂ ਕੀ ਮਹਿਮਾ ਅਗਮ ਹੈ, ਸਤਿਗੁਰੂ ਦੀ ਮਹਿਮਾ ਵਡਿਆਈ ਮਨ ਬਾਣੀ ਸਰੀਰ ਕਰਕੇ ਗਮਤਾ ਤੋਂ ਭਰੇ ਹੈ। ਕਿਆ ਕਥੈ ਕਥਨਹਾਰ, ਕਥਨ ਕਰਨ ਵਾਲਾ ਕੀ ਮਹਿਮਾ ਕਰੂਗਾ। ਅਕਥੇ ਕਾ ਕਿਆ ਕਥੀਆ ਭਾਈ, ਉਹ ਬੇਅੰਤ ਬੇਅੰਤ ਹੀ ਹੈ, ਉਹਨੂੰ ਸੀਸ ਝੁਕਾਉਣਾ ਚਾਹੀਏ। ਜਿਤੜੇ ਫਲ ਮਨ ਵਾਚੀਐ ਹੈ, ਕਹਿੰਦੇ ਜਿਤੜੇ ਫਲ ਮਨ ਬਾਛੀਐ, ਜਿੰਨੇ ਵੀ ਮਨ ਦੇ ਧਰਮ ਅਰਥ ਕਾਮ ਮੋਖ ਮਨ ਦੀ ਇੱਛਾ ਦੇ ਬਾਛੀਏ ਚਾਹੁੰਦੇ ਆ, ਕੋਈ ਵੀ ਫਲ ਉਸੇ ਚਾਹੁੰਦਾ ਹੈ। ਤਿਤੜੇ ਸਤਿਗੁਰ ਪਾਸ, ਉਤਨੇ ਭਾਈ ਸਤਿਗੁਰਾਂ ਪਾਸੋਂ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰ ਕਹਿ ਬਸ ਚਾਰ ਪਦਾ, ਤੀਨ ਸਮੇਂ ਏਕ ਕਰਤਾਰਥ। ਪੂਰਬ ਲਿਖੇ ਪਾਵਨੇ, ਪੂਰਬਲੇ ਨਿਸ਼ਕਰਮ ਕਰਮਾਂ ਦੇ ਲਿਖੇ ਹੋਏ ਲੇਖਾਂ ਅਨੁਸਾਰ ਹੀ ਪ੍ਰਾਪਤ ਹੁੰਦੇ ਹਨ। ਸਾਚ ਨਾਮ ਦੇ ਰਾਸ, ਤੇ ਫਿਰ ਸ਼ਰਨ ਆਉਣ ਵਾਲਿਆਂ ਨੂੰ ਵੱਡੇ ਭਾਗਾ ਵਾਲੇ ਸਤਿਗੁਰੂ ਸਾਚ ਸੱਚੇ ਨਾਮ ਦੀ ਰਾਸ ਪੂੰਜੀ ਬਖਸ਼ ਦਿੰਦੇ ਐ। ਜਿਸ ਕਰਕੇ ਸਿੱਖ ਕੋਲ ਸ਼ਰਧਾ ਰੂਪੀ ਰਾਸ ਪੂੰਜੀ ਹੈ, ਉਹਨੂੰ ਸੱਚੇ ਨਾਮ ਦੀ ਦਾਤ ਬਖਸ਼ ਦਿੰਦੇ ਹਨ। ਸਤਿਗੁਰ ਸਰਣੀ ਆਇਆ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਜੋ ਆ ਜਾਂਦਾ ਹੈ, ਬਾਹੁੜ ਨਹੀਂ ਵਿਨਾਸ਼, ਉਹਦਾ ਵਿਨਾਸ਼ ਨਾਸ ਵੀ ਹੁੰਦਾ, ਜੰਮਣ ਮਰਨ ਤੋਂ ਰਹਿਤ ਹੀ ਕਰ ਦਿੰਦੇ ਨੇ, ਅਵਿਨਾਸ਼ੀ ਹੋ ਜਾਂਦਾ ਹੈ। ਹਰ ਨਾਨਕ ਕਦੇ ਨਾ ਵਿਸਰੋ। ਮਹਾਰਾਜ ਕਹਿੰਦੇ ਇਹ ਬੇਨਤੀ ਕਰਿਆ ਕਰੋ ਕਿ ਇਹ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਸਾਡੇ ਤਾਏ, ਹੇ ਅਕਾਲ ਪੁਰਖ ਵਾਹਿਗੁਰੂ, ਜੋ ਜੀਓ ਪਿੰਡ ਤੇਰਾ ਸਾਸ, ਤੇ ਹਰ ਨਾਨਕ ਕਦੇ ਨਾ ਵਿਸਰੋ। ਹੇ ਪਰਮੇਸ਼ਰ ਅਕਾਲ ਪੁਰਖ, ਤੁਹਾਡਾ ਨਾਮ ਨਾ ਕਦੇ ਵਿਸਰੋ ਭੁੱਲੇ। ਇਹ ਜੀਓ ਪਿੰਡ, ਇਹ ਜਿਹੜਾ ਜੀਓ ਸੂਖਮ ਸਰੀਰ ਹੈ, ਪਿੰਡ ਅਸਤੂਲ ਸਰੀਰ ਹੈ, ਇਹ ਤੇਰੇ ਸਵਾਸ ਦਿੱਤੇ ਹੋਏ ਨੇ, ਇਹ ਸਭ ਕੁਝ ਤੁਹਾਡਾ ਹੀ ਆ ਸੱਚੇ ਪਾਤਸ਼ਾਹ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਤੇ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕੇ ਕਿਰਪਾ ਕਰਦੇ ਨੇ ਜੀ। ਸੁਣੋ ਸੰਤ ਜਨੋ ਸੁਣ ਭਾਈ ਹੋ। ਇੱਥੇ ਭਾਈਓ ਕਿਹਨੂੰ ਕਿਹਾ? ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਹੇ ਗੁਰਸਿੱਖੋ, ਉਹਨਾਂ ਨੂੰ ਸੰਬੋਧਨ ਕਰਕੇ ਕਥਨ ਕਰਦੇ ਆ, ਇਹ ਸੰਤ ਜਨੋ, ਤੁਸੀਂ ਚੇਤਨ ਦੀ ਅੰਸ਼ ਹੋਣ ਕਰਕੇ ਸਾਡੇ ਭਰਾਤਾ ਹੋ, ਭਾਈ ਹੋ, ਭਰਾ ਹੋ ਸਾਡੇ। ਤੋ ਇਸ ਕਰਕੇ ਇਹਨੂੰ ਵੱਖਰਾ ਵੱਖਰਾ ਭਾਈ ਤੇ ਹੋਰ ਨੂੰ ਵੀ ਕਹਿੰਦੇ। ਦੂਜਾ ਪਾਠ ਪਰ ਆਪਣਾ ਮੁੱਖ ਪਾਠ ਦਮਦਮੇ ਸਾਹਿਬ ਦਾ ਇਹੀ ਸਮਝਣਾ ਜੇ। ਛੁੱਟਣ ਸਾਚਾ ਨਾਏ, ਆਪ ਪਿਆਰ ਦੇ ਨਾਲ ਸੁਣਨਾ ਕਰੋ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਜੇ ਛੁਟਕਾਰਾ ਚਾਹੁੰਦੇ ਹੋ ਤਾਂ ਸੱਚਾ ਨਾਮ ਜਪਿਆ ਕਰੋ। ਜੀਵਾਂ ਦਾ ਛੁਟਕਾਰਾ ਨਾਮ ਦੁਆਰਾ ਹੋਣਾ ਹੈ। ਇਹ ਭਾਈ ਪਰਮੇਸ਼ਰ ਦੇ ਪਿਆਰੇ ਸੰਤ ਜਨੋ, ਸੱਚੇ ਵਾਹਿਗੁਰੂ ਦੇ ਨਾਮ ਨੂੰ ਸੁਣਨਾ ਕਰੋ, ਜਮਾਂ ਤੋਂ ਛੁਟਕਾਰਾ ਹੋਵੇਗਾ। ਗੁਰ ਕੇ ਚਰਨ ਸਰੇਵਣੇ, ਸਤਿਗੁਰਾਂ ਦੇ ਚਰਨ ਸਰੇਵਣੇ ਸੇਵਨਾ ਕਰੀਏ। ਸਤਿਗੁਰੂ ਦੇ ਚਰਨ ਜਿਹੜੇ ਨੇ, ਸਤਿਗੁਰੂ ਤੀਰਥ ਦੀ ਨਿਆਈ ਪਵਿੱਤਰ ਹੈ, ਇਸ ਕਰਕੇ ਉਹਦੇ ਚਰਨ ਵੀ ਬੜੇ ਪਵਿੱਤਰ ਹਨ। ਦੱਸਦੇ ਨੇ ਤੀਰਥ, ਤੀਰਥ ਹਰ ਕਾ ਨਾਮ, ਜਿਸ ਤਰ੍ਹਾਂ ਤੀਰਥ ਵਿੱਚ ਜਲ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਰੂਪ ਤੀਰਥ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਉਹ ਨਾਮ ਦਾ ਜਲ ਹੈ, ਉਪਦੇਸ਼ ਦਾ ਜਲ ਹੈ। ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਸੇਵਾ ਕਰਦੇ ਆ, ਉਹ ਤੀਰਥ ਰੂਪ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲੈਂਦੇ ਆ।
ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਆਗੇ ਦਰਗਹਿ ਮੰਨੀਐ। ਜਿਨ੍ਹਾਂ ਨੇ ਨਾਮ ਨੂੰ ਜਿਹਨੂੰ ਨਾਮ ਪ੍ਰਾਪਤ ਹੋ ਗਿਆ ਹੈ, ਉਹ ਕਿਸ ਦਰਗਾਹ ਦੇ ਵਿੱਚ ਮੰਨੇ ਜਾਣਗੇ, ਸਤਕਾਰ ਹੋਊਗਾ। ਮਿਲੈ ਨਥਾਵੇ ਥਾਉ। ਉਹ ਭਾਵੇਂ ਨਿਥਾਵੇ ਸੀ ਪਹਿਲਾਂ, ਉਹਨਾਂ ਦੀ ਮਾਨਤਾ ਹੋਈ ਪਰਮੇਸ਼ਰ ਦੇ ਦਰ ਤੇ ਸਤਕਾਰ ਹੋਊਗਾ। ਤੇ ਨਿਥਾਵਿਆਂ ਦਾ ਥਾਂ ਹੈ। ਨਿਥਾਵਾਂ ਜਿਹੜਾ ਸਜੀਵ ਹੈ, ਬਾਰ-ਬਾਰ ਜੂਨਾਂ ਵਿੱਚ ਭਰਮਦਾ ਫਿਰਦਾ, ਉਹਨੂੰ ਸੱਚਖੰਡ ਰੂਪੀ ਥਾਂ ਮਿਲ ਜਾਂਦੀ ਹੈ, ਸਤ ਸਰੂਪ ਵਿੱਚ ਥਾਂ ਪ੍ਰਾਪਤ ਹੋ ਜਾਂਦੀ ਹੈ। ਨਿਥਾਵੇ ਤੁਰਿਆ ਪਦ ਦੇ ਰੂਪ ਦੇ ਵਿੱਚ, ਜਿਹੜੇ ਪਹਿਲਾਂ ਨਿਥਾਵੇ ਸੀ, ਤੁਰਿਆ ਪਦ ਨਹੀਂ ਸੀ ਪ੍ਰਾਪਤ, ਉਹ ਪ੍ਰਾਪਤ ਹੋ ਜਾਏਗਾ। ਗੁਰੂ ਤੋਂ ਬਿਨਾਂ ਤਾਂ ਅਸੰਭਵ ਹੈ। ਸਤਿਗੁਰੂ ਜੀ ਕਿਰਪਾ ਕਰਕੇ ਫਿਰ ਨਾਮ ਦੀ ਦਾਤ ਪ੍ਰਾਪਤ ਕਰਕੇ, ਜਿਵੇਂ ਗੁਰੂ ਅਮਰਦਾਸ ਨੇ ਕਿਹਾ ਨਹੀਂ ਸੀ, ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ ਜਲਾਹੀ ਨੇ ਜੋ ਮਿਹਣਾ ਮਾਰਿਆ ਸੀ, ਨਿਥਾਵਾ ਅੰਬਰੂ ਤੁਰਿਆ ਫਿਰਦਾ, ਇਹ ਗੁਰੂ ਦਾ ਥਾਂ ਹੈ ਜੇ। ਭਾਈ ਰੇ ਸਾਚੀ ਸਤਿਗੁਰ ਸੇਵ। ਇਹ ਭਾਈ ਸੱਚੇ ਸਤਿਗੁਰੂ ਦੀ ਸੇਵ ਟਹਿਲ ਕਰਿਆ ਕਰੋ। ਸਤਿਗੁਰ ਤੁਠੈ ਪਾਈਐ। ਸਤਿਗੁਰੂ ਤੁਠੇ ਕੀ ਪ੍ਰਸੰਨ ਹੋਣ ਦੇ ਨਾਲ ਇਹ ਦਾਤਾਂ ਪ੍ਰਾਪਤ, ਸੱਚ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਅਲਖ ਅਭੇਦ। ਤੇ ਸਤਿਗੁਰੂ ਪ੍ਰਸੰਨ ਹੋ ਜਾਣ, ਇਹ ਦਾਤਾਂ ਮਿਲਦੀਆਂ ਨੇ। ਤੇ ਪੂਰਨ ਅਲਖ ਅਭੇਦ, ਪੂਰਨ ਵਿਆਪਕ ਹੈ ਜਿਹੜਾ। ਅਲਖ ਮਨ ਦੇ ਲਖਣ ਤੋਂ ਪਰੇ ਹੈ, ਮਨ ਬਾਣੀ ਦੇ ਸਰੀਰ ਦੇ ਲਖਣ ਤੋਂ ਪਰੇ ਹੈ। ਮਨ ਬਾਣੀ ਕਰਕੇ ਅਭੇਦ ਭੇਦ ਤੋਂ ਰਹਿ ਪਰਮੇਸ਼ਰ ਹੈ, ਉਹ ਪਾਈਆ ਹੈ, ਪ੍ਰਾਪਤ ਹੋ ਜਾਂਦਾ ਹੈ। ਅਸਥਾਈ ਦੇ ਕੇ ਫਰਮਾਉਂਦੇ ਨੇ, ਸਤਿਗੁਰ ਵਿਟ ਹਵਾਰਿਆ। ਸਤਿਗੁਰੂ ਮਹਾਰਾਜ ਸਾਹਿਬ ਤੋਂ ਉੱਪਰ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜਿਨ ਦਿੱਤਾ ਸਚ ਨਾਉ। ਜਿਨ੍ਹਾਂ ਨੇ ਸੱਚੇ ਨਾਮ ਦੀ ਬਖਸ਼ਿਸ਼ ਮੈਨੂੰ ਕਰ ਦਿੱਤੀ ਹੈ। ਗੁਰ ਨਾਨਕ ਨਾਮ ਦਰੜਾਇਆ ਭੰਨਣ ਘੜਨ ਸਮਰੱਥ, ਉਹ ਐਸਾ ਗੁਰੂ ਪਰਮੇਸ਼ਰ ਹੈ। ਅਨਦਿਨ ਸਚ ਸਲਾਹਣਾ। ਇਸ ਕਰਕੇ ਅਸੀਂ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੀਏ, ਸੱਚੇ ਨਾਮ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਜਪੀਏ। ਸੱਚੇ ਕੇ ਗੁਣ ਗਾਓ। ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ ਰਸਨਾ ਦੇ ਨਾਲ। ਰਾਤ ਦਿਨ ਕਥਾ ਦੁਆਰਾ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ, ਕੀਰਤਨ ਦੁਆਰਾ ਉਹਨਾਂ ਦੇ ਗੁਣਾਂ ਨੂੰ ਗਾਉਣਾ ਕਰੀਏ। ਸੱਚ ਖਾਣਾ ਸੱਚ ਪਹਿਨਣਾ। ਪਦਾਰਥਾਂ ਦੇ ਖਾਂਦੇ ਹੋਏ ਵੀ ਸੱਚੇ ਨਾਮ ਦਾ ਉਚਾਰਨ ਕਰੀਏ। ਪਹਿਨਣ ਵਸਤਰ ਪਹਿਨਣ ਵੇਲੇ ਵੀ ਸੱਚੇ ਉਹਦੇ ਗੁਣ ਗਾਈਏ ਕਿ ਵਾਹਿਗੁਰੂ ਤੂੰ ਹੀ ਸਾਨੂੰ ਵਸਤਰ ਪਹਿਨਣ ਨੂੰ ਦਿੱਤੇ ਹੈ। ਇਸ ਤਰ੍ਹਾਂ ਦਾ ਭਾਵ ਸਾਡੇ ਮਨ ਦੇ ਵਿੱਚ ਹੋਵੇ। ਸੱਚੇ ਸੱਚਾ ਨਾਮ। ਸੱਚੇ ਦਾ ਜੋ ਸਰਵਣ ਕਰਨਾ ਹੈ ਇਹ ਖਾਣੇ ਦੀ ਨਿਆਈ, ਸੱਚੇ ਦਾ ਜਿਹੜਾ ਮੰਨਣਾ ਹੈ ਇਹ ਪਹਿਨਣ ਦੀ ਨਿਆਈ। ਪਰਮੇਸ਼ਰ ਜਿਹੜਾ ਹੈ ਉਹ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਸੱਚੇ ਸੱਚਾ ਨਾਮ ਐਸਾ ਵਾਹਿਗੁਰੂ ਹੈ। ਸਾਸ ਗਰਾਸ ਨਾ ਵਿਸਰੈ। ਸਾਹ ਲੈਂਦਿਆਂ ਗਰਾਸ ਗਰਾਹੀ ਬੁਰਕੀ ਖਾਂਦਿਆਂ, ਸਾਸ ਬਾਹਰੋਂ ਜਦੋਂ ਆਉਂਦਾ ਹੈ ਗਰਾਸ ਅੰਦਰ ਨੂੰ ਜਾਂਦਾ ਹੈ, ਸਾਸ ਬਾਹਰ ਨੂੰ ਜਾਂਦਾ ਹੈ, ਕਦੇ ਨਾ ਵਿਸਰੇ। ਆਉਂਦੇ ਜਾਂਦੇ ਸਵਾਸ ਦੇ ਨਾਲ ਸਾਸ ਸਾਸ ਸਿਮਰੋ ਗੋਬਿੰਦ, ਉਹ ਵਿਸਰੇ ਨਾ, ਵਿਸਰਨਾ ਨਹੀਂ ਚਾਹੀਦਾ। ਹਰ ਵਕਤ ਉਹਦਾ ਨਾਮ ਜਪੀਏ। ਸਫਲ ਮੂਰਤ ਗੁਰ ਆਪ। ਸਤਿਗੁਰੂ ਤਾਂ ਆਪਣਾ ਮੂਰਤ ਸਰੂਪ, ਸਫਲ ਸਹਿਤ ਗਿਆਨ ਦੇ ਸਫਲ ਦਾ ਸਫਲ ਗੁਰੂ ਦਾ ਜਿਹੜਾ ਮੂਰਤ ਸਰੂਪ ਹੈ ਨਾ, ਉਹ ਗਿਆਨ ਫਲ ਦੇ ਸਹਿਤ ਹੈ। ਉਹ ਗੁਰੂ ਆਪ ਪਰਮੇਸ਼ਰ ਦਾ ਸਰੂਪ ਹੈ। ਸਤਿਗੁਰੂ ਆਪ ਪਰਮੇਸ਼ਰ ਸਰੂਪ ਨੇ। ਜਿਹੜੇ ਗੁਰੂ ਦੇ ਐਸੇ ਗੁਰੂ ਦੇ ਪਿਆਰਿਆਂ ਨੂੰ ਗੁਰੂ ਫਿਰ ਆਪ ਹੀ ਕਿਰਪਾ ਕਰ ਦਿੰਦਾ ਹੈ। ਸਾਸ ਗਰਾਸ ਦਾ ਨਾਮ ਜਿਨ੍ਹਾਂ ਨੂੰ ਵਿਸਰਦਾ ਨਹੀਂ, ਸਤਿਗੁਰੂ ਨੇ ਸਫਲਤਾ ਕੀ ਦਿੰਦਾ ਹੈ? ਗਿਆਨ ਫਲ ਦੇ ਦਿੰਦਾ ਹੈ। ਗਿਆਨ ਫਲ ਦੇ ਸਹਿਤ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਗੁਰ ਜੀਵੜ ਅਵਰ ਨਾ ਜਿਸਈ। ਤੇ ਗੁਰੂ ਦੇ ਵਰਗਾ ਹੋਰ ਕੋਈ ਸੰਸਾਰ ਵਿੱਚ ਨਜ਼ਰ ਨਹੀਂ ਆਉਂਦਾ, ਕੋਈ ਦੇਵੀ ਦੇਵਤਾ। ਆਠ ਪਹਿਰ ਤਿਸ ਜਾਪ। ਸਤਿਗੁਰੂ ਚੇਤਨ ਦਾ ਸਰੂਪ ਹੋਣ ਕਰਕੇ ਅੱਠੇ ਪੈਰ ਉਹਦਾ ਜਾਪ ਕਰ ਤੂੰ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਨਾਮ ਦੁਆਰਾ ਅੱਠੇ ਪੈਰ ਸਤਿਗੁਰਾਂ ਦੇ ਨਾਮ ਨੂੰ ਜਪਣਾ ਕਰ, ਜਿਹੜਾ ਦਿੱਤਾ ਉਹਨਾਂ ਨੇ ਨਾਮ। ਨਦਰ ਕਰੇ ਤਾਂ ਪਾਈਐ। ਪਰਮੇਸ਼ਰ ਆਪ ਹੀ ਕਿਰਪਾ ਕਰੇ, ਉਹਦੀ ਮਿਹਰ ਹੋਵੇ ਜਦੋਂ ਤਾਂ ਪ੍ਰਾਪਤ ਹੁੰਦਾ ਹੈ। ਸਚ ਨਾਮ ਗੁਣ ਤਾਸ। ਪਰਮੇਸ਼ਰ ਦਾ ਸੱਚਾ ਜੋ ਨਾਮ ਹੈ ਗੁਣਾਂ ਦਾ ਤਾਸ ਖਜ਼ਾਨਾ ਹੀ ਹੈ। ਉਹ ਜਿਸ ਦੇ ਕੋਲ ਸੱਚਾ ਨਾਮ ਹੈ ਉਸ ਪਾਸ ਗੁਣ ਤਾਸ, ਗੁਣਾਂ ਦਾ ਖਜ਼ਾਨਾ। ਇਹ ਸੱਚੇ ਨਾਮ ਦੀ ਬਖਸ਼ਿਸ਼ ਤਾਂ ਪਾਈਦੇ ਜਦੋਂ ਸਤਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਕੇ ਉਹ ਬਖਸ਼ਿਸ਼ ਕਰ ਦੇਵੇ। ਗੁਰੂ ਪਰਮੇਸ਼ਰ ਏਕ ਹੈ। ਗੁਰੂ ਇਹ ਤੇ ਪਰਮੇਸ਼ਰ ਇਹ ਇੱਕ ਸਰੂਪ ਨੇ। ਗੁਰੂ ਵੱਖਰਾ ਨਹੀਂ, ਪਰਮੇਸ਼ਰ ਵੱਖਰਾ ਨਹੀਂ। ਪਰਮੇਸ਼ਵਰ ਗੁਰੂ ਚੇਤਨ ਅਕਾਲ ਪੁਰਖ ਤੇ ਗੁਰੂ
ਉਹ ਸਰਗੁਣ ਸਰੂਪ ਹੈ, ਨਿਰਗੁਣ ਸਰੂਪ ਹੈ, ਇੱਕੋ ਹੀ ਸਰੂਪ ਹਨ। ਸਭ ਮੈਂ ਰਹਿਆ ਸਮਾਏ। ਸਤਿਗੁਰੂ ਜੀ ਜੋਤੀ ਸਰੂਪ ਕੇ ਸਾਰਿਆਂ ਦੀ ਸਮਾ ਰਹੇ ਨੇ, ਵਿਆਪਕ ਹੋ ਰਹੇ ਨੇ। ਜਿਨ ਕੋ ਪੂਰਵ ਲਿਖਿਆ, ਜਿਨ੍ਹਾਂ ਦੇ ਮਸਤੇ ਪੂਰਵ ਦੇ ਚੰਗੇ ਕਰਮ ਲਿਖੇ ਹੋਏ ਹਨ, ਨਿਸ਼ਕਾਮ ਕਰਮਾਂ ਰੂਪੇ। ਸ੍ਰੀ ਨਾਮ ਧਿਆਏ। ਉਹ ਗੁਰੂ ਸ਼ਰਨ ਵਿੱਚ ਆ ਕੇ ਉਹੀ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧੁਆਉਂਦੇ ਨੇ। ਇਹਾਂ ਨਾਮ ਸੋਈ ਜਪੈ, ਜੋ ਜਪਾਇਆ ਹੋਏ। ਕੇਸਰ ਕਿਆਰੀ ਕਸ਼ਮੀਰ ਬਿਨ ਕੇਸਰ ਮੂਲ ਨਾ ਹੋਵੇ। ਜਿਹੜੀ ਕੇਸਰ ਦੀ ਕਿਆਰੀ ਹਿੰਦੁਸਤਾਨ 'ਚ ਇਕੱਲੇ ਕਸ਼ਮੀਰ 'ਚ ਹੁੰਦੀ ਹੈ, ਹੋਰ ਕਿਸੇ ਥਾਂ ਤੇ ਨਹੀਂ ਹੁੰਦੀ। ਅੰਗਰੇਜ਼ਾਂ ਦਾ ਜਦੋਂ ਇੱਥੇ ਰਾਜ ਸੀ, ਇਹ ਇੰਗਲੈਂਡ ਲੈ ਗਏ ਸੀ ਇੱਥੋਂ, ਕਸ਼ਮੀਰ ਤੋਂ। ਉਹ ਜੰਮਿਓ ਨਹੀਂ ਹੈ, ਫੇਲ ਹੋ ਗਏ ਅੰਗਰੇਜ਼। ਇਸ ਕਰਕੇ ਕਸ਼ਮੀਰ ਦੇ ਵਿੱਚ 4-4 ਮੀਲ ਦੇ ਵਿੱਚ ਉੱਚੀ ਨੀਵੀਂ ਜਗ੍ਹਾ ਹੈ। ਉੱਥੇ ਲੋਕ ਬਾਰ-ਬਾਰ ਇੱਕ ਵਾਰੀ ਕਣਕ ਬੀਜਦੇ, ਇੱਕ ਵਾਰੀ ਕੇਸਰ ਬੀਜਦੇ ਆ। ਇਹਨਾਂ ਦੀ ਖੇਤੀ ਹੈ ਇਹ। ਕੇਸਰ ਦੀ ਖੇਤੀ ਸਪੇਨ ਵਿੱਚ ਵੀ ਹੁੰਦੀ ਹੈ, ਪਰ ਕੇਸਰ ਹਰ ਥਾਂ ਨਹੀਂ ਪੈਦਾ ਹੁੰਦਾ, ਕਿਤੇ ਕਿਤੇ ਪੈਦਾ ਹੁੰਦਾ ਹੈ। ਇਸ ਤਰ੍ਹਾਂ ਨਾਮ ਜਪਣ ਵਾਲੇ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖਿਆ ਹੈ, ਤੇ ਉਹ ਵੀ ਸਾਧ ਸੰਗਤ ਕਿਤੇ ਕਿਤੇ ਹੀ ਪੈਦਾ ਹੁੰਦੇ ਆ। ਸਹੀ ਨਾਮ ਤੇ ਆਏ, ਉਹੀ ਨਾਮ ਤੇ ਆਉਦੇ, ਹਰ ਥਾਂ ਤੇ ਨਹੀਂ। ਸੰਸਾਰ ਦੇ ਚੋਂ ਬਿਰਲੇ ਬਿਰਲੇ ਹਨ ਬਿਰਲੇ ਨਾ ਹੀ ਕਣੇ, ਬਹੁਤੇ ਨਹੀਂ ਹਨ ਜਿਹੜੇ ਐਸੇ ਉੱਤਮ ਹਨ ਗੁਰੂ ਦੀ ਕਿਰਪਾ ਦੁਆਰਾ ਜੋ ਧਿਆਉਂਦੇ ਨੇ। ਨਾਨਕ ਗੁਰ ਸਰਣਾਗਤੀ। ਹੁਣ ਸਮਾਪਤੀ ਕਰਦੇ ਆ। ਐਸੇ ਗੁਰੂ ਦੀ ਸ਼ਰਨ ਦੇ ਵਿੱਚ ਆਗਤੀ ਅਸੀਂ ਆ ਜਾਈਏ। ਮਹਾਰਾਜ ਕਥਨ ਕਰਦੇ ਆ, ਸੱਚੇ ਗੁਰੂ ਸ਼ਰਨ ਵਿੱਚ ਆਏ ਹਾਂ, ਐ ਬੇਨਤੀ ਕਰੋ। ਉਹ ਕੈਸਾ ਹੈ? ਮਰੈ ਨ ਆਵੈ ਜਾਏ। ਉਹ ਪਰਮੇਸ਼ਰ ਹੈ, ਨਾ ਕਦੇ ਮਰ ਕੇ ਜਾਂਦਾ ਹੈ, ਨਾ ਕਦੇ ਜਨਮ ਕੇ ਆਉਂਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਤਿਗੁਰੂ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਉਹ ਮੌਤ ਦੇ ਭੈ ਤੋਂ ਮਰਦਾ ਨਹੀਂ, ਮਤਲਬ ਮੌਤ ਦੇ ਭੈ ਕਰਕੇ ਉਹਨੂੰ ਕਦੇ ਮੌਤ ਮਾਰ ਨਹੀਂ ਸਕਦੀ, ਉਹਦਾ ਡਰ ਨਹੀਂ ਰਹਿੰਦਾ। ਜੰਮਣ ਮਰਨ ਤਾਰ ਕੇ ਆਉਂਦਾ ਨਹੀਂ, ਮੌਤ ਦਾ ਮਾਰਿਆ ਮਰਦਾ ਨਹੀਂ। ਸਤਿਗੁਰੂ ਦਾ ਸਰੂਪ ਹੈ, ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤੇ ਭਾਈ ਪਾਰੋ ਜੀ ਤਰ੍ਹਾਂ ਹੁਣ ਅਖੀਰ ਦੇ ਵਿੱਚ ਇੱਕ ਧਿਆਨ ਦਿਓ, ਪੋਥੀਆਂ ਵਾਲੇ ਖਾਸ ਕਰਕੇ। ਇੱਥੇ ਅੰਕਾਂ ਦਾ ਵੇਰਵਾ, ਇੱਕ ਲਿਖਿਆ 4। ਇਹ ਧਿਆਨ ਦੇਖੋ ਬਦੇ, ਜਿਹੜਾ 4 ਹੈ ਉਹ ਇਸ ਪਦ ਦੇ, ਇਹ ਜਿਹੜਾ ਸ਼ਾਸੀ ਦੇ 4 ਪਦ ਨੇ ਤਾਂ ਲਿਖਿਆ 4। ਫਿਰ ਲਿਖਿਆ 30। ਸ੍ਰੀ ਗੁਰੂ ਅਰਜਨ ਦੇਵ ਜੀ ਦੇ 30 ਸ਼ਬਦ ਸਮਾਪਤ ਹੋ ਗਏ। ਇੱਥੇ ਗੁਰੂ ਅਰਜਨ ਦੇਵ ਜੀ ਸ਼ਬਦ ਨੇ 30। ਇਹ ਤੋਂ ਬਾਅਦ ਫਿਰ 100 ਅੰਕ ਲਿਖਿਆ ਹੈ। ਉਹਦਾ ਭੇਦ ਕੀ ਹੈ? ਇਹਦਾ ਸਾਧ ਸੰਗਤ ਜੀ ਇਉਂ ਜਾਣਨਾ ਇਕੱਠਾ। 33 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਆ ਗਏ। ਤੀਸਰੇ ਪਾਤਸ਼ਾਹ ਦੇ 31 ਸ਼ਬਦ ਪਿੱਛੇ ਆ ਗਏ। ਚੌਥੇ ਪਾਤਸ਼ਾਹ ਦੇ 6 ਸ਼ਬਦ ਪਿੱਛੇ ਆ ਗਏ। ਪੰਜਵੇਂ ਪਾਤਸ਼ਾਹ ਦੇ 30 ਸ਼ਬਦ ਇੱਥੇ ਆ ਗਏ। 30, 31, 6, 30 ਇਹਨਾਂ ਦਾ ਜੋੜ ਆ ਗਿਆ 100। ਇੱਥੇ ਅੰਕ 100 ਆ ਗਿਆ। ਗੁਰੂ ਕਿਰਪਾ ਕਰੀ ਸਾਧ ਸੰਗਤ ਜੀ, ਇੱਥੇ ਹੀ ਸਮਾਪਤੀ ਮਹਾਰਾਜ ਸਾਹਿਬ ਜੀ ਕਿਰਪਾ ਨਾਲ। ਸਮਾਂ ਭਾਵੇਂ ਥੋੜਾ ਜਿਹਾ ਉੱਪਰ ਹੋ ਗਿਆ ਹੈ, ਪਰ ਸੰਕਲਪ ਪੂਰਾ ਹੋ ਗਿਆ। ਜੋ ਸੀ ਵੀ 2 ਅੰਗ ਮਹਾਰਾਜ ਨੇ ਸਮਾਪਤ ਕਰਾ ਲਏ ਨੇ, ਤੇ ਆਪ ਜੀ ਨੂੰ ਭਾਵੇਂ ਥੋੜਾ ਜਿਹਾ ਬੈਠਣ ਦੀ ਵੱਧ ਖੇਚਲ ਹੋਈ ਹੋਵੇ। ਮਹਾਰਾਜ ਸਾਹਿਬ ਜੀ ਲੇਖੇ ਦੇ ਵਿੱਚ ਨੇ ਭਾਈ, ਆਖਣ ਔਖਾ ਸਾਚਾ ਨੂੰ, ਔਖੇ ਹੋ ਕੇ ਵੀ ਕਰੀਏ ਭਲਾ ਹੈ। ਇੱਥੇ ਹੁਣ ਸਮਾਪਤੀ ਹੈ ਜੀ। ਜਿਨ ਕੋ ਪੂਰਵ ਲਿਖਿਆ, ਸਈ ਨਾਮ ਧਿਆਏ। ਨਾਨਕ ਗੁਰ ਸਰਣਾਗਤੀ, ਮਰੈ ਨ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।